आओ ਆਪਾਂ ਪਰਮੇਸ਼ਰ ਦਾ ਵਚਨ ਦੇਖੀਏ ਔਰ ਆਪਾਂ ਦੇਖਾਂਗੇ ਨਵੇਂ ਨਿਯਮ ਦੇ ਵਿੱਚ ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ। ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ ਉਹਦੇ ਪੜਾਂਗੇ ਆਪਾਂ 7 ਤੋਂ ਲੈ ਕੇ ਉਹਦੇ 13 ਤੱਕ। ਔਰ ਜੋ ਵੀ ਪੜ੍ਹੇ ਉੱਚੀ ਆਵਾਜ਼ ਵਿੱਚ ਪੜੋ। पेज नंबर 324। धर्म करता है ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ। ਪ੍ਰਕਾਸ਼ ਦੀ ਪੋਥੀ 3 ਅਧਿਆਇ ਉਹਦਾ 7 ਵਚਨ ਤੋਂ ਲੈ ਕੇ ਉਹਦੇ 13 ਤੱਕ ਉੱਚੀ ਪੜੋ ਔਰ ਵਾਰੀ ਹੈ ਸਾਰੇ ਲੋਕ ਪੜਿਓ। ਫਿਲਦਲਫੀਏ ਦੀ ਕਲੀਸਿਆ ਦੇ ਦੂਤ ਨੂੰ ਇਹੋ ਲਿਖ ਭਈ ਉਹ ਜਿਹੜਾ ਪਵਿੱਤਰ ਹੈ, ਜਿਹੜਾ ਸੱਤ ਹੈ, ਜਿਹਦੇ ਕੋਲ ਦਾਊਦ ਦੀ ਕੁੰਜੀ ਹੈ, ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ ਅਤੇ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ, ਉਹ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਹਾ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਧਰਿਆ ਹੈ। ਇਸੇ ਲਈ ਜੋ ਤੈਨੂੰ ਕੁਝ ਸਮਰੱਥਾ ਹੈ ਅਤੇ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ। ਵੇਖ ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ ਸਗੋਂ ਝੂਠ ਮਾਰਦੇ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ ਮੈਂ ਅਜਿਹਾ ਕਰਾਂਗਾ ਭਾਈ ਉਹ ਆਉਣਗੇ ਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ। ਤੈਂ ਜੋ ਮੇਰੇ ਧੀਰਜ ਦੇ ਵਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਖਿਆ ਕਰਾਂਗਾ। ਮੈਂ ਛੇਤੀ ਆਉਣਾ ਹਾਂ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਇਹੋ ਨਾ ਹੋਵੇ ਭਾਈ ਕੋਈ ਤੇਰਾ ਮੁਕਤ ਲੈ ਜਾਵੇ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਪਰਮੇਸ਼ਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ਰ ਦਾ ਨਾਮ ਅਤੇ ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਿਉ ਜਿਹੜੀ ਪਰਮੇਸ਼ਰ ਵੱਲੋਂ ਸਵਰਗ ਵਿੱਚ ਉਤਰਦੀ ਹੈ ਅਤੇ ਆਪਣਾ ਨਾਮ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਵਾਵਾਂਗਾ। ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ये परमेश्वर का वचन है और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने क्या आकाश धरती टल जाएगा, मेरा वचन कदे भी नहीं टलेगा। सो अज एक बार फिर साडे परमेश्वर अपने वचन लैके साडे विचकार आए ने और साडे परमेश्वर अपना वचन लैके साडे विचकार इसलिए आए ने ताकि जो इंसान है वो परमेश्वर के वचन के द्वारा शुद्ध हो जाए और जो इंसान है वो परमेश्वर के वचन के द्वारा पाक साफ हो जाए। और बाइबल में लिखा हुई है कि जो परमेश्वर का वचन है वो की करता है इंसान को शुद्ध करता है। सो असी भी परमेश्वर के वचन के राही दिन प्रति दिन पल प्रति पल हर रोज़ शुद्ध होना गा ताकि असी वचन के राही शुद्ध होकर उस परमेश्वर के सामने खड़े हो सकिए। और सचमुच वो परमेश्वर पवित्र ने और बिना पवित्रता ही तो कोई भी इंसान परमेश्वर के कोल जा नहीं सकता। इसलिए परमेश्वर ने अपना वचन दिता गा ताकि जो कोई इंसान वचन के ऊपर विश्वास करे और जिस तरह बाइबल में लिखा गा जिस तरह वचन के सानू लिख के दिता परमेश्वर ने उसी तरह इंसान करे तो इंसान वो परमेश्वर के कोल जा सकता गा। तो अज भी परमेश्वर का वचन वो सानू शुद्ध करना चाहता गा। अज भी परमेश्वर का वचन वो सानू पाक साफ करना चाहते हैं। और कितने लोग ने जो अज शुद्ध होना चाहते हैं? कोई भी नहीं। अगर शुद्ध नहीं होना चाहते फिर वचन सीखने का फायदा की अपन, क्योंकि परमेश्वर का वचन की है वो की करता है। पढ़ो बेटा वचन यूहन्ना दी अंजील ਉਹਦਾ 15 ਅਧਿਆਇ ਉਹਦਾ 3 ਵਚਨ। ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਖੁਦ ਕਹਿੰਦੇ ਨੇ ਕਿ ਇਨਸਾਨ ਕੀ ਹੈ ਵਚਨ ਦੇ ਰਾਹੀਂ ਸਾਫ਼ ਹੁੰਦਾਗਾ, ਸਾਫ਼ ਹੋ ਜਾਂਦਾਗਾ। ਵਚਨ ਦੇ ਰਾਹੀਂ ਇਨਸਾਨ ਕੀ ਹੈ ਉਹ ਤਾਂ ਸ਼ੁੱਧ ਹੋ ਜਾਂਦਾਗਾ। ਕੀ ਸਾਰੇ ਸ਼ੁੱਧ ਹੋ? मतलब परमेश्वर सानू अपने वचन की करना चाहते हैं वो शुद्ध करना चाहते हैं। और शुद्ध क्यों करना चाहते हैं? क्योंकि जो परमेश्वर ने स्वर्ग बनायागा उत्थे जिन्ने भी लोग ने लोग मतलब जिन्ने स्वर्गदूत ने
ਉਹ ਕਿਵੇਂ ਨੇ? ਉਹ ਪਾਕ ਸਾਫ ਨੇ, ਉਹ ਪਵਿੱਤਰ ਨੇ। ਔਰ ਜਿਹੜਾ ਉੱਥੇ ਸਵਰਗ ਹੈ ਉਹ ਕਿਹੋ ਜਿਹਾ ਗਾ? ਉਹ ਵੀ ਪਵਿੱਤਰ ਹੈ। ਉੱਥੇ ਜੋ ਪਰਮੇਸ਼ਵਰ ਹੈ ਉਹ ਕਿਸ ਤਰ੍ਹਾਂ ਦੇ ਨੇ? ਉਹ ਵੀ ਪਵਿੱਤਰ ਨੇ। ਔਰ ਪਰਮੇਸ਼ਵਰ ਦਾ ਵਚਨ ਕੀ ਹੈ? ਉਹ ਵੀ ਤਾਂ ਪਵਿੱਤਰ ਹੈ। ਪ੍ਰਭੂ ਯਿਸੂ ਮਸੀਹ ਕੌਣ ਹੈ? ਉਹ ਵੀ ਪਵਿੱਤਰ ਨੇ। ਔਰ ਆਤਮਾ ਕੀ ਹੈ? ਉਹ ਵੀ ਤਾਂ ਪਵਿੱਤਰ ਆਤਮਾ ਹੈ। ਉੱਥੇ ਸੋਨਾ ਕਿਹੋ ਜਿਹਾ ਗਾ? ਉਹ ਵੀ ਸ਼ੁੱਧ ਹੈ। ਮਤਲਬ ਸਵਰਗ ਦੇ ਵਿੱਚ ਜਾਣ ਦੇ ਲਈ ਸ਼ੁੱਧਤਾ ਹੋਣੀ ਬਹੁਤ ਜ਼ਰੂਰੀ ਹੈ। ਸਵਰਗ ਦੇ ਵਿੱਚ ਜਾਣ ਦੇ ਲਈ ਪਾਕ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਪਰਮੇਸ਼ਵਰ ਸਾਨੂੰ ਆਪਣੇ ਵਚਨ ਦੇ ਰਾਹੀਂ ਉਹ ਸ਼ੁੱਧ ਕਰਦੇ ਨੇ। ਇਸ ਲਈ ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਸਾਨੂੰ ਕੀ ਕਰਦੇ ਨੇ? ਉਹ ਤਾਂ ਪਾਕ ਸਾਫ਼ ਕਰਦੇ ਨੇ। ਤੇ ਆਪਾਂ ਵੀ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਆਪਣੇ ਆਪ ਨੂੰ ਸ਼ੁੱਧ ਕਰਦੇ ਹੋਏ, ਆਪਣੇ ਆਪ ਨੂੰ ਪਾਕ ਸਾਫ਼ ਕਰਦੇ ਹੋਏ ਪਰਮੇਸ਼ਵਰ ਦੇ ਰਾਜ ਲਈ ਤਿਆਰ ਹੋਣਾ ਗਾ। ਹਰ ਪਰਮੇਸ਼ਵਰ ਦਾ ਜੋ ਵਚਨ ਹੈ ਉਹ ਇਨਸਾਨ ਨੂੰ ਬਲ ਦਿੰਦਾ ਗਾ। ਪਰਮੇਸ਼ਵਰ ਦਾ ਵਚਨ ਇਨਸਾਨ ਨੂੰ ਉਹ ਸਾਮਰਥ ਦਿੰਦਾ ਗਾ। ਪਰਮੇਸ਼ਵਰ ਦਾ ਵਚਨ ਇਨਸਾਨ ਦੇ ਅੰਦਰ ਕੀ ਹੈ? ਉਹ ਤਾਂ ਜੋਸ਼ ਭਰ ਦਿੰਦਾ ਗਾ। ਜਦ ਇਨਸਾਨ ਪਰਮੇਸ਼ਵਰ ਦੇ ਵਚਨ ਨੂੰ ਸੁਣਦਾ ਗਾ ਤਾਂ ਇਨਸਾਨ ਦੇ ਅੰਦਰ ਕੀ ਆ ਜਾਂਦਾ ਕਿ ਇੱਕ ਜੋਸ਼ ਆ ਜਾਂਦਾ ਗਾ। ਫਿਰ ਇਨਸਾਨ ਨੂੰ ਲੱਗਦਾ ਕਿ ਮੈਂ ਹੁਣ ਸਭ ਕੁਝ ਕਰ ਸਕਦਾ ਗਾ। ਹੁੰਦਾ ਜਾਂ ਨਹੀਂ ਹੁੰਦਾ? ਕੋਈ ਐਸਾ ਵਚਨ ਸਿੱਖੋ, ਕਈ ਵਾਰ ਐਸਾ ਵਚਨ ਪਰਮੇਸ਼ਵਰ ਸਿਖਾਉਂਦੇ ਨੇ ਕਿ ਇਨਸਾਨ ਦੇ ਅੰਦਰ ਐਸਾ ਜੋਸ਼ ਆ ਜਾਂਦਾ ਗਾ ਕਿ ਅੱਜ ਤੋਂ ਬਾਅਦ 2.5 ਘੰਟੇ ਕੀ ਮੈਂ 3 ਘੰਟੇ ਦੇਣ ਨੂੰ ਤਿਆਰ ਹਾਂ। ਅੱਜ ਤੋਂ ਬਾਅਦ ਮੈਂ 7 ਵਜੇ ਨਹੀਂ, ਮੈਂ ਤਾਂ 5 ਵਜੇ ਉੱਠਿਆ ਕਰਾਂਗਾ। ਜਦੋਂ ਇਨਸਾਨ ਵਚਨ ਨੂੰ ਸੁਣਦਾ ਗਾ ਤੇ ਮਤਲਬ ਇਨਸਾਨ ਦੇ ਅੰਦਰ ਵਚਨ ਦਾ ਕੀ ਆ ਜਾਂਦਾ ਗਾ? ਜੋਸ਼ ਆ ਜਾਂਦਾ ਗਾ। ਮਤਲਬ ਪਰਮੇਸ਼ਵਰ ਦਾ ਜੋ ਵਚਨ ਹੈ ਉਹ ਇਨਸਾਨ ਨੂੰ ਕੀ ਕਰਦਾ ਗਾ? ਉਹ ਬਲ ਦਿੰਦਾ ਗਾ, ਉਹ ਸਾਮਰਥ ਦਿੰਦਾ ਗਾ। ਉਹ ਪਰਮੇਸ਼ਵਰ ਦਾ ਵਚਨ ਕੀ ਕਰਦਾ ਗਾ ਇਨਸਾਨ ਨੂੰ? ਉਹ ਤਾਂ ਸ਼ੁੱਧ ਕਰਦਾ ਗਾ। ਅੱਜ ਪਰਮੇਸ਼ਵਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ। ਲੇਕਿਨ ਜੋ ਪਰਮੇਸ਼ਵਰ ਦਾ ਵਚਨ ਹੈ ਇਸ ਨੂੰ ਸਮਝਣ ਦੇ ਲਈ ਇਨਸਾਨ ਨੂੰ ਸੰਸਾਰ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਹੋ ਸਕਦਾ ਇਨਸਾਨ ਦੇ ਕੋਲ ਸੰਸਾਰ ਦਾ ਗਿਆਨ ਬਹੁਤ ਹੋਵੇ, ਹੋ ਸਕਦਾ ਗਾ ਇਨਸਾਨ ਦੇ ਕੋਲ ਆਪਣੀ ਸਮਝ ਬਹੁਤ ਹੋਵੇ, ਹੋ ਸਕਦਾ ਗਾ ਇਨਸਾਨ ਦੇ ਕੋਲ ਪੜ੍ਹਾਈ ਲਿਖਾਈ ਡਿਗਰੀਆਂ ਬਹੁਤ ਹੋਣ, ਲੇਕਿਨ ਪਰਮੇਸ਼ਵਰ ਦੇ ਵਚਨ ਨੂੰ ਸਮਝਣ ਦੇ ਲਈ ਉਹ ਕੋਈ ਪੜ੍ਹਾਈ ਲਿਖਾਈ ਦੀ ਜ਼ਰੂਰਤ ਨਹੀਂ, ਕਿਸੇ ਡਿਗਰੀ ਦੀ ਜ਼ਰੂਰਤ ਨਹੀਂ, ਇਨਸਾਨ ਦੇ ਗਿਆਨ ਦੀ ਜ਼ਰੂਰਤ ਨਹੀਂ। ਕਿਉਂਕਿ ਆਪਾਂ ਗੱਲ ਕਰੀਏ ਜੋ ਪਰਮੇਸ਼ਵਰ ਦਾ ਦਾਸ ਸੀਗਾ ਸੰਤ ਪੌਲਸ, ਕੀ ਉਹਦੇ ਕੋਲ ਗਿਆਨ ਹੈ ਸੀ ਜਾਂ ਨਹੀਂ ਸੀ? ਗਿਆਨ ਹੈਗਾ ਸੀਗਾ। ਕਿਹੜਾ ਗਿਆਨ ਸੀ ਉਹਦੇ ਕੋਲ? ਸੰਸਾਰ ਦਾ ਕਿਹੜਾ ਗਿਆਨ ਸੀ ਉਹਦੇ ਕੋਲ? ਉਹਦੇ ਕੋਲ ਵੀ ਵਚਨ ਦਾ ਹੀ ਸੀ ਜੀ, ਮੂਸਾ ਦਾ। ਉਹਦੇ ਕੋਲ ਮੂਸਾ ਦੇ ਵਚਨ ਦਾ ਗਿਆਨ ਸੀਗਾ। ਆ ਜਿਹੜਾ ਉਹ ਗਿਆਨ ਸੀਗਾ ਕਿ ਜਿਹੜਾ ਗਿਆਨ ਆਪਣੇ ਪੌਲਸ ਦੇ ਕੋਲ ਸੀਗਾ, ਕੀ ਉਸ ਗਿਆਨ ਦੇ ਨਾਲ ਉਹ ਬਚ ਜਾਂਦਾ? ਕਿ ਪੁਰਾਣਾ ਨੇਮ ਜੋ ਹੈਗਾ ਇਨਸਾਨ ਦੇ ਕੋਲ, ਅੱਜ ਵੀ ਸਾਡੇ ਕੋਲ ਪੁਰਾਣਾ ਨੇਮ ਹੈ। ਜਿਹੜਾ ਪੌਲਸ ਮੰਨਦਾ ਸੀਗਾ ਪਰਮੇਸ਼ਵਰ ਦੇ ਪੁਰਾਣੇ ਨੇਮ ਨੂੰ, ਬਾਈਬਲ ਵਿੱਚ ਜੋ ਪੁਰਾਣਾ ਨੇਮ ਹੈ ਉਹਨੂੰ ਪੌਲਸ ਮੰਨਦਾ ਸੀਗਾ। ਕਿ ਉਹਦੇ ਅਨੁਸਾਰ ਉਹ ਚੱਲਦਾ ਸੀ ਜਾਂ ਨਹੀਂ ਚੱਲਦਾ ਸੀਗਾ? ਚੱਲਦਾ ਸੀਗਾ। ਔਰ ਬਾਈਬਲ ਦੇ ਵਿੱਚ ਲਿਖਿਆ ਵੀ ਆ, ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਫਿਲਿਪੀਆ ਉਹਦਾ 3 ਅਧਿਆਇ ਉਹਦਾ 5 ਵਚਨ। ਜਨਮ ਤੋਂ 8ਵੇਂ ਦਿਨ ਦਾ ਸੁਨਤ ਕੀਤਾ ਹੋਇਆ ਮੈਂ ਇਸਰਾਇਲ ਦੇ ਵੰਸ਼ ਅਤੇ ਬਨਿਆਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀਆਂ ਸਰਾ ਦੀ ਪੁੱਛੋ ਦਾ ਫਰੀਸੀ। ਦੇਖੋ ਸੰਤ ਪੌਲਸ ਕੌਣ ਸੀਗਾ? ਇਬਰਾਨੀ, ਇਬਰਾਨੀ। ਕੌਣ ਸੀਗਾ? ਫਰੀਸੀ, ਰੋਮੀ। ਹਾਂ। ਸੰਤ ਪੌਲਸ ਕੌਣ ਸੀਗਾ? ਇਜ਼ਰਾਈਲ ਦੇ ਵਿੱਚੋਂ, ਬਿਨਿਆਮੀਨ ਦੇ ਗੋਤ ਵਿੱਚੋਂ। ਔਰ ਕੀ ਸੀਗਾ? 8ਵੇਂ ਦਿਨ ਦਾ ਸੁਨਤ ਕੀਤਾ ਹੋਇਆ। ਮਤਲਬ ਜੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਉਹ ਸਾਰੀ ਗੱਲ ਨੂੰ ਕੀ ਸੀਗਾ? ਸੰਤ ਪੌਲਸ ਮੰਨਦਾ ਸੀਗਾ, ਉਸ ਨੂੰ ਉਹ ਮੰਨ ਕੇ ਚੱਲਦਾ ਵੀ ਸੀਗਾ। ਫਿਰ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ ਕਿ ਮੈਂ ਕੀ ਸੀਗਾ? ਫਰੀਸੀ ਸੀਗਾ। ਫਰੀਸੀ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਫਰੀਸੀ ਕਿਹੋ ਜਿਹੇ ਲੋਕ ਸੀਗੇ। ਬਾਈਬਲ ਦੇ ਵਿੱਚ ਫਰੀਸੀਆਂ ਬਾਰੇ ਕੀ ਲਿਖਿਆ ਹੈਗਾ? ਫਿਰ ਪੜ੍ਹੋ 6। ਆਖਰੀ ਪੁੱਛੋ ਤਾਂ ਕਲੀਸਿਆ ਦਾ ਸਤਾਉਣ ਵਾਲਾ। ਦੇਖੋ ਅਣਖ, ਅਣਖ ਮਤਲਬ ਜਲਨ। ਜਲਨ ਕਿਹਦੇ ਲਈ? ਕਲੀਸਿਆ ਨੂੰ ਸਤਾਉਣ ਵਾਲਾ। ਹਾਂ, ਜਲਨ ਕਿਹਦੇ ਲਈ ਸੀਗੀ? ਕਲੀਸਿਆ ਤੋਂ ਸਤਾਉਣਾ ਸੀਗਾ। ਜਲਨ ਜਿਹੜੇ ਉਹ ਪੁਰਾਣੇ ਨੇਮ ਨੂੰ ਲੋਕ ਨਹੀਂ ਮੰਨਦੇ। ਜਲਨ ਸੀਗੀ ਪਰਮੇਸ਼ਵਰ ਦੇ ਲਈ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਜਲਨ ਕੀ ਸੀਗੀ? ਪਰਮੇਸ਼ਵਰ ਦੇ ਲਈ। ਕਿਉਂਕਿ ਬਾਈਬਲ ਵਿੱਚ ਲਿਖਿਆ ਸੀਗਾ ਪੁਰਾਣੇ ਨੇਮ ਦੇ ਵਿੱਚ ਕਿ ਇਹ ਇਸਰਾਇਲ ਤੇਰਾ ਇੱਕੋ ਹੀ ਪਰਮੇਸ਼ਵਰ ਹੈ। ਇੱਕ ਪਰਮੇਸ਼ਵਰ ਤੋਂ ਦੂਜਾ ਪਰਮੇਸ਼ਵਰ ਨਹੀਂ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਕੀ ਕਹਿੰਦੇ ਸੀਗੇ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ। ਮਤਲਬ ਉਹਨੂੰ ਜਲਨ ਹੁੰਦੀ ਸੀਗੀ ਕਿ ਮੇਰੇ ਪਰਮੇਸ਼ਵਰ ਤੋਂ ਬਿਨਾ ਕੋਈ ਵੀ ਪਰਮੇਸ਼ਵਰ ਨਹੀਂ ਹੈ। ਫਿਰ ਪੁੱਤਰ ਕਿੱਥੋਂ ਆ ਗਿਆ?
ਮਤਲਬ ਐਸੀ ਜਲਨ ਰੱਖਦਾ ਸੀਗਾ, ਐਸੀ ਅਣਖ ਰੱਖਦਾ ਸੀਗਾ। ਫਿਰ ਅੱਗੇ ਐਸੀ ਅਣਖ ਦੇ ਵਿੱਚ ਕੀ ਸੀਗਾ, ਜਿਹੜੇ ਲੋਕ ਮਸੀਹ ਦੇ ਵਿੱਚ ਆ ਚੁੱਕੇ ਸੀਗੇ, ਜਿਨ੍ਹਾਂ ਲੋਕਾਂ ਨੇ ਤੋਬਾ ਕੀਤੀ ਸੀ, ਵਿਸ਼ਵਾਸ ਕੀਤਾ ਸੀ, ਬਪਤਿਸਮਾ ਲਿਆ ਸੀ, ਪਵਿੱਤਰ ਆਤਮਾ ਪਾਇਆ ਸੀਗਾ, ਉਹ ਕਲੀਸਿਆ ਦਾ ਹਿੱਸਾ ਬਣ ਚੁੱਕੇ ਸੀਗੇ। ਔਰ ਉਹਨਾਂ ਲੋਕਾਂ ਨੂੰ ਸਤਾਉਂਦਾ ਸੀਗਾ। ਕਿਉਂ? ਕਿਉਂਕਿ ਉਹ ਲੋਕ ਫਰੀਸੀ ਸੀ, ਸੌਰੀ ਉਹ ਲੋਕ ਕੌਣ ਸੀਗੇ? ਇਸਰਾਇਲੀ ਲੋਕ ਸੀਗੇ। ਔਰ ਇਸਰਾਇਲ ਦੇ ਵਿੱਚ ਕੋਈ ਹੋਰ ਪਰਮੇਸ਼ਵਰ ਨੂੰ ਮੰਨੇ, ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਇਸਰਾਇਲ ਦੇ ਵਿੱਚ ਅਗਰ ਕੋਈ ਹੋਰ ਪਰਮੇਸ਼ਵਰ ਦਾ ਨਾਮ ਲਵੇ ਤਾਂ ਇਹਨੂੰ ਕੀ ਹੁੰਦਾ ਸੀਗਾ? ਇਹਨੂੰ ਬਹੁਤ ਕ੍ਰੋਧ ਆਉਂਦਾ ਸੀਗਾ, ਇਹਨੂੰ ਬਹੁਤ ਜਲਨ ਆਉਂਦੀ ਸੀਗੀ। ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡਾ ਪਰਮੇਸ਼ਵਰ ਕੌਣ ਹੈ। ਤੁਹਾਡਾ ਇੱਕੋ ਹੀ ਪਰਮੇਸ਼ਵਰ ਹੈ, ਲੇਕਿਨ ਤੁਸੀਂ ਤਾਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹੋ। ਇਹਦੇ ਵਿੱਚ ਐਸੀ ਜਲਨ ਆ ਚੁੱਕੀ ਸੀਗੀ। ਇਹਦੀ ਜਲਨ ਗਲਤ ਨਹੀਂ ਸੀਗੀ ਆਪਣੇ ਪਰਮੇਸ਼ਵਰ ਨੂੰ ਲੈ ਕੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈਗਾ ਤੁਹਾਡਾ ਇੱਕੋ ਹੀ ਪਰਮੇਸ਼ਵਰ ਹੈ। ਲੇਕਿਨ ਇਹ ਜਿਹੜਾ ਪੁਰਾਣਾ ਨਿਯਮ ਸੁਣਿਆ ਸੀਗਾ ਇਹਨੇ, ਜਿਹੜਾ ਪੁਰਾਣਾ ਨਿਯਮ ਸਿੱਖਿਆ ਸੀਗਾ ਇਹਨੇ, ਉਹਦੇ ਅਨੁਸਾਰ ਇਹ ਕਰਦਾ ਵੀ ਸੀਗਾ। ਫਿਰ ਅੱਗੇ ਕੀ ਲਿਖਿਆ ਜੀ? ਸ਼ਰਾਬ ਵਾਲੇ ਧਰਮ ਦੀ ਪੁੱਛੋ ਦਾ ਨਿਰਦੋਸ਼। ਦੇਖੋ ਸਰਾਂ ਦੇ ਵਿੱਚ ਇੰਨਾ ਪਰਫੈਕਟ ਸੀਗਾ, ਸਰਾਂ ਦੇ ਵਿੱਚ ਇੰਨਾ ਮਤਲਬ ਸਹੀ ਚੱਲਦਾ ਸੀਗਾ ਕਿ ਕੋਈ ਵੀ ਦੋਸ਼ ਨਹੀਂ ਸੀਗਾ ਇਹਦੇ ਵਿੱਚ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਜੋ ਸੰਤ ਪੌਲਸ ਦੀ ਗੱਲ ਕਰਦੇ ਆ, ਸੰਤ ਪੌਲਸ ਦੇ ਕੋਲ ਪੁਰਾਣੇ ਨਿਯਮ ਦਾ ਗਿਆਨ ਬਹੁਤ ਸੀਗਾ, ਪੁਰਾਣੇ ਨਿਯਮ ਦਾ ਗਿਆਨ ਬਹੁਤ ਸੀਗਾ। ਲੇਕਿਨ ਜੋ ਸੰਤ ਪੌਲਸ ਸੀਗਾ, ਇਹ ਪੁਰਾਣੇ ਨਿਯਮ ਦੇ ਗਿਆਨ ਦੇ ਨਾਲ ਪਰਮੇਸ਼ਵਰ ਨੂੰ, ਜੋ ਪਰਮੇਸ਼ਵਰ ਦੀ ਸੱਚਾਈ ਸੀਗੀ, ਉਹਨੂੰ ਜਾਣ ਨਹੀਂ ਸਕਿਆ ਕਿ ਪਰਮੇਸ਼ਵਰ ਸਾਨੂੰ ਕਹਿਣਾ ਕੀ ਚਾਹੁੰਦੇ ਨੇ। ਪਰਮੇਸ਼ਵਰ ਪੁਰਾਣੇ ਨਿਯਮ ਦੇ ਵਿੱਚ ਕਹਿਣਾ ਕੀ ਚਾਹੁੰਦੇ ਸੀਗੇ, ਔਰ ਨਵੇਂ ਨਿਯਮ ਦੇ ਵਿੱਚ ਪਰਮੇਸ਼ਵਰ ਨੇ ਕੀ ਕਿਹਾਗਾ। ਆਪਣੇ ਗਿਆਨ ਦੇ ਨਾਲ, ਜੋ ਸਿੱਖਿਆ ਸੀਗਾ ਉਹਦੇ ਗਿਆਨ ਦੇ ਨਾਲ, ਜਾਂ ਸੰਸਾਰ ਦੇ ਗਿਆਨ ਦੇ ਨਾਲ, ਜਿਸ ਤਰ੍ਹਾਂ ਸਿੱਖਿਆ ਸੀਗਾ ਉਹਦੇ ਨਾਲ ਇਹ ਪਰਮੇਸ਼ਵਰ ਨੂੰ ਜਾਣ ਨਹੀਂ ਸਕਿਆ। ਹਾਂ, ਜਿਵੇਂ ਸਿੱਖਿਆ ਸੀਗਾ ਬਸ ਉਹਨੂੰ ਫੜਿਆ ਹੋਇਆ ਸੀਗਾ, ਉਹਦੇ ਅਨੁਸਾਰ ਕਰਦਾ ਜ਼ਰੂਰ ਸੀਗਾ, ਲੇਕਿਨ ਸਹੀ ਦੇ ਵਿੱਚ ਜਿਸ ਤਰ੍ਹਾਂ ਇਸ ਨੂੰ ਪਰਮੇਸ਼ਵਰ ਦੇ ਵਿੱਚ ਵਧਣਾ ਚਾਹੀਦਾਗਾ ਉਸ ਤਰ੍ਹਾਂ ਹੀ ਵੱਧ ਨਹੀਂ ਸਕਿਆ। ਫਿਰ ਅੱਗੇ ਪੜੋ ਮੇਰੇ ਨਾਲ, ਗਲਾਤੀਆਂ ਉਹਦਾ 1 ਅਧਿਆਇ, ਉਹਦਾ 11 ਵਚਨ ਪੜੋ। हे ਭਰਾਵੋ, ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚਿਤਾਰਦਾ ਹਾਂ ਕਿ ਉਹ ਇਨਸਾਨ ਦੇ ਅਨੁਸਾਰ ਨਹੀਂ ਹੈ। ਹੁਣ ਦੇਖੋ ਸੰਤ ਪੌਲਸ ਕਹਿੰਦੇ ਨੇ ਵੀ ਦੇਖੋ ਭਾਈਓ, ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਦੱਸੀ ਹੈ ਇਹ ਇਨਸਾਨ ਦੀ ਵੱਲੋਂ ਨਹੀਂ ਹੈ, ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਜਿਹੜੀ ਮੈਂ ਤੁਹਾਨੂੰ ਸਿਖਾਈ ਹੈ, ਫਿਰ ਉਹ ਮੈਨੂੰ ਨਾ ਤਾਂ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਉਹ ਯੀਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ। ਦੇਖੋ ਹੁਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਕਰ ਰਹੇ ਨੇ। ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਿ ਦਮਿਸ਼ਕ ਦੇ ਵਿੱਚ ਜਦੋਂ ਜਾ ਰਿਹਾ ਸੀ ਕਲੀਸਿਆ ਨੂੰ ਸਤਾਉਣ ਦੇ ਲਈ, ਤਾਂ ਰਸਤੇ ਵਿੱਚ ਉਸ ਦੀ ਮੁਲਾਕਾਤ ਪਰਮੇਸ਼ਵਰ ਦੇ ਨਾਲ ਹੋਈ ਸੀਗੀ। ਤੇ ਉਸ ਤੋਂ ਬਾਅਦ ਜਦੋਂ ਇਸ ਨੂੰ ਪਤਾ ਚੱਲਿਆ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਹੈ, ਪ੍ਰਭੂ ਯਿਸੂ ਮਸੀਹ ਨੇ ਇਨਸਾਨ ਦੇ ਲਈ ਆਪਣਾ ਲਹੂ ਬਹਾਇਆਗਾ, ਤਾਂ ਇਸ ਨੇ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਸੌਂਪ ਦਿੱਤਾ। ਹੁਣ ਇਹ ਸੰਤ ਪੌਲਸ ਉਸ ਗੱਲ ਨੂੰ ਕਿੱਥੇ ਲਿਖ ਰਿਹਾ ਹੈਗਾ? ਗਲਾਤੀਆਂ ਦੇ ਲੋਕਾਂ ਦੇ ਵਿੱਚ ਲਿਖ ਕੇ ਦੱਸ ਰਿਹਾ ਹੈਗਾ। ਫਿਰ ਅੱਗੇ ਕੀ ਲਿਖਿਆਗਾ ਕਿ ਮੈਨੂੰ ਜੋ ਗਿਆਨ ਹੋਇਆਗਾ, ਜਿਹੜਾ ਮੈਨੂੰ ਪ੍ਰਕਾਸ਼ਨ ਮਿਲਿਆਗਾ, ਇਹ ਮੈਨੂੰ ਕਿਸੇ ਇਨਸਾਨ ਦੇ ਕੋਲੋਂ ਨਹੀਂ ਮਿਲਿਆ, ਲੇਕਿਨ ਮੈਨੂੰ ਕਿੱਥੋਂ ਮਿਲਿਆਗਾ? ਇਹ ਤਾਂ ਮੈਨੂੰ ਖੁਦ ਪ੍ਰਭੂ ਯਿਸੂ ਮਸੀਹ ਨੇ ਦਿੱਤਾਗਾ। ਫਿਰ ਅੱਗੇ ਪੜੋ। ਕਿਉਂ ਜੋ ਯਹੂਦੀਆਂ ਦੇ ਮਤ ਵਿੱਚ ਜਿਹੜਾ ਅੱਗੇ ਮੇਰਾ ਚੱਲਣ ਸੀ, ਸੋ ਤੁਸੀਂ ਉਹਦੀ ਖਬਰ ਸੁਣ ਹੀ ਲਈ ਭਾਈ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਹੱਦੋਂ ਬਾਹਰ ਸਤਾਉਂਦਾ ਅਤੇ ਉਹਨੂੰ ਬਰਬਾਦ ਕਰਦਾ ਸਾਂ। ਦੇਖੋ ਪਹਿਲਾਂ ਜਿਹੋ ਜਿਹਾ ਮੈਂ ਸੀਗਾ, ਪਹਿਲਾਂ ਜਿਹੋ ਜਿਹਾ ਮੇਰਾ ਚਾਲ ਚੱਲਣ ਸੀਗਾ, ਜਿਸ ਤਰ੍ਹਾਂ ਮੈਂ ਚੱਲਦਾ ਸੀਗਾ, ਤੁਸੀਂ ਸੁਣਿਆ ਸੀਗਾ, ਤੁਸੀਂ ਜਾਣਦੇ ਸੀਗੇ ਕਿ ਮੈਂ ਕਿਹੋ ਜਿਹਾ ਸੀਗਾ। ਮੈਂ ਤਾਂ ਐਸਾ ਸੀਗਾ ਕਿ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਸਤਾਇਆਗਾ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਬਹੁਤ ਸਤਾਇਆਗਾ, ਹੱਦੋਂ ਵੱਧ ਸਤਾਇਆਗਾ। ਫਿਰ ਅੱਗੇ ਅਤੇ ਆਪਣੇ ਵੱਡਿਆਂ ਦੀਆਂ ਰੀਤਾਂ ਲਈ ਡਾਢਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਮਤ ਵਿੱਚ ਆਪਣੀ ਕੌਮ ਦੇ ਬਾਲੇ ਹਾਣੀਆਂ ਨਾਲੋਂ ਸਿਰ ਕੱਢ ਸਾਂ। ਦੇਖੋ ਕੀ ਦੱਸ ਰਿਹਾਗਾ ਕਿ ਮੇਰੇ ਦਿਨ ਹਾਨ ਦੇ ਸੀਗੇ, ਮੈਂ ਉਹਨਾਂ ਤੋਂ ਵੀ ਕੀ ਸੀਗਾ? ਸਭ ਤੋਂ ਵਧੀਆ ਸੀਗਾ। ਹੁਣ ਦੇਖੋ ਆਪਣੇ ਬਾਰੇ ਦੱਸ ਰਿਹਾਗਾ ਕਿ ਮੇਰਾ ਜੋ ਜੀਵਨ ਸੀਗਾ, ਮੇਰੇ ਵਿੱਚ ਕੋਈ ਵੀ ਦੋਸ਼ ਨਹੀਂ ਸੀਗਾ, ਮੇਰੇ ਵਿੱਚ ਕੋਈ ਵੀ ਕਮੀ ਨਹੀਂ ਸੀਗੀ, ਲੇਕਿਨ ਮੈਂ ਜੋ ਪੁਰਾਣੇ ਨਿਯਮ ਦੀ ਮਤਲਬ ਆਗਿਆ ਸੀਗੀਆਂ ਉਹਨਾਂ ਨੂੰ ਮੈਂ ਪੂਰਾ ਕਰਦਾ ਸੀਗਾ, ਉਹਨਾਂ ਨੂੰ ਮੈਂ ਮਤਲਬ ਜਾਣਦਾ ਸੀਗਾ, ਉਹਨਾਂ ਨੂੰ ਮੰਨਦਾ ਸੀਗਾ। ਪਰ ਮੈਂ ਆਪਣੇ ਪਰਮੇਸ਼ਵਰ ਦੇ ਲਈ ਇੱਕ ਬਹੁਤ ਹੀ ਵੱਡਾ ਅਣਖੀ ਸੀਗਾ, ਬਹੁਤ ਹੀ ਵੱਡਾ ਅਣਖੀ ਸੀਗਾ। ਲੇਕਿਨ ਜਦੋਂ ਮੇਰੀ ਨਵੇਂ ਨਿਯਮ ਦੇ ਵਿੱਚ ਮਤਲਬ ਦੱਸ ਰਹੇ ਨੇ ਕਿ ਉਸ ਤੋਂ ਬਾਅਦ ਜਦੋਂ ਮੇਰੀ ਮੁਲਾਕਾਤ ਹੋਈ ਪ੍ਰਭੂ ਯਿਸੂ ਮਸੀਹ ਦੇ ਨਾਲ, ਤਾਂ ਮੈਂ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਸੌਂਪ ਦਿੱਤਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਹੁਣ ਦੇਖੋ ਇਹ ਸੰਤ ਪੌਲਸ ਜਦੋਂ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਦੇ ਦਿੱਤਾਗਾ, ਤਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਤੋਂ ਬਾਅਦ ਸੰਤ ਪੌਲਸ ਦੇ ਜੀਵਨ ਦੇ ਵਿੱਚ ਕਿੰਨਾ ਕੁਝ ਹੋਇਆਗਾ। ਆਪਾਂ ਸਾਰੇ ਜਾਣਦੇ ਹਾਂ ਕਿ ਸੰਤ ਪੌਲਸ ਨੇ ਕਿੰਨੀ ਮਾਰ ਖਾਧੀ, ਕਿੰਨੇ ਦੁੱਖ ਸਹਿਣ ਕੀਤੇ, ਕਿੰਨੀ ਨਿੰਦਿਆ ਹੋਈ, ਕਿੰਨੀ ਪਰੇਸ਼ਾਨੀਆਂ ਸੰਤ ਪੌਲਸ ਨੂੰ ਝੱਲਣੀਆਂ ਪਈਆਂ। ਹਰ ਇੱਕ ਵਾਰ ਮੇਰੇ ਨਾਲ ਵਚਨ ਪੜ੍ਹ ਲਓ ਤੁਸੀਂ। ਤੇ ਦੂਜਾ ਕੋਰਿੰਥੀਆ ਉਹਦਾ 11 ਅਧਿਆਇ,
ਉਹਦਾ 22 ਵਚਨ ਪੜੋ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਅੱਜ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਵਾਲੇ ਜਾ ਰਹੇ ਹਨ। ਪੜੋ। ਕੀ ਉਹ ਇਬਰਾਨੀ ਹਨ, ਮੈਂ ਵੀ ਹਾਂ। ਕੀ ਉਹ ਦੇਖੋ। ਇਸਰਾਏਲੀ ਹਨ, ਮੈਂ ਵੀ ਹਾਂ। ਕੀ ਉਹ ਅਬਰਾਹਮ ਦੇ ਅੰਸ਼ ਹਨ, ਮੈਂ ਵੀ ਹਾਂ। ਦੇਖੋ ਸੰਤ ਪੌਲਸ ਕੀ ਕਰ ਰਹੇ ਨੇ, ਇੱਥੇ ਤੁਲਨਾ ਕਰ ਰਹੇ ਨੇ ਉਹਨਾਂ ਲੋਕਾਂ ਦੇ ਵਿੱਚ। ਅੱਜ ਲੋਕ ਤੁਲਨਾ ਕਰਦੇ ਨੇ, ਕਿਵੇਂ ਕਰਦੇ ਨੇ? ਉਹਦੇ ਕੋਲ ਕਿੰਨੇ ਪੈਸੇ ਨੇ, ਮੇਰੇ ਕੋਲ ਕਿੰਨੇ ਨੇ। ਸੇਵਕ ਲੋਕ ਤੁਲਨਾ ਕਰਦੇ ਨੇ, ਉਹਦੇ ਲਈ ਕਿੰਨੀ ਕਲੀਸਿਆ ਗਈ, ਮੇਰੇ ਲਈ ਕਿੰਨੀ ਕਲੀਸਿਆ ਗਈ। ਮਤਲਬ ਇਨਸਾਨ ਅਗਰ ਤੁਲਨਾ ਕਰਦਾਗਾ ਆਪਣੀ ਕਿਸੇ ਦੇ ਨਾਲ, ਤਾਂ ਉਹ ਕਾਹਦੇ ਲਈ ਤੁਲਨਾ ਕਰਦਾਗਾ? ਉਹ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਤੁਲਨਾ ਕਰਦਾਗਾ। ਅੱਜ ਅਗਰ ਸੇਵਕ ਲੋਕ ਇਕੱਠੇ ਹੋ ਜਾਣ, ਉਹ ਜਾਂਚਦੇ ਨੇ ਉਹਨੂੰ, ਭਾਈ ਤੇਰੇ ਲਈ ਕਿੰਨੇ ਸੰਗਤ ਹੈ, ਤੇਰੇ ਲਈ ਕਿੰਨੇ ਲੋਕ ਨੇ। ਉਹ ਦੇਖਣਾ ਚਾਹੁੰਦੇ ਨੇ ਕਿ ਇਹਦੇ ਤੋਂ ਮੈਂ ਕਿੱਥੇ ਵੱਡਾਂਗਾ। ਫਿਰ ਤੁਸੀਂ ਮਹੀਨੇ ਵਿੱਚ ਕਿੰਨੇ ਬਖਸ਼ਿਸ਼ ਦੇ ਦਿੰਦੇ ਹੋ, ਸਾਲ ਵਿੱਚ ਕਿਵੇਂ ਬਖਸ਼ਿਸ਼ ਦਿੰਦੇ ਹੋ, ਮਤਲਬ ਕੀ ਗੱਲਬਾਤ ਹੈ। ਇਨਸਾਨ ਕੀ ਕਰਦਾਗਾ? ਉਹ ਚੈੱਕ ਕਰਦਾਗਾ ਕਿਸੇ ਨੂੰ। ਲੇਕਿਨ ਸੰਤ ਪੌਲਸ ਕੀ ਕਹਿੰਦਾਗਾ? ਪੜੋ ਅੱਗੇ। ਕੀ ਉਹ ਮਸੀਹ ਦੇ ਸੇਵਕ ਹਨ, ਹਾਂ ਮੈਂ ਬੇਸ਼ੁੱਧ ਵਾਂਗੂ ਬੋਲਦਾ ਹਾਂ। ਹਾਂ, ਮੈਂ ਵਧੀਕ ਹਾਂ। ਦੇਖੋ ਅਗਰ ਉਹ ਪਰਮੇਸ਼ਵਰ ਦੇ ਸੇਵਕ ਨੇ ਤਾਂ ਮੈਂ ਬੇਸ਼ੁੱਧ ਹੋ, ਮਤਲਬ ਮੈਂ ਹੋਸ਼ ਦੇ ਵਿੱਚ ਵੀ ਨਹੀਂ ਆ। ਮੈਂ ਕਹਿੰਦਾ ਮੈਂ ਜ਼ਿਆਦਾ ਸੇਵਕ ਉਹਨਾਂ ਦਾ, ਪਰਮੇਸ਼ਵਰ ਦਾ ਮੈਂ ਜ਼ਿਆਦਾ ਸੇਵਕ ਹਾਂ। ਕਿਹੜੀ ਗੱਲ ਦੇ ਵਿੱਚ ਅੱਗੇ? ਅਰਥਾਤ ਮਿਹਨਤਾਂ ਵਿੱਚ ਵਧੀਕ। ਹਾਂ ਦੇਖੋ, ਅਗਰ ਇਨਸਾਨ ਤੁਲਨਾ ਕਰਦਾਗਾ ਤਾਂ ਕਿਸੇ ਹੋਰ ਚੀਜ਼ ਵਿੱਚ ਤੁਲਨਾ ਕਰਦਾਗਾ। ਜਲਨ ਕਰਦਾ ਇਨਸਾਨ। ਅਗਰ ਕੋਈ ਆਂਢੀ ਗੁਆਂਢੀ ਕੋਈ ਚੀਜ਼ ਲਿਆਉਂਦਾਗਾ ਤਾਂ ਗੁਆਂਢੀ ਨੂੰ ਜਲਨ ਹੋ ਜਾਂਦੀ ਹੈ। ਲੇਕਿਨ ਸੰਤ ਪੌਲਸ ਦੇ ਅੰਦਰ ਦੇਖੋ ਜਲਨ ਕੈਸੀ ਹੈ। ਜਲਨ ਸੰਤ ਪੌਲਸ ਦੇ ਅੰਦਰ ਕੈਸੀ ਹੈ? ਉਹ ਆਤਮਾ ਦੀ ਜਲਨ ਹੈ। ਕਿਹੜੀ ਗੱਲ ਦੇ ਵਿੱਚ? ਇਹ ਮਿਹਨਤ ਕਰਦਾਗਾ, ਮੈਂ ਇਸ ਤੋਂ ਜ਼ਿਆਦਾ ਮਿਹਨਤ ਕਰਨੀ ਹੈ। ਇਹ 2 ਘੰਟੇ ਦਿੰਦਾ ਪਰਮੇਸ਼ਵਰ ਨੂੰ, ਮੈਂ 2.5 ਘੰਟੇ ਦੇਵਾਂਗਾ ਪਰਮੇਸ਼ਵਰ ਨੂੰ। ਇਹ 3 ਘੰਟੇ ਦਿੰਦਾਗਾ, ਮੈਂ 3.5 ਘੰਟੇ ਕਰਾਂਗਾ। ਇਹ ਇੱਕ ਦਿਨ ਦੇ ਵਿੱਚ 10 ਚੈਪਟਰ ਪੜ੍ਹਦਾਗਾ, ਮੈਂ 15 ਪੜਾਂਗਾ। ਇਹ ਕੀ ਹੋਣੀ ਚਾਹੀਦੀ ਹੈ? ਇਹ ਇੱਕ ਜਲਨ ਹੋਣੀ ਚਾਹੀਦੀ ਹੈ। ਇਹ ਇੱਕ ਕੀ ਹੋਣੀ ਚਾਹੀਦੀ ਹੈ ਅੰਦਰ? ਇੱਕ ਮਤਲਬ ਐਸੀ ਜਿਹਨੂੰ ਕਹਿੰਦੇ ਨੇ ਜਲਨ, ਇਹ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ। ਲੇਕਿਨ ਅੱਜ ਇਨਸਾਨ ਦੇ ਅੰਦਰ ਜਲਨ ਕੈਸੀ ਹੈ? ਉਹਦਾ ਜਲਨ ਐਸੀ ਹੋ ਚੁੱਕੀ ਹੈ ਕਿ ਇਹਨੂੰ ਮੈਂ ਕਿੱਥੇ ਸਿੱਟ ਸਕਾਂ, ਇਹ ਤੋਂ ਮੈਂ ਕਿੱਥੇ ਵੱਟਾਂਗਾ। ਲੇਕਿਨ ਸੰਤ ਪੌਲਸ ਦੇ ਅੰਦਰ ਐਸੀ ਗੱਲ ਕੋਈ ਵੀ ਨਹੀਂ ਹੈ। ਫਿਰ ਅੱਗੇ ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਥੋਂ ਮਾਰ, ਮੌਤਾਂ ਵਿੱਚ ਬਹੁਤ ਵਾਰੀ। ਦੇਖੋ ਇਹ ਕੀ ਹੈ? ਇੱਕ ਜਲਨ ਹੈ। ਮੈਂ ਕੈਦ ਕੱਟੀ ਹੈ, ਆਓ ਮੇਰੇ ਸਾਹਮਣੇ ਕਿਹਨੇ ਮੇਰੇ ਬਰਾਬਰ ਕੈਦ ਕੱਟੀ ਹੋਵੇ। ਮੈਂ ਮਾਰ ਖਾਧੀ ਹੈ, ਦੱਸੋ ਮੈਨੂੰ ਦੱਸੋ ਤੁਹਾਡੇ ਵਿੱਚੋਂ ਕਿਹਨੇ ਪ੍ਰਭੂ ਯਿਸੂ ਮਸੀਹ ਦੀ ਮਾਰ ਖਾਧੀ ਹੈ। ਮੈਂ ਦੁੱਖ ਸਹਿਨ ਕੀਤਾਗਾ, ਦੱਸੋ ਮੈਨੂੰ ਤੁਹਾਡੇ ਵਿੱਚੋਂ ਕਿਹਨੇ ਪ੍ਰਭੂ ਯਿਸੂ ਮਸੀਹ ਦੇ ਦੁੱਖ ਸਹਿਨ ਕੀਤਾਗਾ। ਮਤਲਬ ਇਦਾਂ ਦੀ ਕੋਈ ਗੱਲਬਾਤ ਨਹੀਂ ਕਰਦਾ ਇਨਸਾਨ। ਮੈਂ ਦਿਨ ਦੇ ਵਿੱਚ 15-20 ਚੈਪਟਰ ਪੜ੍ਹਦਾਗਾ ਬਾਈਬਲ ਦੇ, ਤੁਹਾਡੇ ਵਿੱਚੋਂ ਕਿਹੜਾ ਪੜ੍ਹਦਾਗਾ? ਐਸੀ ਜਲਨ ਇਨਸਾਨ ਦੇ ਜੀਵਨ ਦੇ ਵਿੱਚ ਦਿਖਾਈ ਨਹੀਂ ਦਿੰਦੀ। ਅਗਰ ਐਸੀ ਜਲਨ ਇਨਸਾਨ ਦੇ ਅੰਦਰ ਨਹੀਂ ਹੈ ਤੇ ਉਹ ਇਨਸਾਨ ਕਦੇ ਵੀ ਨਹੀਂ ਦੌੜ ਸਕਦਾ, ਉਹ ਇਨਸਾਨ ਕਦੇ ਵੀ ਅੱਗੇ ਨਹੀਂ ਵੱਧ ਸਕਦਾ। ਲੇਕਿਨ ਸੰਤ ਪੌਲਸ ਦੇ ਅੰਦਰ ਦੇਖੋ ਕੀ ਹੈ? ਇੱਕ ਦੌੜ ਹੈ। ਸੰਤ ਪੌਲਸ ਦੇ ਅੰਦਰ ਕੀ ਹੈ? ਇੱਕ ਤਾਂ ਸਭ ਤੋਂ ਵੱਡਾ ਉਹਨੂੰ ਦੁੱਖ ਇਹ ਗੱਲ ਦਾ ਸੀਗਾ ਕਿ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਪਰੇਸ਼ਾਨ ਕੀਤਾਗਾ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਸਤਾਇਆਗਾ। ਲੇਕਿਨ ਬਾਅਦ ਦੇ ਵਿੱਚ ਸੰਤ ਪੌਲਸ ਲਿਖਦਾਗਾ ਕਿ ਮੈਂ ਤਾਂ ਅਗਰ ਕਿਸੇ ਨਾਲ ਤੁਲਨਾ ਕਰਾਂ, ਤੁਲਨਾ ਮੈਂ ਇਸ ਨਹੀਂ ਕਰਦਾ ਕਿ ਮੈਂ ਕਿੰਨੇ ਬਪਤਿਸਮੇ ਦਿੱਤੇ ਨੇ। ਤੁਲਨਾ ਤਾਂ ਮੈਂ ਇਹ ਕਰਦਾਗਾ ਕਿ ਮੈਂ ਮਸੀਹ ਦੇ ਵਿੱਚ ਕਿੰਨਾ ਕਸ਼ਟ ਸਹਿਨ ਕੀਤਾਗਾ, ਮੈਂ ਕਿੰਨਾ ਦੁੱਖ ਸਹਿਨ ਕੀਤਾਗਾ। ਅਗਰ ਤੁਸੀਂ ਇਸ ਨੂੰ ਪੜੋਗੇ ਅੱਗੇ ਪੜੋ ਜੀ। ਮੈਂ 5 ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ 40 ਕੋਰੜੇ ਖਾਦੇ, 3 ਵਾਰ ਬੈਂਤਾਂ ਦੀ ਮਾਰ ਖਾਦੀ, 1 ਵਾਰ ਪਥਰਾਅ ਹੋਇਆ, 3 ਵਾਰ ਬੇੜੇ ਦੇ ਗਰਕਣ ਤੋਂ ਦੁੱਖ ਭੋਗਿਆ, 1 ਰਾਤ ਦਿਨ ਸਮੁੰਦਰ ਵਿੱਚ ਕੱਟਿਆ। ਦੇਖੋ ਮੈਂ ਕੋੜੇ ਖਾਦੇ, ਮੈਂ ਬੈਂਤਾਂ ਦੀ ਮਾਰ ਖਾਦੀ, ਮੈਂ ਪਥਰਾਓ ਕੀਤਾ ਗਿਆ, ਮੈਂ ਦਿਨ ਰਾਤ ਪਾਣੀ ਵਿੱਚ ਰਿਹਾ। ਇਹ ਕੀ ਹੈ? ਸੰਤ ਪੌਲਸ ਨੇ ਦੁੱਖ ਸਹਿਨ ਕੀਤਾ ਹੈਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਕੀ ਸਾਡੇ ਵਿੱਚ ਐਸੀ ਜਲਨ ਹੈ ਪਰਮੇਸ਼ਵਰ ਦੇ ਲਈ? ਅਸੀਂ ਇਸ ਤਰ੍ਹਾਂ ਬੋਲ ਸਕਦੇ ਹਾਂ ਕਿ ਮੈਂ ਪਰਮੇਸ਼ਵਰ ਲਈ ਦੁੱਖ ਸਹਿਨ ਕੀਤਾ ਹੈਗਾ, ਜਦ ਕਿ ਸਹੀ ਦੇ ਵਿੱਚ ਜਦ ਪਰਮੇਸ਼ਵਰ ਦੇ ਵਿੱਚ ਇਹ ਸੰਤ ਪੌਲਸ ਨਹੀਂ ਸੀਗਾ, ਇਹ ਤਾਂ ਲੋਕਾਂ ਨੂੰ ਸਤਾਉਂਦਾ ਸੀਗਾ, ਲੋਕਾਂ ਦਾ ਮਾਰਦਾ ਕੁੱਟਦਾ ਸੀਗਾ, ਲੋਕ ਇਹਦੇ ਨਾਮ ਤੋਂ ਵੀ ਡਰਦੇ ਸੀਗੇ। ਲੇਕਿਨ ਜਦੋਂ ਪਰਮੇਸ਼ਵਰ ਦੇ ਵਿੱਚ ਆ ਚੁੱਕਿਆਗਾ, ਫਿਰ ਲੋਕਾਂ ਨੇ ਇਹਨੂੰ ਸਤਾਉਣਾ ਸ਼ੁਰੂ ਕਰਤਾ, ਲੋਕਾਂ ਨੇ ਮਾਰਨਾ ਸ਼ੁਰੂ ਕਰਤਾ। ਹਾਲੇਲੂਇਆ, ਹਾਲੇਲੂਇਆ। ਲੋਕਾਂ ਦੇ ਦੁੱਖ ਦੇ ਮਤਲਬ ਦੁੱਖ ਦਿੰਦੇ ਸੀ ਲੋਕ ਇਹਨੂੰ ਪਰੇਸ਼ਾਨ ਕਰਨ ਲੱਗ ਪਏ। ਕੋੜੇ ਮਾਰੇ ਗਏ, ਬੈਂਤਾਂ ਦੀ ਮਾਰ ਮਾਰੀ ਗਈ, ਪਥਰਾਓ ਕੀਤਾ ਗਿਆ। ਪਥਰਾਓ ਕਰਨ ਤੋਂ ਬਾਅਦ ਇਦਾਂ ਲੱਗਿਆ ਮਰ ਗਿਆਗਾ, ਘਸੀਟ ਕੇ ਬਾਹਰ ਲੈ ਗਏ ਇਹਨੂੰ, ਨਗਰ ਦੇ ਵਿੱਚੋਂ ਬਾਹਰ ਲੈ ਗਏ। ਲੇਕਿਨ ਫਿਰ ਖੜਾ ਹੋ ਕੇ ਫਿਰ ਵਾਪਸ ਆ ਗਿਆ। ਪਾਣੀ ਦੇ ਵਿੱਚ 12 ਘੰਟੇ ਮਤਲਬ 24 ਘੰਟੇ, 12 ਦਿਨ ਦੇ 12 ਰਾਤ ਦੇ 24 ਘੰਟੇ ਪਾਣੀ ਵਿੱਚ ਰਿਹਾ। ਲੇਕਿਨ ਦੇਖੋ ਕੀ ਕਹਿੰਦਾਗਾ,
ਕਿ ਮੈਂ ਸਭ ਤੋਂ ਵੱਡਾ ਹਾਂ। ਕਿਹੜੀ ਗੱਲਾਂ ਦੇ ਵਿੱਚ? ਕਿਹੜੀ ਗੱਲ ਦੇ ਵਿੱਚ? ਦੁੱਖ ਸਹਿਣ ਦੇ ਵਿੱਚ, ਨਿੰਦਿਆ ਸਹਿਣ ਦੇ ਵਿੱਚ, ਕਸ਼ਟ ਸਹਿਣ ਦੇ ਵਿੱਚ ਮੈਂ ਕੀ ਹਾਂ? ਮੈਂ ਵੱਡਾ ਹਾਂ। ਲੇਕਿਨ ਮੈਂ ਕੀ ਹਾਂ? ਮੈਂ ਸਭ ਤੋਂ ਛੋਟਾ ਹਾਂ ਸੇਵਾ ਦੇ ਵਿੱਚ, ਮਤਲਬ ਰਸੂਲਾਂ ਤੋਂ ਮੈਂ ਸਭ ਤੋਂ ਛੋਟਾ ਹਾਂ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਅੱਜ ਇਨਸਾਨ ਤੁਲਨਾ ਕਰਦਾ ਗਾ। ਅੱਜ ਇਨਸਾਨ ਅਗਰ ਥੋੜਾ ਜਿਹਾ ਪਰਮੇਸ਼ਵਰ ਲਈ ਇਸਤੇਮਾਲ ਹੋ ਜਾਏ ਤਾਂ ਉਹਨੂੰ ਲੱਗਦਾ ਮੈਂ ਵੱਡਾ ਹੋ ਗਿਆ। ਅੱਜ ਇਨਸਾਨ ਦੇ ਦੁਆਰਾ ਕੋਈ ਚਮਤਕਾਰ ਹੋ ਜਾਏ ਤਾਂ ਇਨਸਾਨ ਨੂੰ ਲੱਗਦਾ ਗਾ ਕਿ ਪਰਮੇਸ਼ਵਰ ਨੇ ਮੇਰਾ ਇਸਤੇਮਾਲ ਕੀਤਾ ਗਾ, ਮੈਂ ਕੀ ਹਾਂ? ਮੈਂ ਤਾਂ ਪਤਾ ਨਹੀਂ ਕਿੱਡਾ ਵੱਡਾ ਬਣ ਗਿਆ ਗਾ। ਲੇਕਿਨ ਸੰਤ ਪੌਲਸ ਕਹਿੰਦਾ ਗਾ ਅਗਰ ਤੁਲਨਾ ਹੀ ਕਰਨੀ ਹੈ ਤਾਂ ਇਸ ਤਰ੍ਹਾਂ ਤੁਲਨਾ ਕਰਕੇ ਦੇਖੋ ਨਾ, ਤੁਹਾਡੇ ਵਿੱਚੋਂ ਕਿਹਦੀ ਕਿਹਦੀ ਨਿੰਦਿਆ ਹੋਈ। ਕਦੇ ਪੁੱਛ ਕੇ ਦੇਖੋ ਕਿ ਦੂਜੇ ਨੂੰ, ਭਾਈ ਤੂੰ 8 ਸਾਲ ਤੋਂ ਮਸੀਹ ਦੇ ਵਿੱਚ ਹੈ, ਤੂੰ 5 ਸਾਲ ਤੋਂ ਮਸੀਹ ਦੇ ਵਿੱਚ ਹੈ, ਤੂੰ 10 ਸਾਲ ਤੋਂ ਮਸੀਹ ਦੇ ਵਿੱਚ ਹੈ, ਤੈਂ ਕਿੰਨੀ ਸਹਿਣ ਕੀਤਾ, ਤੇਰੀ ਕਿੰਨੀ ਵਾਰ ਨਿੰਦਿਆ ਹੋਈ, ਕਿੰਨੀ ਵਾਰ ਤੈਨੂੰ ਮਸੀਹ ਦੇ ਨਾਮ ਦੇ ਕਰਕੇ ਗਾਲਾਂ ਪਈਆਂ, ਕਿੰਨੀ ਵਾਰ ਤੈਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਜਲੀਲ ਹੋਣਾ ਪਿਆ। ਇੱਕ ਵੀ ਨਹੀਂ ਹੋਣਾ। ਕਿਉਂ? ਕਿਸੇ ਨੂੰ ਮੌਕਾ ਨਹੀਂ ਦਿੰਦੇ। ਅਗਰ ਕਿਤੇ ਮੌਕਾ ਮਿਲਦਾਗਾ ਤਾਂ ਫਿਰ ਉਹਨੂੰ ਅੱਖਾਂ ਕੱਢ ਕੇ ਡਰਾ ਦਿੰਦੇ ਆ, ਜਾਂ ਫਿਰ ਕਹਿੰਦੇ ਅਸੀਂ ਕਿਹੜਾ ਚੂੜੀਆਂ ਪਾਈਆਂ ਹੋਈਆਂ ਨੇ, ਆ ਜਾ ਫਿਰ ਭੱਜਦੇ ਨੂੰ ਦੋਹਾਂ ਨੂੰ ਮਾਨ ਇੱਕੋ ਵਰਗੇ ਨਾਲ ਆ ਜਾ, ਫਿਰ ਇੱਧਰ ਆ ਜਾ। ਮਤਲਬ ਕਿਤੇ ਮੌਕਾ ਨਹੀਂ ਮਿਲਿਆ। ਲੇਕਿਨ ਸੰਤ ਪੌਲਸ ਉਹ ਕਹਿੰਦਾ ਵੀ ਜੇ ਕੋਈ ਹੈ ਤਾਂ ਮੈਨੂੰ ਦੱਸੋ। ਇਨਸਾਨ ਮਸੀਹ ਦੇ ਵਿੱਚ ਆ ਚੁੱਕਿਆ ਗਾ, ਅੱਜ ਤੁਲਨਾ ਕਰਦਾ ਗਾ ਮੇਰੇ ਲਈ ਕਿੰਨੀ ਆਸੀਸ ਹੈ, ਔਰ ਜਿਹੜੇ ਮੇਰੀ ਨਾਲ ਸੰਗਤ ਵਿੱਚ ਆਉਂਦੇ ਨੇ ਉਹਦੇ ਲਈ ਕਿੰਨੀ ਆਸੀਸ ਹੈ, ਮੇਰੇ ਲਈ ਕਿੰਨਾ ਕਾਰੋਬਾਰ ਹੈ, ਦੂਜੇ ਲਈ ਕਿੰਨਾ ਕਾਰੋਬਾਰ ਹੈ। ਮਸੀਹ ਦੇ ਵਿੱਚ ਆ ਕੇ ਵੀ ਇਨਸਾਨ ਕੀ ਹੈ? ਉਹ ਸੰਸਾਰ ਦੇ ਬਾਰੇ ਸੋਚ ਰਿਹਾ ਗਾ, ਸੰਸਾਰ ਦੀਆਂ ਗੱਲਾਂ ਬਾਰੇ ਸੋਚ ਰਿਹਾ ਗਾ। ਲੇਕਿਨ ਆਤਮਾ ਦੀ ਗੱਲ ਕਰੀਏ, ਆਤਮਾ ਦੇ ਉੱਪਰ ਕਿਸੇ ਦਾ ਵੀ ਮਨ ਨਹੀਂ ਹੈ, ਆਤਮਾ ਦੀ ਗੱਲਾਂ ਦੇ ਉੱਪਰ ਕਿਸੇ ਦਾ ਵੀ ਮਨ ਨਹੀਂ ਹੈ। ਅੱਜ ਕਿੰਨੇ ਲੋਕ ਨੇ ਜੋ ਇੱਕੋ ਵਰਦਾਨ ਲੈ ਕੇ ਬੈਠੇ ਹੋਏ ਨੇ ਪਰਾਈ ਭਾਸ਼ਾ ਦਾ। ਕਿੰਨੇ ਸਮੇਂ ਤੋਂ ਮਿਲਿਆ ਇੱਕੋ ਵਰਦਾਨ। ਕਦੇ ਜਲਨ ਹੋਈ, ਉਹ ਨਾਲ ਤੈਨੂੰ ਇੱਕ ਵਰਦਾਨ ਹੋਰ ਮਿਲ ਗਿਆ, ਔਰ ਮੈਂ ਵੀ ਇੱਕ ਵਰਦਾਨ ਹੋਰ ਲੈਣਾ ਗਾ, ਮੈਂ ਮਿਹਨਤ ਕਰਨੀ ਉਹਦੇ ਲਈ ਨਹੀਂ, ਬਸ ਮਿਲ ਗਿਆ ਵਰਦਾਨ, ਇੱਥੇ ਬਹੁਤ ਹੈ। ਤੇ ਕਾਰੋਬਾਰ ਦੇ ਵਿੱਚ ਮੈਂ ਮੇਰੇ ਬੱਚਿਆਂ ਵਾਸਤੇ, ਅੱਗੇ ਪੋਤੀ ਪੋਤਿਆਂ ਵਾਸਤੇ ਵੀ ਕਰਨਾ ਗਾ, ਤੇ ਖੁਦ ਵਾਸਤੇ ਇਨਸਾਨ ਕੁਝ ਵੀ ਨਹੀਂ ਕਰ ਰਿਹਾ। ਆਤਮਾ ਦੇ ਲਈ ਇਨਸਾਨ ਕੁਝ ਵੀ ਨਹੀਂ ਕਰ ਰਿਹਾ। ਹੁਣ ਦੇਖੋ ਸੰਤ ਪੌਲਸ ਦੀ ਗੱਲ ਕਰੀਏ, ਅਗਰ ਤੁਸੀਂ 11 ਅਧਿਆਇ ਪੜ੍ਹਦੇ ਹੋ ਤਾਂ ਸੰਤ ਪੌਲਸ ਨਾਲ ਜਿੰਨਾ ਕੁਝ ਹੋਇਆਗਾ ਲਿਖਿਆ ਸੰਤ ਪੌਲਸ ਦੇ ਬਾਰੇ ਕਿ ਉਸਨੇ ਸਾਰੀ ਗੱਲ ਨੂੰ ਖੋਲ ਕੇ ਲਿਖਿਆਗਾ। ਲੇਕਿਨ ਇੱਕ ਗੱਲ ਸੰਤ ਪੌਲਸ ਦੇ ਜੀਵਨ ਦੇ ਵਿੱਚ ਦਿਖਾਈ ਦਿੰਦੀ ਹੈ। ਕੀ ਦਿਖਾਈ ਦਿੰਦੀ ਹੈ? ਕਿ ਸੰਤ ਪੌਲਸ ਜੋ ਉਹ ਇੱਕ ਗੱਲ ਬੋਲਦਾਗਾ। ਕਿਹੜੀ ਗੱਲ? ਮੇਰੇ ਨਾਲ ਵਚਨ ਪੜੋ, ਪਹਿਲਾ ਕੁਰਿੰਥੀਆਂ 9 ਅਧਿਆਇ ਉਹਦਾ 24 ਵਚਨ। ਕਿ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭੇ ਦੌੜਦੇ ਹਨ, ਪਰ ਇਨਾਮ ਇੱਕੋ ਲੈ ਜਾਂਦਾ ਹੈ। ਕਿਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ। ਦੇਖੋ ਸੰਤ ਪੌਲਸ ਕਹਿੰਦੇ ਦੌੜ ਦੇ ਵਿੱਚ ਤਾਂ ਬਹੁਤ ਲੋਕ ਦੌੜਦੇ ਨੇ, ਬਹੁਤ ਲੋਕ ਦੌੜ ਵਿੱਚ ਦੌੜਦੇ ਨੇ, ਲੇਕਿਨ ਇਨਾਮ ਕਿਸੇ ਇੱਕ ਨੂੰ ਮਿਲਦਾਗਾ, ਇਨਾਮ ਕਿਸੇ ਇੱਕ ਨੂੰ ਮਿਲਦਾਗਾ। ਲੇਕਿਨ ਮੈਂ ਇਹ ਕਹਿੰਦਾ ਤੁਸੀਂ ਸਾਰੇ ਦੌੜੋ ਤਾਂ ਕਿ ਇਨਾਮ ਤੁਸੀਂ ਲੈ ਜਾਓ। ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਸੰਤ ਪੌਲਸ ਦੂਜੇ ਲੋਕਾਂ ਦੀ ਫਿਕਰ ਕਰਦਾ ਹੈਗਾ, ਜਿਹੜੇ ਲੋਕਾਂ ਨਾਲ ਮਿਲਦਾ ਹੈਗਾ ਉਹਨਾਂ ਦੀ ਫਿਕਰ ਕਰਦਾ ਹੈਗਾ ਕਿ ਦੌੜ ਵਿੱਚ ਭਾਈ ਬਹੁਤ ਲੋਕ ਦੌੜਦੇ ਨੇ, ਲੇਕਿਨ ਇਨਾਮ ਤਾਂ ਕਿਸੇ ਨੂੰ ਇੱਕ ਨੂੰ ਮਿਲਦਾ ਹੈਗਾ। ਪਰ ਮੈਂ ਐਵੇਂ ਕਹਿੰਦਾ ਗਾ ਵੀ ਤੁਸੀਂ ਅਗਰ ਦੌੜਨਾ ਹੀ ਹੈ ਤਾਂ ਸਵਰਗ ਲਈ ਦੌੜੋ। ਮੈਂ ਕਹਿੰਦਾ ਗਾ ਅਗਰ ਤੁਸੀਂ ਦੌੜਨਾ ਹੀ ਹੈ ਤਾਂ ਪਰਮੇਸ਼ਰ ਦੇ ਰਾਜ ਲਈ ਦੌੜੋ, ਔਰ ਇਸ ਤਰ੍ਹਾਂ ਦੌੜੋ ਕਿ ਇਨਾਮ ਤੁਹਾਨੂੰ ਹੀ ਮਿਲ ਜਾਏ। ਫਿਰ ਅੱਗੇ ਲਿਖਿਆ ਬਾਈਬਲ ਦੇ ਵਿੱਚ 26 ਵਚਨ ਪੜੋ। ਜੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ, ਮੈਂ ਇਉਂ ਪੂਰੀ ਲੜਦਾ ਹਾਂ ਪਰ ਉਸ ਵਾਂਗੂ ਨਹੀਂ ਜੋ ਪਾਉਣ ਨੂੰ ਮਾਰਦਾ ਹੈ। ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਸੰਤ ਪੌਲਸ ਕਹਿੰਦਾ ਮੈਂ ਵੀ ਦੌੜਦਾਗਾ, ਲੇਕਿਨ ਮੈਂ ਬੇਵਜ੍ਹਾ ਨਹੀਂ ਦੌੜਦਾ। ਅੱਜ ਇਨਸਾਨ ਦੀ ਦੌੜ ਹੈ, ਅੱਜ ਇਨਸਾਨ ਦੀ ਦੌੜ ਲੱਗੀ ਹੋਈ ਹੈ, ਲੇਕਿਨ ਇਨਸਾਨ ਨੂੰ ਇਹ ਨਹੀਂ ਪਤਾ ਕਿ ਮੈਂ ਦੌੜਨਾ ਕਾਹਦੇ ਲਈ ਹੈ। ਅੱਜ ਇਨਸਾਨ ਦਾ ਜੀਵਨ ਐਸਾ ਹੋ ਚੁੱਕਿਆਗਾ, ਐਸਾ ਜੀਵਨ ਹੋ ਚੁੱਕਿਆਗਾ ਕਿ ਜਿਹੜਾ ਬੱਸ ਦੇ ਵਿੱਚ ਕਨੈਕਟਰ ਹੁੰਦਾਗਾ, ਜਿਹੜਾ ਟਿਕਟਾਂ ਕੱਟਦਾਗਾ, ਸਭ ਤੋਂ ਜ਼ਿਆਦਾ ਸਫ਼ਰ ਉਹੀ ਕਰਦਾਗਾ, ਲੇਕਿਨ ਜਾਣਾ ਵੀ ਕਿਤੇ ਨਹੀਂ ਉਹਨੇ। ਸਭ ਤੋਂ ਜ਼ਿਆਦਾ ਸਫ਼ਰ ਉਹਦਾ ਹੁੰਦਾ ਨਾ। ਮੰਨ ਕੇ ਚਲੋ ਮਰੇਕੋਟ ਤੋਂ ਜਲੰਧਰ ਜਾਣਾਗਾ, ਜਾਊ ਉੱਥੇ ਤੱਕ ਹੀ, ਫਿਰ ਵਾਪਸ ਵੀ ਆਊ, ਲੇਕਿਨ ਕਿਹੜੀ ਮੰਜ਼ਿਲ ਹੈ ਉਹਦੀ? ਕੁਛ ਵੀ ਨਹੀਂ। ਅੱਜ ਇਨਸਾਨ ਦੇ ਲਈ ਇਹੀ ਹੋ ਚੁੱਕਿਆਗਾ। ਇਨਸਾਨ ਦੌੜਦਾ ਜੋ ਬਹੁਤ ਹੈ,
ਬਹੁਤ ਕੁਝ ਇਕੱਠਾ ਕਰਨਾ ਚਾਹੁੰਦਾਗਾ, ਲੇਕਿਨ ਅਖੀਰ ਦੇ ਵਿੱਚ ਉਸਦੇ ਪੱਲੇ ਕੁਝ ਵੀ ਨਹੀਂ ਪੈਂਦਾ। ਪਰ ਸੰਤ ਪੌਲਸ ਕੀ ਕਹਿੰਦਾਗਾ ਕਿ ਮੈਂ ਦੌੜਦਾਗਾ, ਮੈਂ ਬੇਵਜ੍ਹਾ ਨਹੀਂ ਦੌੜਦਾ, ਮਤਲਬ ਬੇਵਜ੍ਹਾ ਨਹੀਂ ਦੌੜਦਾ, ਬੇਥੋਹਾ ਨਹੀਂ ਦੌੜਦਾ, ਲੇਕਿਨ ਮੇਰੀ ਕੋਈ ਵਜ੍ਹਾ ਕੀ ਦੌੜਨ ਦੀ। ਮੈਂ ਲੜਦਾਗਾ, ਮੈਂ ਹਵਾ ਵਿੱਚ ਮੁੱਕੇ ਨਹੀਂ ਮਾਰਦਾ। ਮੈਂ ਕੀ ਕਰਦਾਗਾ, ਮੈਂ ਆਪਣੇ ਆਪ ਨੂੰ ਮਾਰਦਾਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਪਰ ਉਹ ਕਹਿੰਦੀ 27 ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹਨੂੰ ਆਪਣੇ ਵਸ ਵਿੱਚ ਲਿਆਉਂਦਾ, ਭਈ ਐਵੇਂ ਨਾ ਹੋਵੇ ਜੋ ਕਿਤੇ ਮੈਂ ਹੋਰਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ। ਦੇਖੋ ਮੈਂ ਕੀ ਕਰਦਾਗਾ, ਮੈਂ ਲੜਦਾ ਜ਼ਰੂਰ ਹਾਂ, ਮੈਂ ਦੌੜਦਾ ਜ਼ਰੂਰ ਹਾਂ, ਮੈਂ ਕੀ ਕਰਦਾ ਆਪਣੇ ਸਰੀਰ ਨੂੰ ਮਾਰਦਾਗਾ, ਆਪਣੇ ਸਰੀਰ ਨੂੰ ਕੁੱਟਦਾਗਾ। ਕਿਹੜੀ ਗੱਲ ਦੇ ਕਰਕੇ? ਕਿਤੇ ਮੈਂ ਲੋਕਾਂ ਨੂੰ ਸਿਖਾਉਂਦਾ, ਲੋਕਾਂ ਨੂੰ ਬਚਾਉਂਦਾ ਖੁਦ ਨਿਕੰਮਾ ਨਾ ਠਹਿਰ ਜਾਵਾਂ, ਖੁਦ ਨਾਸ ਵਿੱਚ ਨਾ ਚਲਾ ਜਾਵਾਂ। ਕਿਹਨੂੰ ਮਾਰਨਾਗਾ? ਹਾਲੇਲੂਇਆ। ਸੰਤ ਪੌਲਸ ਕਿਹਨੂੰ ਮਾਰਦਾਗਾ? ਸਰੀਰ ਨੂੰ ਮਾਰਦਾਗਾ। ਹੁਣ ਦੇਖੋ ਸੰਤ ਪੌਲਸ ਜਿਸ ਨੇ ਇੰਨੀ ਮਿਹਨਤ ਕੀਤੀ, ਇੰਨਾ ਦੁੱਖ ਸਹਿਣ ਕੀਤਾ, ਇੰਨਾ ਕਸ਼ਟ ਸਹਿਣ ਕੀਤਾ, ਲੇਕਿਨ ਕੀ ਕਹਿੰਦਾਗਾ? ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾਗਾ। ਕਿਉਂ ਮਾਰਦਾ ਕੁੱਟਦਾਗਾ? ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਬਚਾਵਾਂ ਔਰ ਬਾਅਦ ਦੇ ਵਿੱਚ ਮੈਂ ਇਕੱਲਾ ਹੀ ਨਾਸ ਵਿੱਚ ਚਲਾ ਜਾਵਾਂ। ਕਿਹਨੂੰ ਮਾਰਨਾਗਾ? ਸਰੀਰ ਨੂੰ। ਕਿਉਂ ਮਾਰਨਾਗਾ? ਸਰੀਰ ਨੂੰ ਤਾਂ ਸਾਰੇ ਪਿਆਰ ਕਰਦੇ ਨੇ, ਸਰੀਰ ਨੂੰ ਤਾਂ ਪਿਆਰ ਕਰਦੇ ਨੇ। ਅਸੀਂ ਆਪਣੇ ਸਰੀਰ ਨੂੰ ਪਿਆਰ ਕਰਦੇ ਹਾਂ। ਕੋਈ ਵੀ ਇਨਸਾਨ ਆਪਣੇ ਸਰੀਰ ਨੂੰ ਦੁੱਖ ਦੇ ਕੇ ਰਾਜੀ ਨਹੀਂ ਹੈ, ਲੇਕਿਨ ਸੰਤ ਪੌਲਸ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰ ਦਾਂਗਾ। ਤੁਸੀਂ ਕਦੇ ਮਾਰਿਆ ਆਪਣੇ ਸਰੀਰ ਨੂੰ? ਹਾਲੇਲੂਇਆ। ਇਹਦਾ ਮਤਲਬ ਜੇ ਤੁਸੀਂ ਸਰੀਰ ਨੂੰ ਨਹੀਂ ਮਾਰੋਗੇ ਤੇ ਇਹੀ ਸਰੀਰ ਤੁਹਾਨੂੰ ਮਾਰ ਦੇਵੇਗਾ। ਨੀਂਦ ਕਿਹਨੂੰ ਆਉਂਦੀ ਹੈ? ਰਾਤ ਨੂੰ ਕਿਹਨੂੰ ਆਉਂਦੀ ਹੈ? ਹੁਣ ਮਾਰਨਾ, ਨੀਂਦ ਕਿਹਨੂੰ ਚਾਹੀਦੀ ਹੈ? ਸਰੀਰ ਨੂੰ। ਆਤਮਾ ਨੂੰ ਨੀਂਦ ਚਾਹੀਦੀ ਹੈ? ਆਤਮਾ ਨੂੰ ਕੀ ਚਾਹੀਦੀ ਹੈ? ਆਤਮਾ ਨੂੰ ਕੀ ਚਾਹੀਦੀ ਹੈ? ਪ੍ਰਾਰਥਨਾ। ਸਰੀਰ ਨੂੰ ਕੀ ਚਾਹੀਦੀ ਹੈ? ਤੇ ਮਾਰਨਾ ਕਿਹਨੂੰ ਹੈ? ਸਰੀਰ ਨੂੰ। ਹਾਂ, ਸਰੀਰ ਨੂੰ ਮਾਰਨਾਗਾ। ਕਿਹਨੂੰ ਮਾਰਨਾਗਾ? ਜੋ ਨੀਂਦ ਨਾ ਦਊਗਾ ਸਰੀਰ ਨੂੰ ਤਾਂ ਕੀ ਹੋਊਗਾ? ਭੁੱਖ ਕਿਹਨੂੰ ਲੱਗਦੀ ਹੈ? ਸਰੀਰ ਨੂੰ। ਫਿਰ ਜੇ ਵਰਤ ਰੱਖੋਗੇ ਫਿਰ ਕੀ ਹੋਊਗਾ? ਫਿਰ ਇੱਛਾਵਾਂ ਮਤਲਬ ਇੱਛਾ ਜੋ ਆਪਣੀ ਕਿਹੜੀ ਇੱਛਾ? ਕੰਮ ਦੀ ਇੱਛਾ ਜ਼ਿਆਦਾ। 5 ਘੰਟੇ ਨਹੀਂ, 6 ਘੰਟੇ ਨਹੀਂ, 10-12 ਘੰਟੇ ਕੰਮ ਕਰਨਾਗਾ। ਇਹ ਕੀ ਵੱਧ ਗਈ? ਸਰੀਰ ਦੀ ਇੱਛਾ ਵੱਧ ਗਈ। ਅਗਰ ਸਰੀਰ ਦੀ ਇੱਛਾ ਨੂੰ ਮਾਰਨਾਗਾ, 6 ਘੰਟੇ ਕੰਮ ਕਰ ਲਓ, ਸਰੀਰ ਦੀ ਇੱਛਾ ਘਟ ਜੂ, ਸਰੀਰ ਦੀ ਇੱਛਾ ਮਰ ਜੂ, ਤਾਂ ਫਿਰ ਕੀ ਹੈ? ਇਹ ਸਰੀਰ ਨੂੰ ਮਾਰਨਾਗਾ। ਪਰ ਸੰਤ ਪੌਲਸ ਕੀ ਕਹਿੰਦਾਗਾ? ਮੈਂ ਆਪਣੇ ਸਰੀਰ ਨੂੰ ਮਾਰ ਦਾਂਗਾ, ਮੈਂ ਆਪਣੇ ਸਰੀਰ ਨੂੰ ਕੁੱਟ ਦਾਂਗਾ, ਇਹਨੂੰ ਆਪਣੇ ਵਸ ਦੇ ਵਿੱਚ ਰੱਖ ਦਾਂਗਾ। ਸਵੇਰੇ ਰੱਖੋ, ਵਰਤ ਰੱਖ ਲਓ। ਸਵੇਰੇ ਅੱਜ ਸੋਚ ਲਓ ਸਵੇਰੇ ਵਰਤ ਰੱਖਣਾਗਾ, ਮਨ ਦੇ ਵਿੱਚ ਸੋਚ ਲਓ, ਪ੍ਰਾਰਥਨਾ ਕਰ ਲਓ, ਕੱਲ ਨੂੰ ਘਰ ਦੇ ਵਿੱਚ ਕੋਈ ਨਵੀਂ ਆਈਟਮ ਆ ਜਾਓ ਸਵੇਰੇ। ਅਗਰ ਸਰੀਰ ਦੇ ਵਿੱਚ ਤਾਕਤ ਹੈ ਤਾਂ ਸਰੀਰ ਕੋ ਕੁਝ ਖਾ ਲੈ, ਅਗਰ ਸਰੀਰ ਨੂੰ ਕੋਈ ਨਹੀਂ ਤਾਂ ਖਾਣਾ ਹੀ ਨਹੀਂ ਹੈ, ਤੇ ਉਹਦੀ ਇੱਛਾ ਕੀ ਹੈ? ਇੱਛਾ ਮਰ ਗਈ। ਮਤਲਬ ਸਰੀਰ ਨੂੰ ਮਾਰਨਾ, ਸਰੀਰ ਨੂੰ ਕੀ ਹੈ? ਕੁੱਟਣਾ, ਉਹਨੂੰ ਵਸ ਦੇ ਵਿੱਚ ਰੱਖਣਾ। ਹਾਲੇਲੂਇਆ। ਸੰਤ ਪੌਲਸ ਕਹਿੰਦਾਗਾ ਮੈਂ ਮਾਰ ਦਾਂਗਾ, ਮੈਂ ਕੀ ਕਰਦਾਂਗਾ? ਮੈਂ ਆਪਣੇ ਸਰੀਰ ਨੂੰ ਕੁੱਟ ਦਾਂਗਾ, ਆਪਣੇ ਵਸ ਦੇ ਵਿੱਚ ਰੱਖ ਦਾਂਗਾ। ਹੁਣ ਦੇਖੋ ਇੰਨਾ ਆਤਮਿਕ ਇਨਸਾਨ, ਇੰਨਾ ਅੱਗੇ ਵਧਿਆ ਹੋਇਆ ਇਨਸਾਨ, ਇਸ ਨੂੰ ਵੀ ਡਰ ਹੈ ਕਿ ਕਿਤੇ ਮੈਂ ਲੋਕਾਂ ਨੂੰ ਸਿਖਾਉਂਦਾ ਕਿਤੇ ਨਾਸ ਵਿੱਚ ਨਾ ਚਲਾ ਜਾਵਾਂ। ਹਾਲੇਲੂਇਆ। ਹਾਲੇਲੂਇਆ। ਇੱਕ ਵਚਨ ਪੜੋ ਮੇਰੇ ਨਾਲ, 2 ਤਿਮੋਥੀਉਸ ਉਹਦਾ 4 ਅਧਿਆਇ ਉਹਦਾ 5 ਵਚਨ। ਪਰ ਤੂੰ ਸਭਨੀ ਗੱਲੀ ਸੁਚੇਤ ਰਹੀ, ਦੁੱਖ ਝੱਲੀ, ਪ੍ਰਚਾਰਕ ਦਾ ਕੰਮ ਕਰੀ, ਆਪਣੀ ਸੇਵਕਾਂ ਨੂੰ ਪੂਰੀਆਂ ਕਰੀ। ਦੇਖੋ ਪਰਮੇਸ਼ਰ ਦਾ ਦਾਸ ਸੰਤ ਪੌਲਸ ਆਪਣੇ ਸਾਥੀ ਨੂੰ ਲਿਖਦਾਗਾ, ਤਿਮੋਥੀਉਸ ਨੂੰ, ਕੀ ਕਰੀ? ਤੂੰ ਦੁੱਖ ਝੱਲੇ। ਹਾਲੇਲੂਇਆ। ਦੇਖੋ ਅੱਜ ਇਨਸਾਨ ਕਿੱਥੇ ਜਾਣਾ ਚਾਹੁੰਦਾਗਾ? ਸਵਰਗ ਵਿੱਚ ਜਾਣਾ ਚਾਹੁੰਦਾਗਾ। ਮਸੀਹ ਨੂੰ ਮੰਨਣ ਵਾਲੇ ਲੋਕ ਇਹੀ ਕਹਿੰਦੇ ਨੇ ਅਸੀਂ ਸਵਰਗ ਜਾਣਾਗਾ, ਲੇਕਿਨ ਸਹੀ ਦੇ ਵਿੱਚ ਸਵਰਗ ਜਾਣ ਦੇ ਲਈ ਇੰਨਾ ਸੌਖਾ ਨਹੀਂ ਹੈ। ਇਹਦੇ ਲਈ ਕੀ ਕਰਨਾਗਾ? ਦੁੱਖ ਝੱਲਣਾਗਾ। ਸੰਤ ਪੌਲਸ ਇਹੀ ਗੱਲ ਲਿਖਦਾਗਾ। ਕਿਹਨੂੰ? ਆਪਣੇ ਸਾਥੀ ਨੂੰ ਲਿਖਦਾਗਾ ਕਿ ਦੇਖ ਦੁੱਖ ਝੱਲੇ। ਕਿਉਂ? ਕਿਉਂਕਿ ਮੈਂ ਝੱਲ ਕੇ ਆਇਆਗਾ, ਮੈਂ ਝੱਲਿਆਗਾ, ਮੈਂ ਉਨੀਂਦਰਾ ਰਿਹਾਗਾ, ਮੈਂ ਭੁੱਖਾ ਰਿਹਾਗਾ, ਮੈਂ ਪਿਆਸਾ ਰਿਹਾਗਾ, ਮੈਂ ਬੜੇ ਦੁੱਖ ਸਹਿਣ ਕੀਤੇ ਨੇ, ਮੈਂ ਬੜੀ ਮਾਰ ਖਾਧੀ ਹੈ, ਲੇਕਿਨ ਕੀ ਕਰ ਤੂੰ? ਦੁੱਖ ਝੱਲੀ, ਫਿਰ ਪ੍ਰਚਾਰਕ ਦਾ ਕੰਮ ਕਰੀ। ਹਾਂ, ਪਰਮੇਸ਼ਰ ਦਾ ਕੰਮ ਕਰਦਾ ਰਹੇ, ਪਰਮੇਸ਼ਰ ਦੇ ਕੰਮ ਵਿੱਚ ਬਣਿਆ ਰਹੇ, ਔਰ ਪਰਮੇਸ਼ਰ ਨੇ ਜੋ ਤੈਨੂੰ ਕੰਮ ਦਿੱਤਾਗਾ ਉਹਦੀ ਸੇਵਾ ਵਿੱਚ ਲੱਗਿਆ ਰਹੇ। ਦੇਖੋ
ਪਰਮੇਸ਼ਵਰ ਦਾ ਦਾਸ ਸੰਤ ਪੌਲਸ ਆਪਣੇ ਸਾਥੀ ਨੂੰ ਵੀ ਸਿਖਾ ਰਿਹਾ ਗੱਲਾਂ। ਕਿਉਂ? ਕਿਉਂਕਿ ਪਹਿਲਾਂ ਪੂਰੀਆਂ ਕਰਕੇ ਦਿਖਾਈਆਂ ਉਹਨੇ। ਉਸ ਨੂੰ ਡਰ ਸੀਗਾ ਕਿ ਕਿਤੇ ਮੈਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਮੈਂ ਪਰਮੇਸ਼ਵਰ ਦੇ ਰਾਜ ਤੋਂ ਨਾ ਚਲਾ ਜਾਵਾਂ, ਮੈਂ ਪਰਮੇਸ਼ਵਰ ਦੇ ਜੋ ਸਵਰਗ ਹੈ ਉਸ ਤੋਂ ਮੈਂ ਕਿਤੇ ਲਾਂਭੇ ਨਾ ਹੋ ਜਾਵਾਂ। ਇਹਨੂੰ ਡਰ ਕਿਉਂ ਹੈ? ਇਸ ਨੂੰ ਡਰ ਕਿਉਂ, ਕਿਹੜੀ ਗੱਲ ਦਾ ਗਾ? ਕਿਉਂਕਿ ਇਸ ਤਰ੍ਹਾਂ ਹੋ ਚੁੱਕਿਆ ਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਕਿਉਂਕਿ ਪਰਮੇਸ਼ਵਰ ਜਦ ਵੀ ਕੋਈ ਕੰਮ ਕਰਦੇ ਨੇ ਤਾਂ ਇਦਾਂ ਨਹੀਂ ਕਿ ਬਾਈਬਲ ਦੇ ਵਿੱਚ ਸਿਰਫ ਐਸੇ ਲੋਕਾਂ ਦੀਆਂ ਗੱਲਾਂ ਲਿਖੀਆਂ ਨੇ ਕਿ ਜਿਨ੍ਹਾਂ ਨੇ ਚੰਗਾ ਚੰਗਾ ਕੀਤਾਗਾ। ਪਰਮੇਸ਼ਵਰ ਨੇ ਐਸੇ ਲੋਕਾਂ ਦੀਆਂ ਗੱਲਾਂ ਵੀ ਲਿਖੀਆਂ ਨੇ ਕਿ ਜਿਨ੍ਹਾਂ ਨੇ ਬਹੁਤ ਚੰਗਾ ਕੀਤਾਗਾ, ਉਸ ਤੋਂ ਬਾਅਦ ਉਹਨਾਂ ਨੇ ਗਲਤ ਕੀਤਾਗਾ। ਉਹ ਗੱਲ ਨੂੰ ਲਿਖਿਆਗਾ। ਔਰ ਸੰਤ ਪੌਲਸ ਪੁਰਾਣੇ ਨੇਮ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ ਮੂਸਾ ਦੀ ਵਿਵਸਥਾ ਨੂੰ। ਪਰਮੇਸ਼ਵਰ ਨੇ ਜਦੋਂ ਮੂਸਾ ਨੂੰ ਕਿਹਾ ਸੀਗਾ ਕਿ ਇਜ਼ਰਾਈਲ ਪ੍ਰਜਾ ਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚ ਬਾਹਰ ਕੱਢ ਕੇ ਲਿਆ, ਤਾਂ ਕੋਈ ਦੱਸ ਸਕਦਾਗਾ ਉਸ ਪ੍ਰਜਾ ਦੀ ਗਿਣਤੀ ਕਿੰਨੀ ਸੀਗੀ? 6,03,550। ਹੁਣ ਦੇਖੋ ਉੱਥੋਂ ਪਰਮੇਸ਼ਵਰ ਨੇ ਬਾਹਰ ਕੱਢਿਆ ਮੂਸਾ ਦੇ ਰਾਹੀਂ। ਕਿੱਥੇ ਲੈ ਕੇ ਜਾਣਾ ਸੀਗਾ? ਕਨਾਨ ਦੇਸ਼। ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਕੀ ਪਰਮੇਸ਼ਵਰ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਲੈ ਕੇ ਜਾਣਾ ਚਾਹੁੰਦੇ ਸੀਗੇ? ਸਾਰਿਆਂ ਨੂੰ ਹੀ ਲੈ ਕੇ ਜਾਣਾ ਚਾਹੁੰਦੇ ਸੀਗੇ। ਹੁਣ ਦੇਖੋ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਜਦੋਂ ਮੂਸਾ ਉਸ ਪ੍ਰਜਾ ਨੂੰ ਬਾਹਰ ਕੱਢ ਕੇ ਲੈ ਕੇ ਆਇਆ ਤਾਂ ਰਸਤੇ ਵਿੱਚ ਕਈ ਵਾਰ ਵਚਨ ਸੁਣਿਆਗਾ ਕਿੰਨੀ ਗੜਬੜੀ ਹੋਈ, ਲੇਕਿਨ ਉਸ ਜਗ੍ਹਾ ਕਿੰਨੇ ਪਹੁੰਚੇ? ਦੋ ਪਹੁੰਚੇ। ਕੌਣ? ਯਹੋਸ਼ੂਆ ਤੇ ਕਾਲੇਬ। ਹੁਣ ਇਸ ਗੱਲ ਨੂੰ ਕੀ ਸੰਤ ਪੌਲਸ ਜਾਣਦੇ ਸੀ ਜਾਂ ਨਹੀਂ ਜਾਣਦੇ ਸੀਗੇ? ਜਾਣਦੇ ਸੀਗੇ। ਸੰਤ ਪੌਲਸ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀਗੇ। ਲੇਕਿਨ ਜਿਸ ਦੇ ਉੱਪਰ ਇਹ ਜ਼ਿੰਮੇਵਾਰੀ ਸੀਗੀ, ਕੌਣ ਸੀਗਾ? ਮੂਸਾ। ਕੀ ਮੂਸਾ ਉੱਥੇ ਪਹੁੰਚਿਆ? ਮੂਸਾ ਉੱਥੇ ਨਹੀਂ ਪਹੁੰਚਿਆ। ਔਰ ਬਾਈਬਲ ਵਿੱਚ ਕੀ ਲਿਖਿਆਗਾ ਜੋ ਆਪਾਂ ਪੜ੍ਹਿਆ ਸੀਗਾ ਵਚਨ ਕਿ ਦੌੜ ਵਿੱਚ ਤਾਂ ਸਾਰੇ ਦੌੜਦੇ ਨੇ, ਇਨਾਮ ਕੋਈ ਇੱਕ ਲੈ ਕੇ ਜਾਂਦਾਗਾ। ਲੇਕਿਨ ਮੈਂ ਕਹਿੰਦਾਗਾ ਤੁਸੀਂ ਕਿਵੇਂ ਦੌੜੋ? ਇਸ ਤਰ੍ਹਾਂ ਦੌੜੋ ਕਿ ਨਾਮ ਤੁਸੀਂ ਲੈ ਜਾਓ। ਹੁਣ ਦੇਖੋ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਕਨਾਨ ਦੇਸ਼ ਤੱਕ ਪਹੁੰਚਣਾ ਸੀਗਾ। ਕਿੰਨੇ ਨਿਕਲੇ? 6,03,550। ਕਿੰਨੇ ਦੌੜੇ? 6,03,550। ਜਦੋਂ ਉਹ ਦੌੜੇ ਤੇ ਉਹਨਾਂ ਲਈ ਕੀ ਸੀਗਾ? ਕਨਾਨ ਦੇਸ਼। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਹਨਾਂ ਲਈ ਕੀ ਸੀਗਾ? ਕਨਾਨ ਦੇਸ਼ ਰੱਖਿਆ ਹੋਇਆ ਸੀਗਾ। ਲੇਕਿਨ ਉਹਦੇ ਵਿੱਚ ਕੀ ਹੋਇਆ? ਰਸਤੇ ਵਿੱਚ ਕੁਝ ਲੋਕ ਗੜਬੜੀ ਕਰ ਗਏ ਤੇ ਕਿੰਨੇ ਰਹਿ ਗਏ? 2 ਲੋਕ ਰਹਿ ਗਏ। ਹੁਣ ਇਹ ਗੱਲ ਨੂੰ ਦਿਮਾਗ ਦੇ ਵਿੱਚ ਬਿਠਾਇਆ ਹੋਇਆ ਸੀਗਾ ਕਿਹਨੇ? ਸੰਤ ਪੌਲਸ ਨੇ। ਕਿਉਂਕਿ ਜਿਹੜਾ ਲੈ ਕੇ ਆ ਰਿਹਾ ਸੀਗਾ ਉਹਨਾਂ ਨੂੰ, ਜਿਹੜਾ ਉਹਨਾਂ ਦਾ ਕੈਪਟਨ ਸੀਗਾ ਮੂਸਾ ਵੀ ਉੱਥੇ ਨਹੀਂ ਪਹੁੰਚ ਸਕਿਆ। ਤੇ ਫਿਰ ਜਿਹੜਾ ਮੂਸਾ ਨੂੰ ਮਿਲਣਾ ਸੀਗਾ, ਕੀ ਮਿਲਣਾ ਸੀਗਾ ਮੂਸਾ ਨੂੰ? ਮੁਕਟ ਮਿਲਦਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆਗਾ, ਇੱਕ ਵਚਨ ਪੜੋ ਮੇਰੇ ਨਾਲ, 2 ਤਿਮੋਥੀਉਸ ਉਹਦਾ 4 ਅਧਿਆਇ ਉਹਦਾ ਪੜੋ 8 ਵਚਨ। ਹੁਣ ਤੁਹਾਡਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ। ਦੇਖੋ ਕੀ ਲਿਖਿਆਗਾ? ਧਰਮ ਦਾ ਮੁਕਟ ਮੇਰੇ ਲਈ ਰੱਖਿਆਗਾ। ਇਹ ਕਿਉਂ? ਕੌਣ ਬੋਲਦਾਗਾ? ਕਦੋਂ ਰੱਖਿਆ ਗਿਆ? ਇਹ 7 ਵਚਨ ਪੜੋ। ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਮੁਕਾ ਛੱਡੀ, ਮੈਂ ਨੇਚਾ ਦੀ ਸਾਂਭ ਕੀਤੀ ਹੈ। ਦੇਖੋ ਮੈਂ ਦੌੜ ਮੁਕਾ ਚੁੱਕਿਆ, ਮੈਂ ਚੰਗੀ ਲੜਾਈ ਲੜ ਚੁੱਕਿਆ, ਮੈਂ ਨੇਚਾ ਨੂੰ ਸੰਭਾਲ ਕੇ ਵੀ ਰੱਖਿਆ। ਇਹ 3 ਗੱਲਾਂ ਨੇ। ਕਿਹੜੀ? ਮੈਂ ਲੜਾਈ ਲੜ ਚੁੱਕਿਆ, ਮੈਂ ਤਾਂ ਦੌੜ ਮੁਕਾ ਲਈ, ਫਿਰ ਮੈਂ ਵਿਸ਼ਵਾਸ ਨੂੰ ਸੰਭਾਲ ਕੇ ਰੱਖਿਆ। ਜਦੋਂ ਮੈਂ ਇਹ ਕੰਮ ਕੀਤਾ ਫਿਰ ਅੱਗੇ ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ। ਦੇਖੋ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆਗਾ। ਹੁਣ ਇਹੀ ਗੱਲ ਸੰਤ ਪੌਲਸ ਲਿਖਦੇ ਨੇ। ਕਿਹੜੀ ਗੱਲ ਨੂੰ ਚੇਤੇ ਕਰਕੇ? ਜਿਹੜੀ ਮੂਸਾ ਬਾਰੇ ਸੋਚੀ ਸੀ ਉਹਨਾਂ ਨੇ। ਮੂਸਾ ਵੀ ਨਿਕਲਿਆ ਸੀਗਾ ਉੱਥੋਂ, ਉਹਦੇ ਨਾਲ ਲੋਕ ਵੀ ਨਿਕਲੇ ਸੀਗੇ, ਲੇਕਿਨ ਉਹ ਲੋਕ ਨਹੀਂ ਪਹੁੰਚੇ ਉੱਥੇ। ਹੁਣ ਮੂਸਾ ਦੇ ਕਿਤੇ ਨਾ ਕਿਤੇ ਗੱਲ ਦੇ ਦਿਮਾਗ ਵਿੱਚ ਹੈਗੀ ਸੀਗੀ ਇਹ, ਇਸ ਲਈ ਤਾਂ ਸੰਤ ਪੌਲਸ ਡਰਦਾਗਾ। ਮੈਂ ਕੀ ਕਰਦਾ? ਆਪਣੇ ਸਰੀਰ ਨੂੰ ਮਾਰਦਾ ਕੁੱਟਦਾਗਾ, ਮੈਨੂੰ ਵਸ ਦੇ ਵਿੱਚ ਰੱਖ ਦਾਂਗਾ। ਕਿਤੇ ਮੈਂ ਇੰਨੇ ਲੋਕਾਂ ਨੂੰ ਬਚਾਉਂਦਾ ਉਹਨਾਂ ਨੂੰ ਬਚਾ ਲਵਾਂ, ਲੇਕਿਨ ਖੁਦ ਨਾਸ ਵਿੱਚ ਚਲਾ ਜਾਵਾਂ, ਮੈਨੂੰ ਕੀ ਫਾਇਦਾ? ਹੁਣ ਕੀ ਕਹਿੰਦਾਗਾ ਕਿ ਮੈਂ ਚੰਗੀ ਲੜਾਈ ਲੜੀ ਹੋਈ ਹੈ। ਇਹ ਆਪਣੇ ਅਖੀਰਲੇ ਸਮੇਂ ਵਿੱਚ ਬੋਲਦੇ ਨੇ ਸੰਤ ਪੌਲਸ, ਜਦੋਂ ਆਪਣੀ ਉਮਰ ਨੂੰ ਪੂਰਾ ਕਰ ਚੁੱਕੇ ਨੇ, ਆ ਪਰਮੇਸ਼ਰ ਦੇ ਕੋਲ ਜਾਣ ਵਾਲੇ ਨੇ, ਉਦੋਂ ਗੱਲ ਬੋਲਦੇ ਨੇ ਕਿ ਮੈਂ ਚੰਗੀ ਲੜਾਈ ਲੜੀ ਹੈ, ਮੈਂ ਦੌੜ ਮੁਕਾ ਲਈ ਹੈ, ਔਰ ਮੈਂ ਆਪਣੇ ਵਿਸ਼ਵਾਸ ਨੂੰ ਸਾਂਭ ਕੇ ਰੱਖਿਆਗਾ। ਮੇਰੇ ਲਈ ਕੀ ਹੈ? ਮੇਰੇ ਲਈ ਮੁਕਟ ਹੈ। ਹੁਣ ਕਿਤੇ ਨਾ ਕਿਤੇ ਇਹ ਗੱਲ ਤਾਂ ਦਿਮਾਗ ਦੇ ਵਿੱਚ ਉਹਦੇ ਹੈ ਹੀ ਹੈ ਕਿ ਜਿਹੜਾ ਮੁਕਟ ਰੱਖਿਆ ਹੋਇਆਗਾ, ਮੇਰੇ ਲਈ ਮੁਕਟ ਰੱਖਿਆਗਾ, ਉਹ ਮੁਕਟ ਕਿਤੇ
ਕੋਈ ਹੋਰ ਨਾ ਲੈ ਜਾਏ। ਇਸ ਲਈ ਕੀ ਹੈ, ਸੰਤ ਪੌਲਸ ਇਹ ਗੱਲ ਨੂੰ ਬੋਲਦੇ ਨੇ ਕਿ ਇਜ਼ਰਾਈਲ ਪ੍ਰਜਾ ਦੇ ਵਿੱਚ ਮੂਸਾ ਨੇ ਕਿੰਨਾ ਕੰਮ ਕੀਤਾ ਸੀਗਾ, ਕਿੰਨੀ ਮਿਹਨਤ ਕੀਤੀ ਸੀਗੀ, ਔਰ ਜਿਨ੍ਹਾਂ ਲੋਕਾਂ ਨੂੰ ਕੱਢ ਕੇ ਲਿਆਇਆ ਸੀਗਾ ਉਹ ਲੋਕ ਵੀ ਦੇਖੋ ਕਿਵੇਂ ਮਤਲਬ ਪਰਮੇਸ਼ਵਰ ਦੇ ਕੰਮ ਦੇਖੇ, ਲੇਕਿਨ ਰਸਤੇ ਵਿੱਚ ਕੀ ਹੋ ਗਏ, ਉਹ ਲੋਕ ਨਾਸ ਹੋ ਗਏ। ਕੀ ਪਰਮੇਸ਼ਵਰ ਸਭ ਨੂੰ ਕਨਾਨ ਦੇਸ਼ ਨਹੀਂ ਦੇਣਾ ਚਾਹੁੰਦੇ ਸੀਗੇ? ਕੀ ਪਰਮੇਸ਼ਵਰ ਸਭ ਦੇ ਲਈ ਦੁੱਧ ਔਰ ਸ਼ਹਿਦ ਦੀ ਨਦੀ ਨਹੀਂ ਰੱਖੀ ਸੀ? ਉੱਥੇ ਸਭ ਕੁਝ ਰੱਖਿਆ ਸੀਗਾ ਪਰਮੇਸ਼ਵਰ ਨੇ, ਲੇਕਿਨ ਉਹ ਲੋਕ ਉਹਦੇ ਵਿੱਚ ਬਣੇ ਨਹੀਂ ਰਹੇ। ਔਰ ਜੋ ਵਚਨ ਪੜਿਆ ਸੀ ਆਪਾਂ ਨੇ ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ ਉਹਦਾ ਪੜੋ 11 ਵਚਨ। ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸੀਂ ਮੁੱਢੋਂ ਸੁਣਿਆ ਹੈ। ਪ੍ਰਕਾਸ਼ ਦੀ ਪੋਥੀ 3 ਅਧਿਆਇ 11 ਵਚਨ। ਮੈਂ ਛੇਤੀ ਆਉਂਦਾ ਹਾਂ ਹਾਂ ਜੋ ਕੋਈ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਹੂੰ। ਕਿਤੇ ਇਉਂ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਕਦੋਂ ਆਉਣਾਗਾ? ਕਦੋਂ ਆਉਣਾਗਾ? ਛੇਤੀ ਆਉਣਾਗਾ। ਲੇਕਿਨ ਕੀ ਕਰਾਂ? ਜੋ ਕੁਝ ਤੇਰੇ ਕੋਲ ਹੈ ਕੀ ਕਰ ਇਹਨੂੰ ਤਕੜਾਈ ਨਾਲ ਫੜੀ ਰੱਖ, ਮਜ਼ਬੂਤੀ ਨਾਲ ਪਕੜ ਕੇ ਰੱਖ, ਕਿਤੇ ਐਵੇਂ ਨਾ ਹੋਵੇ ਭਾਈ ਤੇਰਾ ਮੁਕਟ ਕੋਈ ਹੋਰ ਲੈ ਜਾਏ। ਇਹਦਾ ਮਤਲਬ ਕੀ ਹੈ ਕਿ ਮੁਕਟ ਬਚਾਉਣਾਗਾ ਆਪਣਾ। ਔਰ ਮੁਕਟ ਕਿਹਨੂੰ ਮਿਲੇਗਾ? ਜਿਹੜਾ ਜਿੱਤੂਗਾ। ਔਰ ਜਿੱਤਣਾ ਕਿਵੇਂ ਹੈ? ਜਿੱਤਣ ਦੇ ਲਈ ਇਦਾਂ ਨਹੀਂ ਜਿੱਤ ਸਕਦਾ ਇਨਸਾਨ। ਹੁਣ ਜਿਹੜੇ ਲੋਕ ਕੋਈ ਗੇਮ ਕਰਦੇ ਨੇ ਉਹ ਸਵੇਰੇ ਜਲਦੀ ਉੱਠਦੇ ਨੇ, ਆਪਣੀ ਨੀਂਦ ਨੂੰ ਮਾਰਦੇ ਨੇ, ਆਪਣੇ ਸਰੀਰ ਨੂੰ ਬਸ ਦੇ ਵਿੱਚ ਰੱਖਦੇ ਨੇ। ਹੁਣ ਜਿਹੜੇ ਲੋਕ ਕੁਝ ਕਰਨਾ ਚਾਹੁੰਦੇ ਨੇ ਉਹ ਖਾਣ ਪੀਣ ਦੇ ਉੱਪਰ ਕੰਟਰੋਲ ਕਰਦੇ ਨੇ। ਮੈਂ ਸੰਸਾਰਕ ਗੱਲਾਂ ਕਰਦਾਂਗਾ, ਪਲੇਅਰ ਲੋਕਾਂ ਦੀਆਂ ਗੱਲਾਂ ਕਰਦਾਂਗਾ। ਜਿਹੜੇ ਪਲੇਅਰ ਨੇ ਕੋਈ ਵੀ ਹੈ ਉਹ ਐਸੀਆਂ ਚੀਜ਼ਾਂ ਬੰਦ ਕਰਦੇ ਨੇ ਜਿਹਦੇ ਨਾਲ ਉਹਨਾਂ ਦੀ ਮਤਲਬ ਫੈਟ ਵੱਧਦੀ ਹੋਵੇ। ਉਹ ਕੀ ਕਰਦੇ ਨੇ? ਆਪਣੇ ਸਰੀਰ ਨੂੰ ਮਾਰਦੇ ਨੇ, ਕੁੱਟਦੇ ਨੇ। ਉਹਦੀ ਇੱਛਾ ਜੋ ਸਰੀਰ ਦੀ ਹੈ ਇੱਛਾ ਨੂੰ ਪੂਰਾ ਨਹੀਂ ਕਰਦੇ ਉਹ। ਕਿਉਂ? ਕਿਉਂਕਿ ਅਸੀਂ ਫਿੱਟ ਰਹਿਣਾਗਾ। ਅਸੀਂ ਕੀ ਕਰਨਾਗਾ? ਅਸੀਂ ਕੁਛ ਨਾ ਕੁਛ ਪ੍ਰਾਪਤ ਕਰਨਾਗਾ। ਔਰ ਪਰਮੇਸ਼ਰ ਦਾਸ ਕੀ ਕਹਿੰਦਾ ਕਿ ਮੈਂ ਫਿਰ ਪੜੋ 3:11। ਮੈਂ ਛੇਤੀ ਆਉਂਦਾ ਹਾਂ ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਦੇਖੋ ਫੜੀ ਪ੍ਰਭੂ ਰੱਖ। ਤੁਸੀਂ ਕਹਿੰਦੇ ਨੇ ਕਿ ਮੈਂ ਛੇਤੀ ਆਉਂਦਾਗਾ, ਜੋ ਕੁਝ ਤੇਰੇ ਕੋਲ ਹੈ ਹਾਂ ਉਸ ਤਕੜਾਈ ਨਾਲ ਪਕੜੀ ਰੱਖ, ਕਿਤੇ ਉਹ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ। ਹੁਣ ਦੇਖੋ ਇਹ ਕੀ ਲਿਖਿਆ ਬਾਈਬਲ ਦੇ ਵਿੱਚ ਵੀ ਤੇਰਾ ਕੋਈ ਮੁਕਟ ਨਾ ਲੈ ਜਾਏ। ਇਹਦਾ ਮਤਲਬ ਕਿ ਤੁਹਾਡਾ ਮੁਕਟ ਕੋਈ ਲੈ ਕੇ ਜਾ ਸਕਦਾ ਹੈਗਾ। ਸੰਤ ਪੌਲਸ ਲਈ ਮੁਕਟ ਰੱਖਿਆ ਹੋਇਆ ਸੀਗਾ, ਸੌਰੀ ਸੰਤ ਮੂਸਾ ਲਈ ਕੋਈ ਮੁਕਟ ਰੱਖਿਆ ਹੋਇਆ ਸੀਗਾ ਕਨਾਨ ਦੇਸ਼ ਦੇ ਵਿੱਚ। ਕੀ ਮਿਲਿਆ ਉਹਨੂੰ? ਨਹੀਂ। ਉਹਦੀ ਜ਼ਿੰਮੇਵਾਰੀ ਕਿਹਦੇ ਉੱਪਰ ਆ ਗਈ ਸੀਗੀ? ਜੋਸ਼ੂਆ ਦੇ ਉੱਪਰ। ਹੁਣ ਜੋਸ਼ੂਆ ਚੰਗੀ ਤਰ੍ਹਾਂ ਜਾਣ ਚੁੱਕਿਆ ਸੀਗਾ, ਕਿਉਂਕਿ ਆਪਾਂ ਪਿਛਲੀ ਵਾਰ ਸਿੱਖ ਚੁੱਕੇ ਹਾਂ ਜੋਸ਼ੂਆ ਦੇ ਬਾਰੇ। ਮੈਂ ਔਰ ਮੇਰਾ ਘਰਾਣਾ ਕਿੰਨਾ ਦੁੱਖ ਸਹਿਣ ਕੀਤਾ ਸੀਗਾ ਉਹਨੇ, ਕਿੰਨਾ ਕੁਝ ਦੇਖਿਆ ਸੀਗਾ ਉਹਨੇ, ਲੇਕਿਨ ਉਹਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਸਵਾਮੀ ਹੈ ਇਹ ਕਨਾਨ ਦੇਸ਼ ਵਿੱਚ ਨਹੀਂ ਜਾ ਸਕਦਾ। ਹੁਣ ਜਦੋਂ ਮੂਸਾ ਉੱਥੇ ਨਹੀਂ ਜਾ ਸਕਦਾ ਤੇ ਜ਼ਿੰਮੇਵਾਰੀ ਕਿਹਦੇ ਉੱਪਰ ਸੀਗੀ? ਜੋਸ਼ੂਆ ਦੇ ਉੱਪਰ। ਔਰ ਜੋਸ਼ੂਆ ਪੂਰੀ ਤਰ੍ਹਾਂ ਚੌਕਸੀ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਸੱਚਾਈ ਦੇ ਨਾਲ ਪਰਮੇਸ਼ਰ ਦਾ ਕੰਮ ਕਰਦਾ ਰਿਹਾ। ਔਰ ਕਨਾਨ ਦੇਸ਼ ਦੇ ਵਿੱਚ ਉੱਥੇ ਪਹੁੰਚਿਆ। ਮਤਲਬ ਜੋ ਇਨਸਾਨ ਜਿੱਤੇਗਾ ਉਹਨੂੰ ਕੀ ਮਿਲੇਗਾ? ਉਹਨੂੰ ਮੁਕਤ ਮਿਲੇਗਾ। ਅੱਜ ਕਿੰਨੇ ਲੋਕ ਦੌੜੇ? ਮੈਂ ਤੁਹਾਡੀ ਗੱਲ ਕਰਾਂ, ਜਾਂ ਤੁਸੀਂ ਨਵੇਂ ਮਸੀਹ ਦੇ ਵਿੱਚ ਆਏ ਸੀਗੇ, ਕਿੰਨੀ ਪ੍ਰਾਰਥਨਾ ਕਰਦੇ ਸੀਗੇ, ਕਹਿਣ ਦੀ ਲੋੜ ਨਹੀਂ ਪੈਂਦੀ ਸੀਗੇ। ਕਿੰਨਾ ਬਾਈਬਲ ਪੜ੍ਹਦੇ ਸੀਗੇ, ਕਿੰਨੇ ਵਰਤ ਰੱਖਦੇ ਸੀਗੇ, ਰੱਖਦੇ ਸੀ ਜਾਂ ਨਹੀਂ ਰੱਖਦੇ ਸੀਗੇ, ਕਿੰਨਾ ਬਾਈਬਲ ਪੜ੍ਹਦੇ ਸੀਗੇ, ਕਿੰਨੀ ਸੰਗਤੀ ਕਰਦੇ ਸੀਗੇ, ਉਹ ਦੌੜਦਾ ਸੀਗੇ ਤੁਸੀਂ। ਲੇਕਿਨ ਅੱਜ ਕੀ ਹੋ ਗਿਆ? ਅੱਜ ਰਸਤੇ ਵਿੱਚ ਰੁਕ ਚੁੱਕੇ ਹਾਂ। ਰੁਕੇ ਤਾਂ ਤੁਸੀਂ ਹੈ ਹੀ ਹੈ, ਜਿਹੜਾ ਦੌੜਦਾ ਵਾ ਉਹਨੂੰ ਵੀ ਸੁੱਟ ਦਿਓ ਨਾਲ ਫੜ ਕੇ। ਇਹ ਸਹੀ ਬਾਤ ਹੈ। ਇਹ ਹਰ ਘਰ ਦੇ ਵਿੱਚ, ਹਰ ਪਰਿਵਾਰ ਦੇ ਵਿੱਚ ਇਹਦਾ ਹੁੰਦਾਗਾ। ਅਗਰ 2 ਜਣੇ ਘਰ ਦੇ ਵਿੱਚ 4 ਮੈਂਬਰ ਨੇ, 4 ਦੇ ਵਿੱਚੋਂ ਇੱਕ ਜਣਾ ਕਮਜ਼ੋਰ ਪੈ ਗਿਆਗਾ, ਇੱਕ ਨਾ ਪ੍ਰਾਰਥਨਾ ਕਰਦਾਗਾ, ਨਾ ਬਾਈਬਲ ਪੜ੍ਹਦਾ, ਨਾ ਸੰਗਤੀ ਵਿੱਚ ਮਨ ਲੱਗਦਾਗਾ, ਤਾਂ ਫਿਰ ਉਹ ਕੀ ਕਰਦਾਗਾ? ਦੂਜੇ ਨੂੰ ਵੀ ਰੋਕਦਾਗਾ ਪ੍ਰਾਰਥਨਾ ਵਿੱਚੋਂ, ਦੂਜੇ ਨੂੰ ਰੋਕਦਾ ਬੰਦਗੀ ਦੇ ਵਿੱਚੋਂ। ਉਹਨੂੰ ਪਤਾਗਾ ਕਿ ਇਹਨੂੰ ਸੁੱਟ ਲਿਆ, ਹੁਣ ਮੇਰੇ ਤੋਂ ਭੱਜਿਆ ਨਹੀਂ ਜਾਂਦਾ, ਹੁਣ ਇਹਨੂੰ ਸੁੱਟ ਲਿਆ। ਹੁਣ ਕਹਿਣ ਦਾ ਮਤਲਬ, ਲੇਕਿਨ ਜਿੱਤੂਗਾ ਉਹਨੂੰ ਮੁਕਤ ਮਿਲੇਗਾ। ਹੁਣ ਸੰਤ ਪੌਲਸ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ ਕਿ ਪਰਮੇਸ਼ਵਰ ਨੇ ਮੇਰੇ ਲਈ ਮੁਕਟ ਰੱਖਿਆ ਹੋਇਆਗਾ। ਮੁਕਟ ਤਾਂ ਪਰਮੇਸ਼ਵਰ ਨੇ ਮੂਸਾ ਲਈ ਰੱਖਿਆ ਸੀਗਾ, ਪਰਮੇਸ਼ਵਰ ਨੇ ਮੁਕਟ ਤਾਂ ਹਰ ਇੱਕ ਇਨਸਾਨ ਦੇ ਲਈ ਰੱਖਿਆਗਾ, ਲੇਕਿਨ ਜੋ ਜਿੱਤੇਗਾ ਉਹਨੂੰ ਕੀ ਮਿਲੇਗਾ? ਉਹਨੂੰ ਮੁਕਤ ਮਿਲੇਗਾ। ਇਸ ਲਈ ਸੰਤ ਪੌਲਸ ਡਰਦਾਗਾ। ਕਾਹਦੇ ਲਈ? ਕਿ ਮੈਂ ਆਪਣੇ ਸਰੀਰ ਨੂੰ ਮਾਰ ਦਾਂਗਾ, ਮੈਂ ਆਪਣੇ ਸਰੀਰ ਨੂੰ ਕੀ ਆ? ਕੁੱਟ ਦਾਂਗਾ, ਆਪਣੇ ਸਰੀਰ ਨੂੰ ਆਪਣੇ ਵਸ ਦੇ ਵਿੱਚ ਰੱਖ ਦਾਂਗਾ।
ਕਿਉਂਕਿ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਲੋਕਾਂ ਨੂੰ ਬਚਾਉਂਦਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮੈਂ ਡਿੱਗ ਜਾਵਾਂ ਔਰ ਮੇਰਾ ਮੁਕਟ ਕੋਈ ਹੋਰ ਲੈ ਕੇ ਚਲਾ ਜਾਏ। ਦੇਖੋ ਸੰਤ ਪੌਲਸ ਨੂੰ ਇਸ ਗੱਲ ਦਾ ਡਰ ਵੀ ਹੈ। ਔਰ ਬਾਈਬਲ ਦੇ ਵਿੱਚ ਇੱਕ ਵਚਨ ਪੜ੍ਹੋ ਮੇਰੇ ਨਾਲ, ਪਹਿਲਾ ਤਿਮੋਥੀਅਸ ਉਹਦਾ 1 ਅਧਿਆਇ ਉਹਦਾ 18 ਵਚਨ। हे ਪੁੱਤਰ ਤਿਮੋਥੀਅਸ, ਮੈਂ ਉਹਨਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵੇਖ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ, ਭਾਈ ਤੂੰ ਉਹਨਾਂ ਦੇ ਸਹਾਰੇ ਅੱਛੀ ਲੜਾਈ ਲੜੀ। ਕਿੰਨਾ ਪੜ੍ਹੇ? ਪਹਿਲਾ ਤਿਮੋਥੀਅਸ ਦੀ 1:18। ਹਾਂ, ਦੁਬਾਰਾ ਫਿਰ ਪੜ੍ਹੋ। हे ਪੁੱਤਰ ਤਿਮੋਥੀਅਸ, ਮੈਂ ਉਹਨਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵੇਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ, ਭਾਈ ਤੂੰ ਉਹਨਾਂ ਦੇ ਸਹਾਰੇ ਅੱਛੀ ਲੜਾਈ ਲੜੀ। ਹਾਂ, ਦੇਖੋ ਇੱਕ ਵਾਰ ਫਿਰ ਸੰਤ ਪੌਲਸ ਆਪਣੇ ਸਾਥੀ ਨੂੰ ਤਿਮੋਥੀਅਸ ਨੂੰ ਲਿਖਦਾਗਾ, ਤੂੰ ਚੰਗੀ ਲੜਾਈ ਲੜ। ਅਗਰ ਤਾਂ ਜਿੱਤਣਾਗਾ ਨਾ, ਅਗਰ ਤੈਨੂੰ ਮੁਕਟ ਚਾਹੀਦਾ ਨਾ ਤੇ ਲੜਾਈ ਲੜ। ਫਿਰ ਅੱਗੇ ਅਤੇ ਨੇਚਾ ਅਤੇ ਸ਼ੁੱਧ ਅੰਤःਕਰਨ ਨੂੰ ਤਕੜਿਆ ਰੱਖੀ, ਜਿਹਨੂੰ ਕਈਆਂ ਨੇ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ। ਦੇਖੋ, ਵਿਸ਼ਵਾਸ ਨੂੰ ਪਕੜੇ ਰੱਖੀ। ਗੱਲ ਬਹੁਤ ਹੈ ਨਾਲ ਸੁਣੋ। ਕਿਹਨੂੰ ਫੜੀ ਰੱਖੀ? ਵਿਸ਼ਵਾਸ ਨੂੰ। ਔਰ ਆਪਣੇ ਮਨ ਨੂੰ ਸ਼ੁੱਧ ਰੱਖੀ। ਕਈ ਲੋਕਾਂ ਨੇ ਆਪਣੇ ਵਿਸ਼ਵਾਸ ਨੂੰ ਛੱਡ ਕੇ ਕੀ ਕਰਦਾਗਾ? ਵਿਸ਼ਵਾਸ ਦਾ ਜਹਾਜ਼ ਕੀ ਹੈ? ਉਹ ਡੁਬੋ ਦਿੱਤਾਗਾ। ਇਹਦਾ ਮਤਲਬ ਅਗਰ ਦੌੜ ਦੇ ਵਿੱਚ ਦੌੜਨਾਗਾ, ਅਗਰ ਮੁਕਟ ਪ੍ਰਾਪਤ ਕਰਨਾਗਾ ਤਾਂ ਕੀ ਹੋਣਾ ਚਾਹੀਦਾ? ਜੀਵਨ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਅਗਰ ਵਿਸ਼ਵਾਸ ਨਹੀਂ ਹੈ ਨਾ ਤਾਂ ਫਿਰ ਕੁਝ ਵੀ ਨਹੀਂ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਫਿਰ ਪ੍ਰੋਜੈਕਟ ਨੂੰ ਬਹੁਤ ਸ਼ਾਂਤੀ ਨਾਲ ਸੁਣਿਓ। ਹਾਂਜੀ ਹਾਂ। ਅਤੇ ਨੇਚਾ ਅਤੇ ਸ਼ੁੱਧ ਅੰਤःਕਰਨ ਨੂੰ ਤਕੜਿਆ ਰੱਖੀ। ਹਾਂ, ਸ਼ੁੱਧ ਮਨ ਔਰ ਵਿਸ਼ਵਾਸ ਇਹਨੂੰ ਕੀ ਰੱਖੀ? ਤਕੜਾ ਰੱਖੀ। ਜਿਹਨੂੰ ਕਈਆਂ ਨੇ ਛੱਡ ਕੇ ਨੇਚਾ ਦੀ ਬੇੜੀ ਡੋਬ ਦਿੱਤੀ। ਕਿਹਦੀ ਬੇੜੀ ਡੋਬ ਦਿੱਤੀ? ਬੇੜੀ ਮਤਲਬ ਕਿਸ਼ਤੀ, ਮਤਲਬ ਜਹਾਜ਼। ਕਿਹੜਾ ਜਹਾਜ਼? ਪਾਣੀ ਵਾਲਾ। ਕਿਹੜੀ ਕਿਸ਼ਤੀ? ਪਾਣੀ ਵਾਲੀ ਕਿਸ਼ਤੀ। ਉਹ ਡੁਬੋ ਦਿੱਤੀ। ਇਹਦਾ ਮਤਲਬ ਅਗਰ ਅਸੀਂ ਪਾਰ ਜਾਣਾਗਾ ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਨੇ ਕੰਮ ਕੀਤਾਗਾ। ਆਪਾਂ ਦੇਖਿਆ ਸੀ ਪਿਛਲੇ ਐਤਵਾਰ, ਜਿਹੜੇ ਇਜ਼ਰਾਈਲ ਦੇ ਵਿੱਚ ਲੋਕ ਨਿਕਲੇ ਸੀਗੇ, ਮਤਲਬ ਇਜ਼ਰਾਈਲ ਦੇ ਲੋਕ ਸੀਗੇ, ਮਿਸਰ ਵਿੱਚੋਂ ਬਾਹਰ ਨਿਕਲੇ ਸੀਗੇ। ਉਹਨਾਂ ਨੇ ਕੀ ਕੀਤਾ ਸੀਗਾ? 3 ਗੱਲਾਂ ਸਿੱਖੀਆਂ ਸੀ ਆਪਾਂ ਨੇ। ਕੀ ਕੀਤਾ ਸੀ ਉਹਨਾਂ ਨੇ? ਪਾਪ, ਬਗਾਵਤ, ਅਨਾਗਿਆਕਾਰੀ। 3 ਚੀਜ਼ਾਂ। ਔਰ 3 ਚੀਜ਼ਾਂ ਬਣ ਕੇ ਮਿਲ ਕੇ ਕੀ ਬਣਦਾਗਾ? ਬੇਪਰਦੇਸੀ। ਬੇਪਰਦੇਸੀ ਮਤਲਬ ਵਿਸ਼ਵਾਸ ਨਾ ਕਰਨਾ, ਵਿਸ਼ਵਾਸ ਛੱਡ ਬੈਠਣਾ। ਹੁਣ ਕਈ ਲੋਕਾਂ ਨੇ ਕੀ ਕੀਤਾਗਾ? ਆਪਣਾ ਵਿਸ਼ਵਾਸ ਛੱਡ ਬੈਠੇ। ਵਿਸ਼ਵਾਸ ਦਾ ਜੋ ਜਹਾਜ਼ ਹੈ ਉਹਨੂੰ ਡੁਬੋ ਬੈਠੇ। ਔਰ ਕਿਹੜੇ ਲੋਕ ਸੀਗੇ ਉਹ? ਪੜ੍ਹੋ ਅੱਗੇ ਜੀ। ਉਹਨਾਂ ਵਿੱਚ ਹੁਮਨਿਆਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਗੋਚਰੇ ਕਰ ਦਿੱਤਾ, ਭਈ ਤਾੜਨਾ ਪਾ ਕੇ ਉਹ ਕੁਫਰ ਦੀਆਂ ਗੱਲਾਂ ਨਾ ਬਕਣ। ਦੇਖੋ ਕੀ ਹੁਮਨਿਆਸ ਤੇ ਸਿਕੰਦਰ, ਇਹ ਲੋਕ ਕੀ ਕਰ ਬੈਠੇ? ਆਪਣਾ ਵਿਸ਼ਵਾਸ ਛੱਡ ਬੈਠੇ। ਔਰ ਦੂਜਾ ਤਿਮੋਥੀਅਸ 4 ਅਧਿਆਇ ਉਹਦਾ 10 ਵਚਨ ਕੀ ਲਿਖਿਆਗਾ? ਕਿਉਂ ਜੋ ਦਿਮਾਸ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ। ਦੇਖੋ, ਸੰਤ ਪੌਲਸ ਕਹਿੰਦਾ ਦਿਮਾਸ ਇਸ ਵਰਤਮਾਨ ਸੰਸਾਰ ਦੇ ਨਾਲ ਆਪਣਾ ਮੋਹ ਲਗਾ ਬੈਠਾ, ਮਤਲਬ ਮੈਨੂੰ ਛੱਡ ਕੇ ਚਲਾ ਗਿਆ। ਦੌੜਿਆ ਤਾਂ ਉਹ ਵੀ ਸੀਗਾ, ਪਰਮੇਸ਼ਰ ਮੁਕਤ ਉਹਨੂੰ ਵੀ ਦੇਣਾ ਚਾਹੁੰਦੇ ਸੀਗੇ, ਲੇਕਿਨ ਆਪਣੇ ਮੁਕਤ ਨੂੰ ਬਚਾ ਨਹੀਂ ਸਕਿਆ ਉਹ। ਸਿਕੰਦਰ ਤੇ ਹੁਮਨਿਆਸ ਦੌੜੇ ਤਾਂ ਉਹ ਵੀ ਸੀਗੇ, ਲੇਕਿਨ ਆਪਣੇ ਮੁਕਤ ਨੂੰ ਬਚਾ ਨਹੀਂ ਸਕੇ। ਪਰਮੇਸ਼ਰ ਦਾ ਦਾਸ ਮੂਸਾ ਨਿਕਲਿਆ ਤਾਂ ਉਹ ਵੀ ਸੀਗਾ, ਪਰ 6,03,550 ਲੋਕ ਵੀ ਨਿਕਲੇ ਸੀਗੇ। ਪਰਮੇਸ਼ਰ ਸਭ ਨੂੰ ਕਨਾਨ ਦੇਸ਼ ਦੇਣਾ ਚਾਹੁੰਦੇ ਸੀਗੇ। ਮਤਲਬ ਪਰਮੇਸ਼ਰ ਸਭ ਦੇ ਲਈ ਇੱਕ ਮੁਕਤ ਰੱਖ ਕੇ ਬੈਠੇ ਸੀਗੇ, ਇੱਕ ਨੂੰ ਇੱਕ ਮੁਕਤ ਰੱਖਣਾ ਦੇਣਾ ਚਾਹੁੰਦੇ ਸੀਗੇ, ਲੇਕਿਨ ਉਹ ਲੋਕ ਉੱਥੇ ਪਹੁੰਚ ਨਹੀਂ ਸਕੇ। ਰਸਤੇ ਵਿੱਚ ਹੀ ਨਾਸ ਹੋ ਗਏ, ਰਸਤੇ ਵਿੱਚ ਹੀ ਖਤਮ ਹੋ ਗਏ ਉਹ ਲੋਕ। ਇਹਦਾ ਮਤਲਬ ਕਿ ਦੌੜ ਤਾਂ ਸਾਰੇ ਦੌੜਦੇ ਨੇ, ਲੇਕਿਨ ਦੌੜਦਾ ਇਨਸਾਨ ਕੀ ਹੈ? ਉਹ ਥੱਕ ਜਾਂਦਾ ਹੈਗਾ, ਕਿਉਂਕਿ ਸਫ਼ਰ ਲੰਬਾ ਹੋ ਜਾਂਦਾ ਹੈਗਾ। ਸਫ਼ਰ ਲੰਬਾ ਗਾ ਤਾਂ ਇਨਸਾਨ ਕੀ ਹੈ? ਉਹ ਥੱਕ ਜਾਂਦਾ ਹੈਗਾ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ? ਪ੍ਰਭੂ ਯਿਸੂ ਮਸੀਹ ਕਿ ਦੇਖ ਮੈਂ ਛੇਤੀ ਆਉਣ ਵਾਲਾ ਹਾਂ, ਜੋ ਕੁਝ ਤੇਰੇ ਕੋਲ ਹੈ ਉਹਨੂੰ ਕੀ ਕਰ? ਤਕੜਾਈ ਨਾਲ, ਮਜ਼ਬੂਤੀ ਨਾਲ ਕੀ ਕਰ? ਉਹਨੂੰ ਪਕੜੇ ਰੱਖ, ਕਿਤੇ ਐਵੇਂ ਨਾ ਹੋਵੇ ਭਾਈ ਤੇਰਾ ਮੁਕਟ ਕੋਈ ਹੋਰ ਲੈ ਜਾਵੇ। ਇਹਦਾ ਮਤਲਬ ਕੀ ਕਰਨਾਗਾ? ਕਿ ਆਪਣਾ ਮੁਕਟ ਬਚਾਉਣਾਗਾ।
ਮੁਕਟ ਬਚਾਉਣ ਦੇ ਲਈ ਕੀ ਕਰਨਾ ਪਏਗਾ? ਜੋ ਕੁਝ ਪਕੜਿਆ ਹੋਇਆਗਾ ਆ ਕਿਵੇਂ ਪਕੜਨਾ? ਉਹਨੂੰ ਮਜ਼ਬੂਤੀ ਨਾਲ ਪਕੜਨਾਗਾ। ਹੁਣ ਕੋਈ ਇਨਸਾਨ ਇੱਕ ਪਿੰਡ ਦੇ ਵਿੱਚ ਜਾਂ ਪੜੋਸ ਦੇ ਵਿੱਚ 4-5 ਲੋਕ ਐਸੇ ਹੋਣ ਕਿ ਉਹ ਇੱਕੋ ਹੀ ਕੰਮ ਕਰਦੇ ਹੋਣ, ਉਹਨਾਂ ਦਾ ਕਾਰੋਬਾਰ ਬਿਜ਼ਨਸ ਇੱਕੋ ਹੀ ਹੋਵੇ, ਔਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੱਲ ਨੂੰ ਐਸੀ ਫੈਕਟਰੀ ਹੈ ਉਹਦੇ ਵਿੱਚ ਇਹ ਮਾਲ ਮਿਲਦਾਗਾ, ਪਤਾ ਚਾਰਾਂ ਨੂੰ ਲੱਗ ਜਾਏ, ਤਾਂ ਇਨਸਾਨ ਕੀ ਕਰੇਗਾ? ਸਭ ਤੋਂ ਜਲਦੀ ਉੱਠੇਗਾ, ਸਾਰੇ ਸੌਦੇ ਦੌੜਨਗੇ, ਉੱਥੇ ਦੌੜਨਗੇ ਸਾਰੇ ਨਾ। ਕਾਹਦੇ ਲਈ? ਕੁਝ ਪ੍ਰਾਪਤ ਕਰਨ ਦੇ ਲਈ। ਹੁਣ ਜੇ ਕੋਈ ਰਸਤੇ ਵਿੱਚ ਮੁੜ ਆਵੇ ਤਾਂ ਛੱਡ ਪਰੇ ਜਾਣਾ ਹੀ ਨਹੀਂ। ਲੇਕਿਨ ਕੀ ਹੈ, ਕੋਸ਼ਿਸ਼ ਸਾਰਿਆਂ ਦੀ ਰਹੇਗੀ ਉੱਥੇ ਜਾਣ ਦੀ, ਕੋਸ਼ਿਸ਼ ਉੱਥੇ ਸਾਰਿਆਂ ਦੀ ਰਹੇਗੀ ਜਾਣ ਦੀ। ਲੇਕਿਨ ਇੱਕ ਵਚਨ ਪੜ੍ਹੋ ਮੇਰੇ ਨਾਲ, ਪ੍ਰਕਾਸ਼ ਦੀ ਪੋਥੀ ਉਹਦਾ 2 ਅਧਿਆਇ ਉਹਦਾ 25 ਵਚਨ। ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਉਸ ਨੂੰ ਤਕੜਾਈ ਨਾਲ ਫੜੀ ਰੱਖੋ। ਦੇਖੋ ਕੀ ਹੈ ਤੁਹਾਡੇ ਕੋਲ, ਜੋ ਕੁਝ ਵੀ ਤੁਹਾਡੇ ਕੋਲ ਹੈ ਉਹਨੂੰ ਕੀ ਕਰੋ? ਤਕੜਾਈ ਨਾਲ ਪਕੜੀ ਰੱਖੋ। ਹੁਣ ਦੇਖੋ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਆਰਾਧਨਾ ਕਰਦੇ ਸੀਗੇ ਤਾਂ ਤੁਹਾਡੀ ਤਾੜੀ ਕੈਸੀ ਸੀਗੀ? ਹਰ ਇੱਕ ਜਣ ਗੋਡੇ ਭਰ ਬੈਠਦਾ ਸੀਗਾ, ਤਾਲੀ ਵਜਾਉਂਦੇ ਸੀਗੇ। ਲੇਕਿਨ ਅੱਜ ਦੇਖੋ ਨਾ ਤਾਂ ਤਾਲੀ ਰਹੀ, ਨਾ ਹੀ ਉਹ ਉਸ ਤਰ੍ਹਾਂ ਬੈਠਦੇ ਨੇ। ਸ਼ਾਇਦ ਤੁਸੀਂ ਕਦੇ ਨੋਟ ਕਰਿਆ ਹੋਊਗਾ, ਸਾਡੇ ਵਿੱਚ ਭਾਈ ਭਿੰਦਰ ਬੈਠਦੇ ਨੇ ਬੰਦਗੀ ਵਿੱਚ, ਇਹਨਾਂ ਦੀ ਤਾਲੀ ਵਿੱਚ ਕਦੇ ਫਰਕ ਪਿਆ ਅੱਜ ਤੱਕ? ਇਹ ਚਾਹੇ ਆਪਣੇ ਲਵੇ ਮਹੀਨੇ ਵਿੱਚ ਇੱਕ ਵਾਰ ਆਉਣ, ਚਾਹੇ 2 ਮਹੀਨੇ ਵਿੱਚ ਇੱਕ ਵਾਰ ਆਉਣ, ਇਹਨਾਂ ਨੇ ਕੀ ਪਕੜਿਆ ਹੋਇਆਗਾ? ਉਹ ਚੀਜ਼ ਪਕੜੀ ਹੋਈ ਹੈ। ਜਦ ਵੀ ਤਾਲੀ ਵਜਾਉਂਦੇ ਨੇ ਸਭ ਤੋਂ ਉੱਚੀ ਆਵਾਜ਼ ਇਹਨਾਂ ਦੀ ਹੁੰਦੀ ਹੈ ਤਾਲੀ ਦੀ। ਲੇਕਿਨ ਸਾਡੇ ਵਾਲੇ ਲਗਾਤਾਰ ਸੰਗਤੀ ਕਰਦੇ ਨੇ, ਲਗਾਤਾਰ ਵਚਨ ਸਿੱਖਦੇ ਨੇ, ਲੇਕਿਨ ਛੱਡ ਬੈਠੇ। ਕੀ ਲਿਖਿਆ ਬਾਈਬਲ ਦੇ ਵਿੱਚ? ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਪਕੜੀ ਰੱਖ। ਫਿਰ ਤੁਸੀਂ ਕਿੰਨਾ ਕੁਝ ਛੱਡ ਬੈਠੇ ਹੋ? ਪ੍ਰਾਰਥਨਾ ਕਰਨੀ ਛੱਡ ਬੈਠੇ, ਬਾਈਬਲ ਪੜ੍ਹਨੀ ਛੱਡ ਬੈਠੇ, ਵਰਤ ਕਰਨੇ ਛੱਡ ਬੈਠੇ, ਜਦ ਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਛੇਤੀ ਆਉਣ ਵਾਲਾਂਗਾ, ਮੈਂ ਤਾਂ ਮੁਕਟ ਤੁਹਾਨੂੰ ਦੇਣਾ ਚਾਹੁੰਦਾਗਾ। ਲੇਕਿਨ ਸਹੀ ਦੇ ਵਿੱਚ ਇਨਸਾਨ ਕੀ ਹੈ? ਉਹ ਤਾਂ ਆਪਣਾ ਸਭ ਕੁਝ ਛੱਡ ਕੇ ਬੈਠ ਚੁੱਕਿਆਗਾ। ਜੋ ਕੁਝ ਪ੍ਰਭੂ ਯਿਸੂ ਮਸੀਹ ਇਨਸਾਨ ਨੂੰ ਦੇਣਾ ਚਾਹੁੰਦੇ ਸੀਗੇ ਉਹ ਇਨਸਾਨ ਉਹ ਛੱਡ ਕੇ ਬੈਠ ਚੁੱਕਿਆਗਾ। ਅਰ ਇੱਕ ਵਚਨ ਪੜ੍ਹੋ ਮੇਰੇ ਨਾਲ, ਪ੍ਰਕਾਸ਼ ਦੀ ਪੋਥੀ ਉਹਦਾ 2 ਅਧਿਆਇ ਉਹਦਾ 10 ਵਚਨ। ਜਿਹੜੇ ਦੁੱਖ ਤੈ ਭੋਗਣੇ ਹਨ ਤੂੰ ਉਹਨਾਂ ਤੋਂ ਨਾ ਡਰੀ। ਹਾਂ, ਵੇਖੋ ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਕਿ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ 10 ਦਿਨ ਤੀਕ ਦਿੱਤਾ ਹੋਵੇਗੀ। ਤੂੰ ਮਰਨ ਤੋੜੀ ਵਫਾਦਾਰ ਹੈ ਤਾਂ ਮੈਂ ਤੈਨੂੰ ਜੀਵਨ ਦਾ ਮੁਕਤ ਦਿਆਂਗਾ। ਜੀਵਨ ਦਾ ਮੁਕਤ ਮਿਲੇਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਅੱਜ ਕਦ ਲਈ ਮਸੀਹ ਨੂੰ ਮੰਨ ਰਹੇ ਹੋ ਤੁਸੀਂ? ਕਿਹੜੀ ਗੱਲ ਲਈ ਆਪਣਾ ਆਰਾਮ ਛੱਡ ਕੇ ਬੈਠੇ ਹੋ? ਕਿਉਂ ਸਮੇਂ ਲਈ ਸਮੇਂ ਸਿਰ ਬੰਦਗੀ ਵਿੱਚ ਆਉਣੇ ਹੋ? ਕਿਉਂ ਆਪਣੇ ਰਿਸ਼ਤੇਦਾਰ ਛੱਡ ਬੈਠੇ ਹੋ? ਕਿਉਂ ਵਿਆਹ ਸ਼ਾਦੀ ਛੱਡ ਕੇ ਬੈਠੇ ਹੋਏ ਹੋ? ਕਿਉਂਕਿ ਤੁਹਾਨੂੰ ਮੁਕਤ ਚਾਹੀਦਾ ਹੈ। ਮੁਕਤ ਚਾਹੀਦਾ ਤੁਹਾਨੂੰ। ਤੁਸੀਂ ਕਹੋ ਚਾਹੇ ਨਾ ਕਹੋ, ਤੁਸੀਂ ਮੰਗੋ ਚਾਹੇ ਨਾ ਮੰਗੋ, ਲੇਕਿਨ ਤੁਹਾਡੇ ਲਈ ਮੁਕਤ ਤਾਂ ਪ੍ਰਭੂ ਯਿਸੂ ਮਸੀਹ ਨੇ ਤਿਆਰ ਕਰਕੇ ਰੱਖਿਆ ਹੋਵੇਗਾ। ਲੇਕਿਨ ਮੁਕਤ ਸੌਖੇ ਹਾਲ ਨਹੀਂ ਮਿਲਦਾ ਇਨਸਾਨ ਨੂੰ। ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਉਹਦੇ ਲਈ ਦੁੱਖ ਸਹਿਣਾ ਪੈਂਦਾ ਹੈਗਾ, ਉਹਦੇ ਲਈ ਮਾਰ ਖਾਣੀ ਪੈਂਦੀ ਹੈ, ਉਹਦੇ ਲਈ ਨਿੰਦਿਆ ਸਹਿਣੀ ਪੈਂਦੀ ਹੈ। ਸੰਤ ਪੌਲਸ ਨੇ ਕਰਕੇ ਦਿਖਾਇਆਗਾ। ਉਹ ਨੀਂਦਰਾ ਰਿਹਾ, ਭੁੱਖਾ ਰਿਹਾ, ਪਿਆਸਾ ਰਿਹਾ, ਕਿੰਨਾ ਕੁਛ ਕੀਤਾ ਉਹਨੇ। ਔਰ ਆਪਣੇ ਆਪ ਨੂੰ ਰੋਜ਼ ਚੈੱਕ ਕਰਦਾ ਸੀਗਾ, ਆਪਣੇ ਆਪ ਨੂੰ ਰੋਜ਼ ਮਾਰਦਾ ਸੀਗਾ, ਕੁੱਟਦਾ ਸੀਗਾ, ਆਪਣੇ ਸਰੀਰ ਨੂੰ ਵਸ ਦੇ ਵਿੱਚ ਰੱਖਦਾ ਸੀਗਾ। ਕਿਉਂ? ਮੈਨੂੰ ਮੁਕਤ ਚਾਹੀਦਾਗਾ, ਮੈਂ ਮੁਕਤ ਲੈਣਾਗਾ, ਮੈਂ ਕੁਝ ਹਾਸਲ ਕਰਨਾਗਾ, ਮੈਂ ਕੁਝ ਬਣਨਾਗਾ, ਮੈਂ ਕੁਝ ਪਰਮੇਸ਼ਰ ਤੋਂ ਪ੍ਰਾਪਤ ਕਰਨਾਗਾ। ਤਾਂ ਦੇਖੋ ਕਿੰਨਾ ਸਹਿਣ ਕਰਨ ਤੋਂ ਬਾਅਦ, ਕਿੰਨੀ ਨਿੰਦਿਆ ਸਹਿਣ ਕਰਨ ਤੋਂ ਬਾਅਦ, ਕਿੰਨਾ ਦੁੱਖ ਸਹਿਣ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਪਰਮੇਸ਼ਰ ਦਾਸ ਕੀ ਕਹਿੰਦਾ ਕਿ ਮੇਰੇ ਲਈ ਜੀਵਨ ਦਾ ਮੁਕਤ ਰੱਖਿਆ ਹੋਇਆਗਾ। ਕਿਉਂ? ਕਿਉਂਕਿ ਮੈਂ ਅਖੀਰ ਤੱਕ ਬਣਿਆ ਰਿਹਾ, ਮੈਂ ਅਖੀਰ ਤੱਕ ਬਣਿਆ ਰਿਹਾ। ਕੀ ਅਸੀਂ ਗੱਲ ਕਹਿ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਹੋਏ ਹਾਂ? ਕੀ ਤੁਸੀਂ ਕਹਿ ਸਕਦੇ ਹੋ ਗੱਲ ਕਿ ਪਰਮੇਸ਼ਰ ਨੇ ਮੇਰੇ ਲਈ ਮੁਕਤ ਰੱਖਿਆ ਹੋਇਆਗਾ? ਕਿਤੇ ਐਵੇਂ ਨਹੀਂ ਤਾਂ ਕਿ ਤੁਹਾਡਾ ਮੁਕਤ ਕੋਈ ਲੈ ਕੇ ਚਲਾ ਗਿਆ, ਤੁਹਾਡਾ ਮੁਕਤ ਹੁਣ ਤੁਹਾਡਾ ਨਹੀਂ ਰਿਹਾ, ਉਹਦਾ ਹੱਕਦਾਰ ਕੋਈ ਹੋਰ ਬਣ ਗਿਆਗਾ। ਕਿਤੇ ਐਸਾ ਤਾਂ ਨਹੀਂ? ਹਾਲੇਲੂਇਆ। ਕੀ ਤੁਸੀਂ ਆਪਣਾ ਮੁਕਤ ਬਚਾਇਆ ਜਾਂ ਨਹੀਂ ਬਚਾਇਆ? ਸਹੀ ਦੇ ਵਿੱਚ ਅਗਰ ਤੁਹਾਡਾ ਮੁਕਤ ਨਹੀਂ ਬਚਿਆ ਤੇ
ਕੋਈ ਵੀ ਫਾਇਦਾ ਨਹੀਂ ਤੁਹਾਨੂੰ। ਮੁਕਟ ਬਚਾਉਣਾਗਾ ਆਪਣਾ, ਮੁਕਟ ਬਚਾਉਣਾਗਾ। ਔਰ ਬਾਈਬਲ ਦੇ ਵਿੱਚ ਲਿਖਿਆ ਤੂੰ ਮਰਨ ਤੱਕ ਵਫਾਦਾਰ ਰਹਿ ਤਾਂ ਤੈਨੂੰ ਜੀਵਨ ਦਾ ਮੁਕਟ ਮਿਲੇਗਾ। ਇਦਾਂ ਨਹੀਂ ਮਿਲਦਾ ਜੀਵਨ ਦਾ ਮੁਕਟ। ਲੇਕਿਨ ਅੱਜ ਨਾ ਤਾਂ ਮੁਕਟ ਦਾ ਕੋਈ ਟਿਕਾਣਾ ਹੈਗਾ, ਨਾ ਖੁਦ ਦਾ ਟਿਕਾਣਾ ਨਹੀਂ। 2.5 ਘੰਟੇ ਦੀ ਪ੍ਰਾਰਥਨਾ ਛੱਡੋ, ਅੱਧਾ ਘੰਟਾ, ਘੰਟਾ, ਸਵਾ ਘੰਟਾ ਪ੍ਰਾਰਥਨਾ ਕਰਨੀ ਤੇ ਲੈਣਾ ਕੀ ਹੈ? ਜੀਵਨ ਦਾ ਮੁਕਟ। ਲੈਣਾ ਕੀ ਹੈ? ਸਵਰਗ। ਸਵਰਗ ਦੇ ਲਈ ਬਹੁਤ ਲੋਕ ਦੌੜ ਰਹੇ ਨੇ, ਤੁਸੀਂ ਇਕੱਲੇ ਹੀ ਨਹੀਂ ਹੋ, ਬਹੁਤ ਲੋਕ ਦੌੜ ਰਹੇ ਨੇ। ਲੇਕਿਨ ਜਿੱਤੇਗਾ ਜਿਹੜਾ, ਉਹਨੂੰ ਜੀਵਨ ਦਾ ਮੁਕਟ ਮਿਲੇਗਾ। ਤੇ ਜਿੱਤਣਾ ਕਿਹਦੇ ਉੱਪਰ ਹੈ? ਆਪਣੇ ਗੁੱਸੇ ਦੇ ਉੱਪਰ, ਆਪਣੀ ਲੜਾਈ ਝਗੜੇ ਦੇ ਉੱਪਰ, ਆਪਣੀ ਵੈਰ ਵਿਰੋਧਤਾ ਦੇ ਉੱਪਰ, ਆਪਣੇ ਕ੍ਰੋਧ ਦੇ ਉੱਪਰ। ਇਨਸਾਨ ਇਹਦੇ ਉੱਪਰ ਨਹੀਂ ਜਿੱਤ ਪਾ ਰਿਹਾ। ਹਲੇ ਤਾਂ ਐਂਟੀਕ੍ਰਿਸਟ ਨੇ ਆਉਣਾ ਗਾ। ਕਿੰਨੇ ਲੋਕ ਨੇ ਜੋ ਇਸ ਮਹੀਨੇ ਵਿੱਚ ਲੜਾਈ ਝਗੜਾ ਕਰਕੇ ਬੈਠੇ ਹੋਏ ਨੇ, ਆਂਢ ਗੁਆਂਢ ਦੇ ਵਿੱਚ ਨਹੀਂ, ਆਪਣੇ ਪਰਿਵਾਰ ਦੇ ਵਿੱਚ, ਸੰਗਤ ਵਿੱਚ। ਕਿੰਨੇ ਐਸੇ ਲੋਕ ਨੇ ਜੋ ਲੜਾਈ ਝਗੜਾ ਕਰਕੇ ਬੈਠੇ ਨੇ ਇਮਾਨਦਾਰੀ ਦੇ ਨਾਲ। ਫਿਰ ਮੁਕਟ ਮਿਲੇਗਾ ਉਹਨੂੰ? ਕਿੰਨੇ ਲੋਕ ਨੇ? ਕੋਈ ਵੀ ਨਹੀਂ। ਐਸੇ ਲੋਕ ਚਾਹੀਦੇ ਨੇ ਪਰਮੇਸ਼ਵਰ ਨੂੰ ਕਿ ਜੋ ਲੜਾਈ ਝਗੜਾ ਨਹੀਂ ਕਰਦੇ। ਸੰਤ ਪੌਲਸ ਕੀ ਕਹਿੰਦਾ? ਮੈਂ ਮਾਰ ਦਾਂਗਾ, ਮੈਂ ਕੁੱਟ ਦਾਂਗਾ, ਮੈਂ ਵਸਤ ਵਿੱਚ ਰੱਖ ਦਾਂਗਾ। ਕਿਹਨੂੰ? ਆਪਣੇ ਸਰੀਰ ਨੂੰ। ਕ੍ਰੋਧ ਕਰਦਾ ਕੌਣ ਹੈ? ਕ੍ਰੋਧ ਕੌਣ ਕਰਦਾਗਾ? ਸਰੀਰ। ਲੜਾਈ ਝਗੜਾ ਕੌਣ ਕਰਦਾਗਾ? ਸਰੀਰ। ਇਹਨੂੰ ਮਾਰਨਾਗਾ, ਇਹਦੀ ਮੰਨਣੀ ਹੀ ਨਹੀਂ ਹੈ, ਇਹਦੀ ਸੁਣਨੀ ਨਹੀਂ ਹੈ। ਔਰ ਸੰਤ ਪੌਲਸ ਇਹੀ ਕੰਮ ਕਰਦਾਗਾ। ਅਰ ਇੱਕ ਵਚਨ ਪੜੋ ਮੇਰੇ ਨਾਲ, ਇਬਰਾਨੀਆਂ ਉਹਦਾ 10 ਅਧਿਆਇ, ਉਹਦਾ 23 ਵਚਨ। ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ, ਕਿਉਂਕਿ ਜੇ ਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ। ਦੇਖੋ, ਜੋ ਸਾਨੂੰ ਆਸ ਹੈ, ਜੋ ਸਾਨੂੰ ਆਸ ਹੈ, ਉਹ ਇਕਰਾਰ ਨੂੰ, ਸੱਚੇ ਇਕਰਾਰ ਨੂੰ ਕੀ ਕਰਨਾਗਾ? ਤਕੜਾਈ ਨਾਲ ਪਕੜ ਕੇ ਰੱਖਣਾਗਾ। ਕਿਹੜੀ ਆਸ ਹੈ ਤੁਹਾਨੂੰ? ਕਿ ਅਸੀਂ ਸਵਰਗ ਵਿੱਚ ਜਾਵਾਂਗੇ। ਪਰਮੇਸ਼ਵਰ ਨੇ ਸਾਡੇ ਲਈ ਕੀ ਰੱਖਿਆ ਹੋਏਗਾ? ਜੀਵਨ ਦਾ ਮੁਕਟ ਰੱਖਿਆ ਹੈਗਾ। ਇਹ ਸਾਨੂੰ ਆਸ ਹੈ। ਅਰੇ ਸੱਚਾ ਇਕਰਾਰ ਹੈ ਪਰਮੇਸ਼ਵਰ ਦਾ। ਔਰ ਜਿਹਨੇ ਤੁਹਾਡਾ ਵਾਅਦਾ ਕੀਤਾਗਾ ਉਹ ਕੌਣ ਹੈ? ਉਹ ਤੇ ਵਫਾਦਾਰ ਹੈ। ਉਹ ਕੌਣ ਹੈ? ਵਫਾਦਾਰ। ਬੋਲੋ ਤਾਂ ਅਸੀਂ ਸਾਰੇ, ਕੌਣ ਹੈ ਉਹ ਵਫਾਦਾਰ ਹੈ। ਕਿਹੜੀ ਗੱਲ ਦੇ ਵਿੱਚ? ਕਿਹੜੀ ਗੱਲ ਦੇ ਵਿੱਚ ਵਫਾਦਾਰ ਹੈ? ਥੱਕ ਗਏ ਸਾਰੇ? ਕਿਹੜੀ ਗੱਲ ਦੇ ਵਿੱਚ ਵਫਾਦਾਰ ਹੈ? ਜੇ ਤੁਸੀਂ ਜਿੱਤੋਗੇ ਫਿਰ ਤੁਹਾਨੂੰ ਕੀ ਮਿਲੇਗਾ? ਮੁਕਟ ਬਾਜ਼ਾਰ ਵਿੱਚ ਮਿਲ ਜੇ ਤੁਹਾਨੂੰ। ਫਿਰ ਕੀ ਮਿਲੇਗਾ ਤੁਹਾਨੂੰ? ਜੀਵਨ ਦਾ ਮੁਕਟ ਮਿਲੇਗਾ। ਫਿਰ ਕੀ ਮਿਲੇਗਾ? ਜੀਵਨ ਦਾ ਮੁਕਟ। ਕੀ ਕਰਨਾ ਉਹਦੇ ਲਈ? ਜਿੱਤਣਾਗਾ। ਔਰ ਜਿੱਤਣ ਦੇ ਲਈ ਕੀ ਕਰਨੀ ਪੈਂਦੀ ਹੈ? ਮਿਹਨਤ ਕਰਨੀ ਪੈਂਦੀ ਹੈ, ਪ੍ਰੈਕਟਿਸ ਕਰਨੀ ਪੈਂਦੀ ਹੈ। ਹੁਣ ਗੁੱਸਾ ਨਾ ਕਰਨ ਦੀ ਪ੍ਰੈਕਟਿਸ ਕਰਿਆ ਕਰੋ, ਕ੍ਰੋਧ ਨਾ ਕਰਨ ਦੀ ਪ੍ਰੈਕਟਿਸ ਕਰਿਆ ਕਰੋ, ਵਰਤ ਰੱਖਣ ਦੀ ਪ੍ਰੈਕਟਿਸ ਕਰੋ, ਗੋਡਿਆਂ ਭਾਰ ਬੈਠ ਕੇ ਵੀ ਪ੍ਰਾਰਥਨਾ ਕਰਨੀ, ਆਪਣੇ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨੀ, ਇਹ ਵੀ ਪ੍ਰੈਕਟਿਸ ਕਰੋ। ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ, ਕੋਈ ਬਾਤ ਨਹੀਂ, ਆਹਿਸਤਾ ਆਹਿਸਤਾ ਕਰੋ। ਵੈਸੇ 10 ਸਾਲ ਤਾਂ ਹੋ ਗਏ ਤੁਹਾਨੂੰ ਕਰਦਿਆਂ ਨੂੰ। 10 ਸਾਲ ਤੋਂ ਕਰ ਰਹੇ ਹੋ, 10 ਸਾਲ ਤੋਂ ਕਰ ਰਹੇ ਹੋ ਤਾਂ ਹੁਣ ਤੱਕ ਥੋੜੀ ਪ੍ਰੈਕਟਿਸ ਨਹੀਂ ਪੂਰੀ ਹੋ ਰਹੀ। ਲੋਕ ਤਾਂ 1.5-2 ਮਹੀਨੇ ਚ ਪ੍ਰੈਕਟਿਸ ਕਰਨਾ ਆਪਣਾ 5-7 ਕਿਲੋ ਵਜਨ ਕੰਮ ਘੱਟ ਕਰ ਲੈਂਦੇ ਨੇ, ਤੇ ਤੁਸੀਂ ਅਜੇ ਤੱਕ ਨਾ ਗੋਡਿਆਂ ਭਾਲੇ ਬੈਠ ਸਕਦੇ ਹੋ, ਨਾ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਕੇ ਪ੍ਰਾਰਥਨਾ ਹੀ ਕਰ ਸਕਦੇ ਹੋ। ਤੇ ਚਾਹੁੰਦੇ ਕੀ ਹੋ? ਜੀਵਨ ਦਾ ਮੁਕਤ। ਪਰਮੇਸ਼ਰ ਦੇ ਦਾਸ ਸੰਤ ਪੌਲਸ ਨੇ ਕੀ ਕਿਹਾ? ਦੁੱਖ ਝੱਲੀ, ਪਰਮੇਸ਼ਰ ਦਾ ਕੰਮ ਕਰਦਾ ਰਹੀ, ਫਿਰ ਤੁਹਾਨੂੰ ਜੀਵਨ ਦਾ ਮੁਕਤ ਮਿਲੇਗਾ। ਤੁਸੀਂ ਕੌਣ? ਦੁੱਖ ਝੱਲਣ ਵਾਲੇ ਜਾਂ ਦੁੱਖ ਦੇਣ ਵਾਲੇ? ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਸਾਡੇ ਪਰਮੇਸ਼ਵਰ ਜਿਹਦੇ ਪ੍ਰਾਸ ਰੱਖਦੇ ਹੋ, ਜਿਹਦੇ ਪ੍ਰਾਸ ਕਰਦੇ ਹੋ, ਉਹ ਕੀ ਆਪਣੇ ਵਾਅਦੇ ਦਾ ਸੱਚਾ ਪਰਮੇਸ਼ਵਰ ਹੈ। ਉਸਨੇ ਸੱਚਾ ਇਕਰਾਰ ਕੀਤਾਗਾ ਕਿ ਜੇ ਤੂੰ ਮੌਤ ਤੱਕ ਵਫਾਦਾਰ ਰਹੇਗਾ, ਜੇ ਤੂੰ ਮੌਤ ਤੱਕ ਵਫਾਦਾਰ ਰਹੇਗਾ ਤਾਂ ਮੈਂ ਤੈਨੂੰ ਕੀ ਦੇਵਾਂਗਾ? ਜੀਵਨ ਦਾ ਮੁਕਤ ਦੇਵਾਂਗਾ। ਇਹਦਾ 35 ਵਚਨ ਪੜੋ ਜੀ, ਇਬਰਾਨੀਆਂ 10:35। ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਣਾ,
ਕਿ ਉਹਦਾ ਵੱਡਾ ਫਲ ਹੈ। ਦੇਖੋ, ਜੋ ਹੌਸਲਾ ਤੁਸੀਂ ਫੜਿਆ ਹੋਇਆਗਾ, ਜੋ ਹੌਸਲਾ ਤੁਹਾਡੇ ਅੰਦਰ ਹੈ, ਜੋ ਦਲੇਰੀ ਤੁਹਾਡੇ ਅੰਦਰ ਹੈ, ਉਹਨੂੰ ਛੱਡ ਨਾ ਬੈਠਿਓ, ਕਿਉਂਕਿ ਉਹਦਾ ਜੋ ਪ੍ਰਤੀਫਲ ਹੈ ਉਹ ਬਹੁਤ ਵੱਡਾ ਗਾ। ਫਿਰ ਅੱਗੇ ਕੀ ਲਿਖਿਆ ਜੀ? ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ, ਭਾਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਦੇਖੋ ਕੀ ਲਿਖਿਆਗਾ, ਧੀਰਜ ਕਰਨ ਦੀ ਬਹੁਤ ਹੀ ਲੋੜ ਹੈ। ਅਗਰ ਤੁਸੀਂ ਧੀਰਜ ਕਰੋਗੇ ਤਾਂ ਪਰਮੇਸ਼ਰ ਨੇ ਜੋ ਵਾਅਦਾ ਕੀਤਾਗਾ ਉਹ ਤੁਸੀਂ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਸਕਦਾ। ਪਰਮੇਸ਼ਰ ਨੇ ਵਾਅਦਾ ਕੀ ਕੀਤਾਗਾ? ਦੇਖ, ਮੈਂ ਜਲਦੀ ਆਉਣਾਗਾ, ਜੋ ਕੁਝ ਵੀ ਤੇਰੇ ਕੋਲ ਉਸ ਨੂੰ ਤਕੜਾਈ ਨਾਲ ਪਕੜੀ ਰੱਖ, ਫਿਰ ਮੈਂ ਤੈਨੂੰ ਕੀ ਦੇਵਾਂਗਾ? ਜੀਵਨ ਦਾ ਮੁਕਤ ਦੇਵਾਂਗਾ। ਫਿਰ ਅੱਗੇ ਇਹ ਲਿਖਿਆ ਹੈ, ਹੁਣ ਥੋੜਾ ਜਿਹਾ ਚਿਰ ਹੈ, ਜੋ ਆਉਣ ਵਾਲਾ ਆਵੇਗਾ ਤੇ ਚਿਰ ਨਾ ਲਾਵੇਗਾ। ਹਾਂ, ਦੇਖੋ ਕੀ ਲਿਖਿਆਗਾ ਕਿ ਪਰਮੇਸ਼ਰ ਆਉਣ ਵਾਲੇ ਨੇ ਔਰ ਉਹ ਜ਼ਿਆਦਾ ਚਿਰ ਨਹੀਂ ਲਗਾਵੇਗਾ। ਫਿਰ ਅੱਗੇ ਪਰ ਮੇਰਾ ਧਰਮੀ ਬੰਦਾ ਨਿਸ਼ਚੈ ਤੋਂ ਜੀਵੇਗਾ, ਅਤੇ ਜੇ ਉਹ ਪਿਛਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਦੇਖੋ, ਜਿਹੜਾ ਮਤਲਬ ਵਿਸ਼ਵਾਸੀ ਦੀ ਗੱਲ ਕਰਦੇ ਨੇ ਪਰਮੇਸ਼ਰ ਦੇ ਦਾਸ, ਕੀ ਕਹਿੰਦੇ ਨੇ ਕਿ ਜਿਹੜਾ ਪਰਮੇਸ਼ਰ ਦਾ ਬੰਦਾ ਗਾ ਉਹ ਕਿਹਦੇ ਉੱਪਰ ਜਿੰਦਾ ਰਹੇਗਾ? ਉਹ ਤਾਂ ਵਿਸ਼ਵਾਸ ਤੋਂ ਜਿੰਦਾ ਰਹੇਗਾ, ਉਹ ਤਾਂ ਵਿਸ਼ਵਾਸ ਤੋਂ ਜਿੰਦਾ ਰਹੇਗਾ। ਲੇਕਿਨ ਅਗਰ ਉਹ ਪਿਛਾਂ ਹਟ ਗਿਆ ਤਾਂ ਪਰਮੇਸ਼ਰ ਕਹਿੰਦਾਗਾ ਕਿ ਮੇਰਾ ਜੋ ਮਨ ਹੈ ਉਹ ਉਸ ਤੋਂ ਕਦੇ ਵੀ ਖੁਸ਼ ਨਹੀਂ ਹੋਏਗਾ। ਅੱਜ ਬੜੇ ਲੋਕ ਸੀਗੇ, ਅੱਜ ਬੜੇ ਲੋਕ ਨੇ ਇੱਥੇ ਵੀ ਵਿਸ਼ਵਾਸ ਵਿੱਚ ਚੰਗੇ ਦੌੜੇ, ਚੰਗੀ ਰੇਸ ਫੜੀ ਉਹਨਾਂ ਨੇ, ਚੰਗੀ ਦੌੜ ਲਗਾਈ ਉਹਨਾਂ ਨੇ, ਲੇਕਿਨ ਰਸਤੇ ਵਿੱਚ ਜਾਂਦੇ ਜਾਂਦੇ ਥੱਕ ਗਏ। ਔਰ ਥੱਕੇ ਵੀ ਐਸੇ ਕਿ ਹੁਣ ਉੱਠਣਾ ਨਹੀਂ ਚਾਹੁੰਦੇ, ਹੁਣ ਚੱਲਣਾ ਨਹੀਂ ਚਾਹੁੰਦੇ, ਹੁਣ ਬੈਠ ਗਏ ਇੱਕ ਜਗ੍ਹਾ ਹੀ। ਜਦ ਕਿ ਸਹੀ ਵਿੱਚ ਹੁਣ 10 ਸਾਲ ਦਾ ਸਫ਼ਰ ਤੈਅ ਕਰ ਲਿਆਗਾ, ਬਾਕੀ ਕਿੰਨਾ ਰਹਿ ਗਿਆ? 1.5 ਹਾਂ, ਹੁਣ ਸਮਾਂ ਬਹੁਤ ਥੋੜਾ ਰਹਿ ਗਿਆ, ਥੋੜਾ ਚਿਰ ਰਹਿ ਗਿਆਗਾ। ਸਫ਼ਰ ਬਹੁਤ ਲੰਬਾ ਤੈਅ ਕਰ ਚੁੱਕੇ ਹੋ। ਸਫ਼ਰ ਲੰਬਾ ਤੈਅ ਕਰਨ ਤੋਂ ਬਾਅਦ ਕਿੰਨਾ ਰਹਿ ਗਿਆ? ਥੋੜਾ ਜਿਹਾ ਸਮਾਂ ਰਹਿ ਗਿਆ, ਥੋੜਾ ਜਿਹਾ ਸਮਾਂ ਰਹਿ ਗਿਆ। ਪਰ ਕੀ ਲਿਖਿਆਗਾ? ਅਗਰ ਜੇ ਥੋੜੇ ਜਿਹੇ ਸਮੇਂ ਵਿੱਚ ਤੁਸੀਂ ਕੀ ਹੋ ਗਏ? ਥੱਕ ਗਏ, ਬੈਠ ਗਏ, ਉੱਠੇ ਨਾ, ਤਾਂ ਫਿਰ ਪਰਮੇਸ਼ਰ ਕਹਿੰਦਾ ਮੇਰਾ ਜੀ ਤੁਹਾਡੇ ਤੋਂ ਖੁਸ਼ ਨਹੀਂ ਹੋਵੇਗਾ। ਹੁਣ ਆਪਾਂ ਦੇਖਿਆ ਇੱਥੇ ਕਈ ਵਾਰ ਜ਼ਿਆਦਾ ਲੋਕ ਪੜ੍ਹੇ ਲਿਖੇ ਬੈਠੇ ਨੇ ਜਾਂ ਬੱਚੇ ਪੜ੍ਹਦੇ ਨੇ, ਕਈ ਵਾਰ ਹੁੰਦਾ ਕਿ ਇਨਸਾਨ ਨੇ ਬਹੁਤ ਮਿਹਨਤ ਕਰੀ ਹੋਵੇ। ਅਗਰ 100 ਨੰਬਰ ਦਾ ਪੇਪਰ ਹੁੰਦਾ ਸੀਗਾ, ਅਗਰ ਇਨਸਾਨ ਨੂੰ 32 ਨੰਬਰ ਆ ਜਾਂਦੇ ਸੀਗੇ ਤਾਂ ਫਿਰ ਕੀ ਹੋ ਜਾਂਦਾ ਸੀਗਾ? ਇੱਕ ਪਿੱਛੇ ਉਹ ਫੇਲ ਹੋ ਜਾਂਦਾ ਸੀ, ਇੱਕ ਦੇ ਪਿੱਛੇ ਹੋ ਜਾਂਦਾ ਸੀਗਾ ਫੇਲ, ਤੇ ਬਾਅਦ ਵਿੱਚ ਇਨਸਾਨ ਨੂੰ ਬੜਾ ਦੁੱਖ ਹੁੰਦਾ ਸੀਗਾ, ਇੱਕ ਮਿਲ ਜਾਂਦਾ, ਇੱਕ ਮਿਲ ਜਾਂਦਾ, ਇੱਕ ਮਿਲ ਜਾਂਦਾ। ਹੁਣ ਇਹੀ ਕੰਮ ਹੋਵੇਗਾ ਕਿ ਇਨਸਾਨ ਦੌੜਿਆ ਤਾਂ ਬਹੁਤ ਮਸੀਹ ਦੇ ਵਿੱਚ, ਬਹੁਤ ਮਿਹਨਤ ਕਰੀ, ਅਗਰ ਇਨਸਾਨ ਥੱਕ ਚੁੱਕਿਆ, ਡਿੱਗ ਚੁੱਕਿਆ, ਉੱਠਦਾ ਨਹੀਂ ਪਿਆ, 10 ਸਾਲ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਜਿਹੜਾ ਥੋੜਾ ਜਿਹਾ ਟਾਈਮ ਰਹਿ ਗਿਆਗਾ ਉਹਦੇ ਵਿੱਚ ਇਨਸਾਨ ਉਸ ਜੀਵਨ ਦੇ ਮੁਕਤ ਤੋਂ ਆਪਣਾ ਹੱਥ ਧੋ ਬੈਠੇਗਾ। ਪਰਮੇਸ਼ਰ ਕੀ ਕਹਿੰਦਾਗਾ ਕਿ ਜੇ ਮੇਰਾ ਧਰਮੀ ਜਨ ਵਿਸ਼ਵਾਸ ਕਰਦਾਗਾ ਤਾਂ ਮੈਂ ਕੀ ਹਾਂ? ਉਸ ਤੋਂ ਖੁਸ਼ ਹਾਂ। ਅਗਰ ਉਹ ਪਿਛਾਂ ਹਟ ਜਾਏ ਤਾਂ ਫਿਰ ਮੈਂ ਉਸ ਤੋਂ ਖੁਸ਼ ਨਹੀਂ ਹਾਂ। ਫਿਰ ਅੱਗੇ ਕੀ ਲਿਖਿਆ ਜੀ 39 ਵਿੱਚ? ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਂ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਜਿਹੜੇ ਨਿਸ਼ਚਾ ਕਰਕੇ ਜਾਨ ਬਚਾ ਰੱਖਦੇ ਹਨ। ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ ਅਸੀਂ ਉਹਨਾਂ ਵਿੱਚੋਂ ਨਹੀਂ ਕਿ ਜਿਹੜੇ ਪਿਛਾਂ ਹੋ ਜਾਂਦੇ ਨੇ, ਲੇਕਿਨ ਅਸੀਂ ਕੀ ਹਾਂ? ਅਸੀਂ ਤਾਂ ਅਗਾਂਹ ਵਧਦੇ ਹਾਂ ਤਾਂ ਕਿ ਸਾਡੀ ਜਾਨ ਬਚਾਈ ਜਾਏ। ਤਾਂ ਦੇਖੋ ਸਹੀ ਦੇ ਵਿੱਚ ਸੰਤ ਪੌਲਸ ਜੋ ਇੰਨਾ ਧਰਮੀ, ਆਤਮਾ ਨਾਲ ਭਰਪੂਰ, ਵਿਸ਼ਵਾਸ ਵਿੱਚ ਵਧਿਆ ਹੋਇਆ, ਇੰਨਾ ਦੁੱਖ ਸਹਿਣ ਤੋਂ ਬਾਅਦ, ਇੰਨੀ ਮਾਰ ਖਾਣ ਤੋਂ ਬਾਅਦ, ਇੰਨਾ ਮਤਲਬ ਨਿੰਦਿਆ ਸਹਿਣ ਤੋਂ ਬਾਅਦ ਵੀ ਉਹਨੂੰ ਡਰ ਹੈ ਕਿ ਮੈਂ ਇੰਨਾ ਕੁਝ ਕਰ ਰਿਹਾਗਾ, ਲੇਕਿਨ ਜਿਹੜਾ ਜੀਵਨ ਦਾ ਮੁਕਤ ਮੈਨੂੰ ਚਾਹੀਦਾਗਾ ਕਿਤੇ ਉਹ ਜੀਵਨ ਦਾ ਮੁਕਤ ਮੇਰੇ ਹੱਥੋਂ ਨਿਕਲ ਨਾ ਜਾਏ, ਮੇਰਾ ਮੁਕਤ ਕੋਈ ਹੋਰ ਨਾ ਲੈ ਕੇ ਚਲਾ ਜਾਏ। ਕਿਉਂਕਿ ਉਸਨੇ ਦੇਖਿਆ ਸੀਗਾ ਕਿ ਪਰਮੇਸ਼ਰ ਦਾ ਦਾਸ ਮੂਸਾ ਨੇ ਕਿੰਨਾ ਕੰਮ ਕੀਤਾ ਸੀਗਾ, ਕਿੰਨੀ ਮਿਹਨਤ ਕੀਤੀ, ਕਿੰਨਾ ਸਹਿਣ ਕੀਤਾ, ਲੇਕਿਨ ਅਖੀਰ ਦੇ ਵਿੱਚ ਜਿਹੜਾ ਮੁਕਤ ਉਸ ਨੂੰ ਮਿਲਣਾ ਚਾਹੀਦਾ ਸੀਗਾ ਉਹ ਮੁਕਤ ਉਸ ਨੂੰ ਮਿਲਿਆ ਹੀ ਨਹੀਂ। ਕਿਤੇ ਮੇਰੇ ਨਾਲ ਇਸ ਤਰ੍ਹਾਂ ਨਾ ਹੋ ਜਾਏ। ਦੇਖੋ ਸੰਤ ਪੌਲਸ ਦੇ ਕੋਲ ਗਿਆਨ ਤਾਂ ਬਹੁਤ ਸੀਗਾ, ਲੇਕਿਨ ਜਦੋਂ ਸਹੀ ਵਿੱਚ ਉਹਨੂੰ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਦੁਆਰਾ ਗਿਆਨ ਮਿਲਿਆ ਤਾਂ ਉਸਨੇ ਦੇਖੋ ਇਹ ਸਾਰੀਆਂ ਗੱਲਾਂ ਆਪਣੇ ਜੀਵਨ ਦੀਆਂ ਲਿਖ ਕੇ ਦੱਸੀਆਂ ਕਿ ਦੇਖੋ ਮੈਂ ਇਸ ਤਰ੍ਹਾਂ ਡਰਦਾਗਾ, ਮੈਨੂੰ ਡਰ ਹੈ ਇਹ ਗੱਲ ਦਾ ਕਿ ਮੈਂ ਵੀ ਜਿਹੜੀ ਇੰਨੀ ਮਿਹਨਤ ਕਰੀ ਹੈ, ਇੰਨੀ ਮਾਰ ਖਾਧੀ ਹੈ, ਮੈਂ ਕੋੜੇ ਖਾਧੇ, ਬੈਂਤਾਂ ਦੀ ਮਾਰ ਖਾਧੀ, ਕਿਤੇ ਮੇਰਾ ਇਸ ਤਰ੍ਹਾਂ ਵਿਅਰਥ ਨਾ ਚਲਾ ਜਾਏ। ਕਿਉਂਕਿ ਮੈਨੂੰ ਕੀ ਚਾਹੀਦਾਗਾ? ਮੈਨੂੰ ਜੀਵਨ ਦਾ ਮੁਕਤ ਚਾਹੀਦਾਗਾ। ਇੱਕ ਵਾਰ ਮੇਰਾ ਵਚਨ ਫਿਰ ਪੜੋ, ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ ਉਹਦਾ 11 ਵਚਨ। ਮੈਂ ਛੇਤੀ ਆਉਂਦਾ, ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਐਵੇਂ ਨਾ ਹੋਵੇ ਭਾਈ ਕੋਈ ਤੇਰਾ ਮੁਕਤ ਲੈ ਜਾਵੇ। ਦੇਖੋ ਕੀ ਲਿਖਿਆਗਾ
कि मैं छेती आउणागा। मैं की आ, मैं छेती आउणागा और जो कुछ तेरे कोल है उसनूं की कर, तकड़ाई नाल पकड़ी रख। मैं एक गल पुछना चाहुणागा, जो तुसीं मसीह दे विच आए सीगे, तुहाडे कोल उदों की सीगा? उदों की सीगा कि अज तक वो चीज़ नूं पकड़ के रखिया होया नहीं रखिया होया? कि जो तुहाडी पकड़ है वो कमजोर तो नहीं पै गई? अगर कमजोर पै गई तो फिर परमेश्वर सानू, प्रभु यीशु मसीह सानू यही कहंदे, एक बार फिर पढ़ो, पढ़ो एक बार फिर। मैं छेती आउंदा हां, जो कुछ तेरे कोल है सो तकड़ाई नाल फड़ी रख। देखो, जो कुछ तेरे कोल है उसनूं की कर, तकड़ाई नाल पकड़ी रख। फिर अगे, किते इਉਂ ना होवे भाई कोई तेरा मुक्त ले जावे। देखो, डरो इस गल तो, डरो इस गल तो, किहड़ी गल तो? कि मेरा मुक्त कोई होर ना लेके चला जाए। डरना चाहिए गल दो भी जिहड़ा मुक्त मेरा परमेश्वर मैनूं देना चाहुंदा गा, जिहड़ा मुक्त मेरे परमेश्वर ने मेरे लिए रखियागा, मेरा मुक्त कोई होर ना लेके चला जाए। अगर ये डर तुहाडे अंदर रहेगा तो तुसीं अपने आप की भी रखवाली कर सकते हो, अपने मुक्त की भी रखवाली कर सकते हो, और तुहाडियां नज़रां कित्थे लगी रहणगियां? उस मुक्त वाल लगी रहणगियां। मैनूं चाहीदागा, मैनूं चाहीदागा, मैं इसनूं लैणागा, मैं इसनूं लैणागा। और उस मुक्त नूं लैण दे लई तुसीं कोई भी कीमत दे सकते हो। उस मुक्त नूं प्राप्त करन दे लई तुसीं कुछ भी कर सकते हो। रात नूं नींद तो उठ सकते हो, अपनी नींद भी त्याग कर सकते हो, सवेरे भुखे भी रह सकते हो, प्यासे भी रह सकते हो। क्यों? अगर मुक्त के उपर तुहाडी नज़रां लगियां होईयां ने, तुहानूं पता चल जाए कि मैं मुक्त लेना ही लेना गा, मैं कुछ लेना ही लेना गा। मन के चलो किसी इंसान को पता चल जाए कि वो सामने वाला खेत है, सामने वाला खेत है, ਉਹਦੇ ਵਿੱਚ कुछ ऐसा खजाना गा, घट्टो घट्ट 2 करोड़ का खजाना गा, वो 2 करोड़ का खजाना गा। अगर किसी को पता चल जाए तो वो की करेगा? वो खेत लैण दे लई की करेगा? ਉਹਦੀ कीमत मतलब देवेगा, ਉਹਦੇ ਲਈ ਕੀ करना पेगा? वो अपना घर बेच देगा, बेचेगा या नहीं बेचेगा? गड्डी बेच सकता गा, घर में जो फर्नीचर है वो भी बेच सकता गा, हो सकता सोना चांदी भी बेच देवे। जो कुछ भी घर दे विच है वो की करेगा? उसनूं खरीदण लई करेगा। इदां अगर तुहानूं पता चल जाए कि परमेश्वर ने तुहाडे लई स्वर्ग विच मुक्त रखिया गा और परमेश्वर उसने देवेगा जिहड़ा जितण वाला गा, तो फिर की तुसीं परमेश्वर के वर्त नहीं रख सकते? कि परमेश्वर अगे भुखे प्यासे नहीं रह सकते? कि समा परमेश्वर को दे नहीं सकते? लेकिन कदों देवोगे? कि जो तुहानूं पता गा कि तुहाडे लई मुक्त रखिया होया गा। हुण देखो, संत पौलुस नूं पता लग गया, की पता लग गया सीगा कि मेरे लिए परमेश्वर ने मुक्त रखिया गा। तां ही संत पौलुस ने इन्नी मार खाधी। कितनी बार कोड़े खाधे उन्हें? बैंतां दी मार कितनी बार खाधी? 3 बारी। पथराव कितनी बारी होया? 1 बारी पथराव होया। 24 घंटे पानी विच रहा, दिन रात पानी दे विच रहा। होर भी कितनी निंदा सहन करी। क्यों करी? क्योंकि जानदा सीगा कि मेरे लिए मुक्त रखिया होयागा। अगर मैं मौत तक वफादार रहांगा तो ये मैनूं मिलेगा ही मिलेगा। तो अज संत पौलुस कित्थे है? अज संत पौलुस वो तो स्वर्ग दे विच है। अगर अज जाके पुछो, संत पौलुस नूं पुछो जाके स्वर्ग दे विच कि जिहड़ा तुसीं दुख सहन कीतागा, जिहड़ा कष्ट सहन कीतागा, वो किन्ना क सीगा? तो वो की कहेगा? जिहड़ा स्वर्ग मैनूं मिलिआगा ਇਹਦੇ सामने वो दुख वो कष्ट कुछ भी नहीं सीगा, वो तो बहुत थोड़ा सीगा। मैनूं तो मुक्त चाहिदा सीगा, मैं तो मुक्त प्राप्त करन दे लई ये सब कुछ कीतागा। ते परमेश्वर ने की कल्ला संत पौलुस दे लई मुक्त रखियागा? संत पौलुस का खुद कहंदागा कि दौड़ो, मैं चाहुंदा कि तुसीं भी दौड़ो कि तुहानूं भी मुक्त मिल जाए। ਜਦੋਂ मिस्र देश की गुलामी ਵਿੱਚੋਂ इजराइल प्रजा ਨੂੰ ਬਾਹਰ ਕੱਢਿਆ ਸੀਗਾ, परमेश्वर ਤਾਂ ਸਭ ਨੂੰ ਲੈ ਕੇ ਜਾਣਾ ਚਾਹੁੰਦੇ ਸੀਗੇ, लेकिन लोग ਉੱਥੇ ਪਹੁੰਚੇ ਹੀ ਨਹੀਂ। ਤੇ परमेश्वर ਅੱਜ ਇਸ ਕਲੀਸਿया ਦੇ ਵਿੱਚੋਂ ਕਿਹਨੂੰ ਛੱਡਣਾ ਚਾਹੁੰਦੇ ਨੇ? ਹਾਲੇਲੂਇਆ, ਹਾਲੇਲੂਇਆ। ਹੈ ਕੋਈ ਐਸਾ ਜਿਹਨੂੰ ਲੱਗਦਾ ਮੈਨੂੰ ਛੱਡ ਕੇ ਜਾਣਾ ਚਾਹੁੰਦਾ ਨੇ परमेश्वर? ਕੋਈ ਵੀ ਨਹੀਂ। परमेश्वर ਸਭ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਔਰ ਜੋ परमेश्वर ਸਾਨੂੰ ਸੱਚਾਈ ਨਾਲ ਸਿਖਾਉਂਦੇ ਨੇ ਉਹ ਸ਼ਾਇਦ ਅਸੀਂ ਕਿਤੇ ਨਹੀਂ ਸਿੱਖਿਆ। परमेश्वर ਸਾਨੂੰ ਸਿਖਾਉਂਦੇ ਨੇ, ਕੀ ਸਿਖਾਉਂਦੇ ਨੇ? कि मैं तुहाडे लई की रखियागा? जीवन का मुक्त रखियागा। और वही गल संत पौलुस ने अपने चेले भी कही, अपने साथी भी कही, तिमोथियुस नूं कि देख मैं लड़ाई लड़ चुकियागा, मैं दौड़ मुका छड्डी है, हुण की है? मेरे लिए जीवन का मुक्त है।
ਲੇਕਿਨ ਉਸ ਤੋਂ ਪਹਿਲਾਂ ਕੀ ਹੈ? ਦੁੱਖ ਸਹਿਣਾ ਪੈਂਦਾ ਹੈਗਾ। ਕੀ ਤੁਸੀਂ ਦੁੱਖ ਸਹਿਣ ਕੀਤਾ? ਕੀ ਤੁਹਾਡੀ ਨਿੰਦਿਆ ਹੋਈ? ਕੀ ਤੁਹਾਡੇ ਉੱਪਰ ਕੋਈ ਇਲਜ਼ਾਮ ਲੱਗਿਆ? ਅਗਰ ਇਹ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਤੁਸੀਂ ਉਸ ਰੇਸ ਵਿੱਚ ਹੀ ਨਹੀਂ ਹੋ, ਉਸ ਰੇਸ ਦੇ ਵਿੱਚ ਹੀ ਨਹੀਂ ਹੋ। ਰੇਸ ਦੇ ਵਿੱਚ ਆਉਣ ਦੇ ਲਈ ਕੀ ਕਰਨਾ ਪਏਗਾ? ਦੁੱਖ ਸਹਿਣਾ ਪਏਗਾ, ਦੁੱਖ ਸਹਿਣਾ ਪਏਗਾ, ਪਰ ਉਹਦੇ ਵਿੱਚ ਬਣਿਆ ਰਹਿਣਾ ਪਏਗਾ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ, ਪ੍ਰਕਾਸ਼ ਦੀ ਪੋਥੀ ਉਹਦਾ 3 ਅਧਿਆਇ ਉਹਦਾ 21 ਵਚਨ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਆਪਣੇ ਸਿੰਘਾਸਨ ਉੱਤੇ ਆਪਣੇ ਨਾਲ ਬਿਠਾਵਾਂਗਾ, ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹਦੇ ਸਿੰਘਾਸਨ ਉੱਤੇ ਬੈਠਾ। ਦੇਖੋ ਬਾਈਬਲ ਵਿੱਚ ਲਿਖਿਆ ਹੋਇਆ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਜਿਹੜਾ ਜਿੱਤਣ ਵਾਲਾ ਹੈਗਾ, ਜਿਹੜਾ ਜਿੱਤਣ ਵਾਲਾ ਹੈਗਾ, ਤੇ ਉਹਨੂੰ ਕੀ ਕਰੇਗਾ? ਮੈਂ ਆਪਣੇ ਨਾਲ ਸਿੰਘਾਸਨ ਦੇ ਉੱਤੇ ਬਿਠਾਵਾਂਗਾ। ਜਿਹੜਾ ਜਿੱਤਣ ਵਾਲਾ ਹੈਗਾ, ਪ੍ਰਭੂ ਯਿਸੂ ਮਸੀਹ ਸਾਡੇ ਜਿੱਤ ਕੇ ਗਏ, ਪ੍ਰਭੂ ਯਿਸੂ ਮਸੀਹ ਜਿੱਤ ਕੇ ਗਏ। ਔਰ ਜੋ ਜਿੱਤੇਗਾ ਉਹਦੇ ਲਈ ਇਹ ਸਭ ਕੁਝ ਹੋਵੇਗਾ। ਜਿੱਤਣਾ ਕਿਹਦੇ ਉੱਪਰ ਹੈ? ਸਰੀਰ ਦੇ ਉੱਪਰ। ਜਿੱਤਣਾ ਕਿਹਦੇ ਉੱਪਰ ਹੈ? ਆਪਣੇ ਕ੍ਰੋਧ ਦੇ ਉੱਪਰ। ਜਿੱਤਣਾ ਕਿਹਦੇ ਉੱਪਰ ਹੈ? ਆਪਣੇ ਗੁੱਸੇ ਦੇ ਉੱਪਰ। ਜਿੱਤਣਾ ਕਿਹਦੇ ਉੱਪਰ ਹੈ? ਇਹ ਸੰਸਾਰ ਦੀਆਂ ਸਾਰੇ ਕੰਮਕਾਰਾਂ ਦੇ ਉੱਪਰ ਜੋ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਲੈ ਕੇ ਜਾ ਰਹੀਆਂ ਨੇ। ਸੰਤ ਪੌਲਸ ਕਹਿੰਦਾ ਮੁਕਤ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਕੀ ਤੁਸੀਂ ਆਪਣਾ ਮੁਕਤ ਬਚਾਉਣ ਦੇ ਵਿੱਚ ਸਫਲ ਹੋ ਜਾਂ ਨਹੀਂ? ਹਾਲੇਲੂਇਆ, 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 ਹਾਲੇਲੂਇਆ। ਸੌਂ ਤਾਂ ਨਹੀਂ ਗਏ? ਕੀ ਤੁਹਾਨੂੰ ਲੱਗਦਾ ਕਿ ਤੁਹਾਡਾ ਮੁਕਤ ਸੇਫ ਹੈ ਅਜੇ ਤੱਕ? ਤੁਹਾਡਾ ਮੁਕਤ ਬਚਿਆ ਹੋਇਆ ਜਾਂ ਕੋਈ ਲੈ ਕੇ ਚਲਾ ਗਿਆ? ਲੱਗਦਾ ਤੁਹਾਨੂੰ ਵੀ ਤੁਸੀਂ ਮੁਕਤ ਦੇ ਲਈ ਕੁਝ ਕਰ ਰਹੇ ਹੋ? ਅਗਰ ਤੁਹਾਡੇ ਲਈ ਤੁਹਾਡਾ ਮੁਕਤ ਰੱਖਿਆ ਹੋਇਆਗਾ, ਤੁਹਾਨੂੰ ਲੱਗਦਾਗਾ ਮੈਂ ਆਪਣਾ ਮੁਕਤ ਬਚਾ ਸਕਦਾਗਾ, ਤਾਂ ਫਿਰ ਇਹ ਬਹੁਤ ਹੀ ਚੰਗੀ ਗੱਲ ਹੈ। ਅਗਰ ਤੁਹਾਨੂੰ ਲੱਗਦਾਗਾ ਤੁਹਾਡਾ ਮੁਕਤ ਤੁਹਾਡੇ ਹੱਥੋਂ ਜਾ ਰਿਹਾਗਾ, ਤਾਂ ਫਿਰ ਸਾਵਧਾਨ ਹੋ ਜਾਓ। ਫਿਰ ਉਹੀ ਰੇਸ ਫੜ ਲਓ, ਫਿਰ ਉੱਠ ਕੇ ਖੜੇ ਹੋ ਜਾਓ, ਫਿਰ ਵਰਤ ਰੱਖੋ, ਫਿਰ ਪ੍ਰਾਰਥਨਾ ਕਰੋ, ਫਿਰ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ, ਫਿਰ ਵਚਨ ਦੇ ਵਿੱਚ ਆ ਜਾਓ। ਹੁਣ ਕੀ ਹੈ? ਹੁਣ ਦੀ ਵਾਰ ਆਪਣੀ ਅੱਖਾਂ ਵਿੱਚ ਨੀਂਦ ਨਾ ਆਉਣ ਦਿਓ। ਹੁਣ ਮਿਹਨਤ ਕਰੋ। ਜਿਹੜੇ ਲੋਕ ਮਿਹਨਤ ਕਰਦੇ ਨੇ ਉਹ ਸਵੇਰੇ 4 ਵਜੇ ਦਾ ਅਲਾਰਮ ਲਾ ਦਿੰਦੇ ਨੇ, ਮੈਂ ਜਾਣਾ ਕੱਲ ਨੂੰ ਰਨਿੰਗ ਕਰਨ ਦੇ ਲਈ, ਮੈਂ ਜਾਣਾ ਕੱਲ ਨੂੰ ਦੌੜਨ ਦੇ ਲਈ। ਤੇ ਪਰਮੇਸ਼ਵਰ ਦੇ ਵਿੱਚ ਵਧਣਾਗਾ ਤਾਂ ਇਹਦੇ ਲਈ ਵੀ ਕੰਮ ਕਰੋ ਨਾ, ਇਹਦੇ ਲਈ ਵੀ ਮਿਹਨਤ ਕਰੋ। ਹੁਣ ਕਈ ਲੋਕ ਸਾਡੇ ਵਿੱਚ ਭਾਈ ਬੈਠੇ, ਇੱਕ ਇਹ ਵੀ ਕੰਮ ਕਰਦੇ ਲਈ ਜਾਂਦੇ ਨੇ। ਕਿੰਨੇ ਵਜੇ ਨਿਕਲਦੇ ਰਾਤ ਨੂੰ? ਕਿੰਨੇ ਵਜੇ ਨਿਕਲ ਜਾਂਦੇ ਹੋ? 8:30 ਰਾਤ ਨੂੰ 8:30 ਚੱਲਦੀ ਹੈ ਗੱਡੀ। ਸਵੇਰ ਦੇ 4-5 ਵਜੇ ਤੱਕ ਸਵੇਰ ਦੇ 4-5 ਵਜੇ ਤੱਕ ਗੱਡੀ ਚੱਲਦੀ ਹੈ। ਮਤਲਬ ਲਗਾਤਾਰ 8-9 ਘੰਟੇ ਗੱਡੀ ਚੱਲਦੀ ਹੈ। 8.5 ਘੰਟੇ, 9 ਘੰਟੇ, 10 ਘੰਟੇ ਵਾਂਗ ਗੱਡੀ ਚੱਲਦੀ ਹੈ। ਇਹ ਵੀ ਇੱਕ ਦੌੜ ਹੈ। ਅਗਰ ਮੈਂ ਨਾ ਗਿਆ ਉੱਥੇ ਤਾਂ ਕੋਈ ਹੋਰ ਆ ਜਾਊ। ਹੁੰਦਾ ਇਦਾਂ ਹੀ ਹੈ, ਇਦਾਂ ਹੀ ਹੁੰਦਾਗਾ। ਇਹ ਤੇ ਇੱਕ ਸਰੀਰ ਲਈ ਕਰ ਰਹੇ ਆ, ਲੇਕਿਨ ਆਤਮਾ ਲਈ ਕੀ ਕਰਨਾਗਾ? ਹਰ ਸੰਤ ਪੌਲਸ ਇਹੀ ਗੱਲ ਦੇ ਵਿੱਚ ਡਰਦਾ ਹੈਗਾ ਕਿ ਮੈਂ ਆਪਣੇ ਸਰੀਰ ਨੂੰ ਮਾਰਦਾ, ਕੁੱਟਦਾਂਗਾ, ਉਹਨੂੰ ਵਸ ਦੇ ਵਿੱਚ ਰੱਖ ਦਾਂਗਾ, ਤਾਂ ਕਿ ਜਿਹੜਾ ਮੁਕਤ ਮੇਰੇ ਲਈ ਹੈ ਉਹ ਕੋਈ ਹੋਰ ਨਾ ਲੈ ਕੇ ਚਲਾ ਜਾਏ। ਇਹਦਾ ਮਤਲਬ ਕਿ ਆਪਾਂ ਕੀ ਕਰਨਾਗਾ? ਸਾਰਿਆਂ ਨੇ ਆਪਣੇ ਮੁਕਤ ਨੂੰ ਬਚਾਉਣਾਗਾ। ਹਾਲੇਲੂਇਆ, ਹਾਲੇਲੂਇਆ। ਕੀ ਕਰਨਾਗਾ? ਆਪਣਾ ਮੁਕਤ ਬਚਾਉਣਾਗਾ। ਕੀ ਆਪਣਾ ਮੁਕਤ ਬਚਾਉਣ ਦੇ ਲਈ ਤਿਆਰ ਹੋ ਸਾਰੇ? ਕੀ ਲੱਗਦਾ ਤਾਂ ਨਹੀਂ ਕਿ ਮੁਕਤ ਹੱਥੋਂ ਜਾ ਰਿਹਾਗਾ? ਸਮਾਂ ਬਹੁਤ ਥੋੜਾਗਾ, ਬਹੁਤ ਸਮਾਂ ਤੈਅ ਕਰਾਏ ਤੁਸੀਂ, ਲੇਕਿਨ ਆਪਣਾ ਮੁਕਤ ਬਚਾ ਲਓ, ਆਪਣਾ ਮੁਕਤ ਬਚਾ ਲਓ। ਹਰ ਪਰਮੇਸ਼ਰ ਦਾ ਦਾਸ ਸੰਤ ਪੌਲਸ ਨੇ ਇਹੀ ਗੱਲ ਕਹੀ ਆਪਣੇ ਸਾਥੀ ਨੂੰ, ਆਪਣੇ ਚੇਲੇ ਨੂੰ, ਕਿ ਦੁੱਖ ਝੱਲੀ, ਦੁੱਖ ਝੱਲੀ, ਪ੍ਰਚਾਰਕ ਦਾ ਕੰਮ ਕਰਦਾ ਰਹੀਂ। ਜਿਹੜੀ ਸੇਵਾ ਤੈਨੂੰ ਮਿਲੀ ਹੈ ਉਹ ਸੇਵਾ ਵਿੱਚ ਬਣਿਆ ਰਹੀਂ, ਲੇਕਿਨ ਮੇਰੇ ਬੱਚੇ, ਮੇਰੇ ਭਰਾਵਾ, ਮੁਕਤ ਨਾ ਜਾਣ ਦੇਈਂ। ਜਿਹੜਾ ਮੁਕਤ ਤੇਰੇ ਲਈ ਰੱਖਿਆਗਾ ਉਹ ਮੁਕਤ ਨੂੰ ਬਚਾ ਕੇ ਰੱਖੀ। ਦੇਖ, ਮੈਂ ਤਾਂ ਦੁੱਖ ਸਹਿਨ ਕੀਤਾਗਾ, ਮੈਂ ਕਸ਼ਟ ਸਹਿਨ ਕੀਤਾਗਾ, ਲੇਕਿਨ ਮੈਂ ਮੇਰਾ ਮੁਕਤ ਬਚਾ ਕੇ ਰੱਖਿਆਗਾ। ਹੁਣ ਇਹ ਜੀਵਨ ਦਾ ਮੁਕਤ ਮੈਨੂੰ ਮਿਲਣ ਵਾਲਾਗਾ, ਕਿਉਂਕਿ ਮੈਂ ਦੌੜ ਨੂੰ ਪੂਰਾ ਕਰ ਚੁੱਕਿਆਗਾ, ਮੈਂ ਚੰਗੀ ਲੜਾਈ ਲੜ ਚੁੱਕਿਆਗਾ, ਮੈਂ ਆਪਣੇ ਵਿਸ਼ਵਾਸ ਨੂੰ ਸੰਭਾਲ ਕੇ ਰੱਖਿਆਗਾ। ਔਰ ਕਈ ਲੋਕਾਂ ਨੇ ਉਸੇ ਵਿਸ਼ਵਾਸ ਦੇ ਜਹਾਜ਼ ਨੂੰ ਡੁਬੋ ਦਿੱਤਾਗਾ। ਅੱਜ ਜੋ ਲੋਕ ਵਿਸ਼ਵਾਸ ਦੇ ਵਿੱਚ ਕਮਜ਼ੋਰ ਪੈ ਚੁੱਕੇ ਨੇ, ਆਪਣੇ ਵਿਸ਼ਵਾਸ ਨੂੰ ਵਾਰ-ਵਾਰ ਮਤਲਬ ਛੱਡ ਬੈਠਦੇ ਨੇ, ਐਸੇ ਲੋਕਾਂ ਦੇ ਲਈ ਪਰਮੇਸ਼ਰ ਦਾ ਵਚਨ ਇਹੀ ਹੈ ਕਿ ਵਿਸ਼ਵਾਸ ਦਾ ਜਹਾਜ਼ ਹੈ ਜੋ ਤੁਹਾਡਾ, ਉਹਨੂੰ ਬਾਰ-ਬਾਰ ਨਾ ਡੁਬੋ। ਅਗਰ ਜਹਾਜ਼ ਡੁੱਬ ਗਿਆ ਤਾਂ ਫਿਰ ਨਿਕਲਣਾ ਬਹੁਤ ਮੁਸ਼ਕਲ ਹੈ, ਕਿਉਂਕਿ ਅਗਰ ਕੋਈ ਤੁਹਾਨੂੰ ਬਚਾ ਸਕਦਾ ਤਾਂ ਤੁਹਾਡੇ ਵਿਸ਼ਵਾਸ ਦਾ ਜਹਾਜ਼ ਹੀ ਹੈ। ਔਰ ਸਿਕੰਦਰ ਔਰ ਹੁਮਨਿਆਸ ਨੇ ਇਹੀ ਕੰਮ ਕੀਤਾ।
ਆਪਣੇ ਵਿਸ਼ਵਾਸ ਦੇ ਜਹਾਜ਼ ਨੂੰ, ਵਿਸ਼ਵਾਸ ਦੀ ਕਿਸ਼ਤੀ ਨੂੰ ਉਹ ਡੁਬੋ ਬੈਠੇ। ਪਰਮੇਸ਼ਰ ਦਾ ਦਾਸ ਇਹ ਕਹਿੰਦਾ ਹੈਗਾ ਕਿ ਮੇਰੇ ਲਈ ਜੀਵਨ ਦਾ ਮੁਕਤ ਰੱਖਿਆ ਹੋਇਆਗਾ। ਮੈਂ ਵਿਸ਼ਵਾਸ ਨੂੰ ਸਾਂਭ ਕੇ ਰੱਖਿਆ, ਮੈਂ ਚੰਗੀ ਦੌੜ ਵੀ ਦੌੜਿਆ ਔਰ ਮੈਂ ਚੰਗੀ ਲੜਾਈ ਵੀ ਲੜਿਆ। ਹੁਣ ਤੁਸੀਂ ਦੇਖੋ ਕਿ ਤੁਸੀਂ ਆਪਣੇ ਵਿਸ਼ਵਾਸ ਨੂੰ ਛੱਡ ਬੈਠੇ। ਕਿ ਵਿਸ਼ਵਾਸ ਨੂੰ ਛੱਡ ਕੇ ਪਰਮੇਸ਼ਰ ਨੂੰ ਦੁਖੀ ਤਾਂ ਨਹੀਂ ਕੀਤਾ। ਇਸ ਲਈ ਆਪਣੇ ਮੁਕਤ ਨੂੰ ਬਚਾਓ। ਅਗਰ ਮੁਕਤ ਬਚ ਗਿਆ ਤੁਹਾਡਾ ਤਾਂ ਤੁਸੀਂ ਵੀ ਬਚੋਗੇ। ਅਗਰ ਤੁਹਾਡਾ ਮੁਕਤ ਨਹੀਂ ਬਚਦਾ ਤੇ ਤੁਹਾਡਾ ਉੱਥੇ ਜਾ ਕੇ ਫਾਇਦਾ ਵੀ ਕੀ ਹੈ, ਜਦੋਂ ਮਿਲਣਾ ਹੀ ਕੁਝ ਨਹੀਂ ਉੱਥੇ। ਅਗਰ ਦੌੜਨਾ ਗਾ ਤਾਂ ਸਿਰਫ ਮੁਕਤ ਲਈ ਦੌੜੋ ਕਿ ਮੈਨੂੰ ਮੁਕਤ ਚਾਹੀਦਾ ਗਾ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। ਪਰ ਹੁਣ ਕੋਈ ਵੀ ਜਨ ਆਪਣੀ ਅੱਖਾਂ ਨਾ ਖੋਲੇ। ਹੁਣ ਸਮਾਂ ਗਾ ਆਪਣੇ ਆਪ ਨੂੰ ਇੱਕ ਸਵਾਲ ਕਰਨ ਦਾ ਕਿ ਅੱਜ ਤੱਕ ਮੈਂ ਕਿੰਨਾ ਦੌੜਿਆ ਔਰ ਮੈਂ ਕਿੰਨੀ ਮਿਹਨਤ ਕੀਤੀ, ਮੈਂ कैसा विश्वास किया और मैं काहदे लई कीता, मैं काहदे लई दौड़िया। प्रभु यीशु मसीह कहते हैं कि जो कुछ तेरे कोल है उसनूं तकड़ाई नाल पकड़ी रख, किते एवें ना होवे कि तेरा मुकट कोई होर ले जावे। कि इस तरह तो नहीं हो गया कि तुहाडा मुकट तुहाडे हथों निकल गया होवे जां तुहाडा मुकट तुहाडे हथों निकलदा होवे, तुसीं मेहनत विच ढिले पै गए, विश्वास विच कमजोर पै गए और जो तुहाडी दौड़ सीगी वो दौड़दे दौड़दे तुसीं थक चुके हो, तुसीं अक चुके हो, हुण तुहाडा मन नहीं दौड़न दा। तां परमेश्वर दा दास कहंदा है कि मेरे बेटे दुख झल, परमेश्वर दा दित्ता होया काम कर, क्योंकि जीवन का मुकट प्रभु यीशु मसीह तेनूं देना चाहते हैं। ज्यादा कुछ ना करो, सिर्फ अपना मुकट बचा लो। अगर तुसीं अपना मुकट बचाओगे ਉਹਦੇ ਲਈ ਤੁਸੀਂ ਮਿਹਨਤ ਕਰ ਸਕਦੇ ਹੋ। ਆਪਣਾ ਮੁਕਟ ਬਚਾਉਣ ਦੇ ਲਈ, ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੇ ਲਈ ਇਸ ਵਚਨ ਦੀ ਆਸ ਨਾਲ ਪ੍ਰਭੂ ਯਿਸੂ ਮਸੀਹ ਸਾਨੂੰ ਸਭ ਨੂੰ ਭਰ ਦੇਣਾ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ, ਹਾਲੇਲੂਇਆ ਮੇਰੇ ਪਿਤਾ ਜੀ।